ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਬੀ ਯੋਰ ਓਨ ਡਾਕਟਰ, ਐਪੀਸੋਡ ਨੰਬਰ 14। ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਅਜਿਹੇ ਵਿਸ਼ੇ ਨੂੰ ਛੂਹਣ ਜਾ ਰਹੇ ਹਾਂ ਜਿਹੜਾ ਵਿਸ਼ੇ ਤੋਂ ਲਗਭਗ ਜਿਹੜੇ ਨੇ ਉਹ ਅੱਜ ਦੀ ਜਿਹੜੀ ਜਨਰੇਸ਼ਨ ਤੋਂ ਲੈ ਕੇ ਪੁਰਾਣੀ ਜਨਰੇਸ਼ਨ ਵੀ ਇਸ ਦੇ ਜਿਹੜੀ ਆ ਉਹਦੇ ਵਿੱਚ ਉਹਦੀ ਮਾਰ ਹੇਠ ਆਈ ਹੋਈ ਹੈ। ਬਲੱਡ ਪ੍ਰੈਸ਼ਰ, ਲੋ ਬਲੱਡ ਪ੍ਰੈਸ਼ਰ ਭਾਵੇਂ ਹਾਈ ਬਲੱਡ ਪ੍ਰੈਸ਼ਰ ਤੋਂ ਅੱਗੇ ਕਿੱਦਾਂ ਦੀਆਂ ਜਿਹੜੀਆਂ ਅਲਾਮਤਾਂ ਜਿਹੜੀਆਂ ਬੋਡੀ ਦੇ ਵਿੱਚ ਆਉਂਦੀਆਂ ਨੇ, ਕਿੱਦਾਂ ਬਲੱਡ ਪ੍ਰੈਸ਼ਰ ਸਾਡੀ ਬੋਡੀ ਨੂੰ ਜਿਹੜਾ ਉਹ ਮਾਰ ਕਰ ਰਿਹਾ। ਬਲੱਡ ਪ੍ਰੈਸ਼ਰ ਅਸਲ 'ਚ ਹੁੰਦਾ ਕੀ ਹੈ, ਲੋ ਬਲੱਡ ਪ੍ਰੈਸ਼ਰ ਕੀ ਹੁੰਦਾ, ਵੱਧ ਹਾਈ ਬਲੱਡ ਪ੍ਰੈਸ਼ਰ ਕੀ ਹੁੰਦਾ, ਕਿਉਂ ਹੁੰਦਾ, ਇਹਦੇ ਪਿੱਛੇ ਦੇ ਕੀ ਕਾਰਨ ਹੁੰਦੇ ਨੇ, ਬਲੱਡ ਪ੍ਰੈਸ਼ਰ ਕਿੰਨਾ ਜ਼ਰੂਰੀ ਹੁੰਦਾ, ਕੀ ਬਲੱਡ ਪ੍ਰੈਸ਼ਰ ਦੇ ਵੀ ਮਾਪਦੰਡ ਜਿਹੜੇ ਨੇ ਉਹ ਵਧਾਏ ਘਟਾਏ ਗਏ ਨੇ, ਇਹ ਆਪਾਂ ਅੱਜ ਦੇ ਜਿਹੜੇ ਇਸ ਐਪੀਸੋਡ ਦੇ ਵਿੱਚ ਜਾਣਾਂਗੇ। ਅਤੇ ਨਾਲ ਹੀ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਾਂਗੇ ਕਿ ਬਲੱਡ ਪ੍ਰੈਸ਼ਰ ਜਿਹੜਾ ਜੇਕਰ ਹਾਈ ਹੁੰਦਾ ਤਾਂ ਉਹਦੇ ਨਾਲ ਬੰਦੇ ਦੇ ਬੋਡੀ ਦੇ ਵਿੱਚ ਜਿਹੜਾ ਉਹ ਅੱਗੇ ਕੀ ਜਾਨਲੇਵਾ ਹੋ ਸਕਦਾ, ਕਿੱਦਾਂ ਜਾਨਲੇਵਾ ਹੋ ਸਕਦਾ, ਅਤੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਲਈ ਜਿਹੜਾ ਉਹ ਆਪਾਂ ਨੂੰ ਕੀ ਕਰਨਾ ਚਾਹੀਦਾ ਅਤੇ ਬਿਨਾਂ ਦਵਾਈਆਂ ਤੋਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਾਹਿਬ ਡਾਕਟਰ ਸਾਹਿਬ, ਬਲੱਡ ਪ੍ਰੈਸ਼ਰ ਥੋੜ੍ਹਾ ਜਿਹਾ ਸਮਝਾਓ। ਉਹ ਅੰਗਰੇਜ਼ੀ ਦਾ ਲਫ਼ਜ਼ ਹੈ, ਬਲੱਡ ਵੀ ਅਤੇ ਪ੍ਰੈਸ਼ਰ ਵੀ। ਲੇਕਿਨ ਸਾਡੀ 80 ਸਾਲ ਦੀ ਮਾਤਾ ਵੀ ਆ ਕੇ ਕਹੂਗੀ ਮੈਨੂੰ ਬਲੱਡ ਪ੍ਰੈਸ਼ਰ ਹੋ ਗਿਆ, ਜਾਂ ਉਹ ਇੱਥੋਂ BP ਕਹੂਗੀ BP ਹੋ ਗਿਆ। ਹਾਂ, ਤਾਂ ਇਹ ਦੇਖੋ ਇੰਨਾ ਜ਼ਿਆਦਾ ਇਹ ਹੋ ਚੁੱਕੀ ਹੈ, ਬਿਮਾਰੀ ਵੱਧ ਚੁੱਕੀ ਹੈ। ਅਤੇ ਘਰ 'ਚ ਇਹਦਾ ਮਤਲਬ ਬੱਚੇ ਤੋਂ ਲੈ ਕੇ ਬੁੱਢੇ ਤੱਕ BP ਦਾ ਨਾਂ ਪਤਾ, ਬਲੱਡ ਪ੍ਰੈਸ਼ਰ ਦਾ। ਬਲੱਡ ਵੱਧ ਗਿਆ ਅਤੇ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਵੱਧ ਬਿਮਾਰੀ ਹੀ। BP ਦੀ ਬਿਮਾਰੀ ਜਦੋਂ ਆਪਾਂ ਕਹਿੰਦੇ ਹਾਂ ਤਾਂ ਬਲੱਡ ਪ੍ਰੈਸ਼ਰ ਵੱਧਦੀ ਬਿਮਾਰੀ ਆ। ਉਹ ਘੱਟ ਵਾਲਾ ਮਸਲਾ ਜਿਹੜਾ ਆਪਾਂ ਨੂੰ ਬਹੁਤਾ ਟੱਚ ਨਹੀਂ ਕਰਾਂਗੇ, ਕਿਉਂਕਿ ਘੱਟ ਵਾਲਾ ਮਸਲਾ ਕੋਈ ਬਹੁਤ ਲੰਬਾ ਚੌੜਾ ਹੈ ਨਹੀਂ ਗਾ ਬਹੁਤਾ। ਉਹਦੇ 'ਚ ਬਹੁਤ ਥੋੜ੍ਹੇ ਜਿਹੇ ਮਰੀਜ਼ ਹੁੰਦੇ ਆ, ਔਰ ਉਹ BP ਦੀ ਬਿਮਾਰੀ ਅਸਲ 'ਚ ਨਹੀਂ ਹੁੰਦੀ, ਉਹ ਡਿਫਰੈਂਟ ਢੰਗ ਨਾਲ ਉਹਨੂੰ ਦੇਖਣਾ ਹੁੰਦਾ। ਲੇਕਿਨ ਜਿਹੜਾ ਹਾਈ BP ਹੈ, ਬਲੱਡ ਪ੍ਰੈਸ਼ਰ ਦਾ ਵਧਣਾ ਜਿਹੜਾ, ਇਹ ਵਾਕਈ ਬਹੁਤ ਖਤਰਨਾਕ ਬਿਮਾਰੀ ਬਣ ਚੁੱਕੀ ਹੈ। ਅਤੇ ਇਸ ਖਤਰੇ ਦੇ ਜਿਹੜੇ ਜਿਵੇਂ ਆਪਾਂ ਸ਼ੂਗਰ ਬਾਰੇ ਕਿਹਾ ਸੀ ਕਿ ਇੱਕ ਮਾਂ ਬਿਮਾਰੀ ਹੈ ਜਿਸ ਤੋਂ ਅੱਗੇ ਬਿਮਾਰੀਆਂ ਜਨਮ ਲੈਂਦੀਆਂ ਨੇ, ਇੱਦਾਂ ਹੀ BP ਦੀ ਬਿਮਾਰੀ ਵੀ ਜਿਹੜੀ ਉਹਦੇ ਨਾਲ ਹੀ ਹੈ, ਪਿਤਾ ਬਿਮਾਰੀ ਕਹਿ ਸਕਦੇ ਹਾਂ। ਹਾਂ, ਬਿਲਕੁਲ। ਤਾਂ ਇਹ ਵੀ ਜਿਹੜੀ ਹੈ ਜਿਹਨੂੰ ਕਹਿੰਦੇ ਆਧਾਰ ਮਾਤਰ ਬਿਮਾਰੀ ਹੈ, ਆਧਾਰ ਬਣਦੀ ਹੈ ਹੋਰ ਬਿਮਾਰੀਆਂ ਦਾ। ਜਿਵੇਂ ਸ਼ੂਗਰ ਆਧਾਰ ਬਣਦੀ ਹੈ ਅਤੇ ਜਿਹੜੀ ਹੈ ਉੱਦਾਂ ਹੀ BP ਵੀ ਆਧਾਰ ਬਣਦਾ। ਜਿਹੜੀ ਤੁਸੀਂ ਰੀਡਿੰਗ ਦੀ ਗੱਲ ਕੀਤੀ ਆ, ਰੀਡਿੰਗ 120/80 ਜਿਹੜੀ ਸਟੈਂਡਰਡ ਟੀਚਿੰਗ ਹੈਗੀ ਹੈ ਕਿ 120/80 BP ਹੁੰਦਾ। 120 ਉੱਪਰਲੇ ਦਾ ਥੱਲੜੇ ਦਾ ਮਤਲਬ ਕੀ ਹੈ? ਉੱਪਰਲਾ BP ਉਦੋਂ ਹੁੰਦਾ ਜਦੋਂ ਕਿ ਦਿਲ ਨੇ ਖੂਨ ਭੇਜਤਾ ਬਾਕੀ ਸਾਰੇ ਸਰੀਰ 'ਚ, ਪੰਪ ਕੀਤਾ, ਉਹ ਹੈਗਾ ਉੱਪਰਲਾ ਬਲੱਡ ਪ੍ਰੈਸ਼ਰ। ਜਦੋਂ ਉਹਨੇ ਵਾਪਸ ਲੈ ਰਿਹਾ, ਉਸ ਵੇਲੇ ਦਾ ਜਿਹੜਾ BP ਹੈਗਾ ਉਹ ਹੈਗਾ ਥੱਲੜਾ BP। ਅਤੇ ਦੋਨਾਂ BPਆਂ ਦੇ ਵਿਚਾਲੇ ਜਿਹੜਾ ਫਰਕ ਹੁੰਦਾ ਉਹਦੇ ਸਿਰ 'ਤੇ ਖੂਨ ਸਰਕੂਲੇਟ ਕਰਦਾ। ਇੱਥੇ ਰੋਕਾਂਗਾ ਹੁਣ ਮੈਂ ਥੋੜ੍ਹਾ ਜਿਹਾ ਪਬਲਿਕ ਨੂੰ ਸਮਝਾਉਣ ਲਈ, ਪਬਲਿਕ ਦੇ ਵਕੀਲ ਵੱਲੋਂ। ਬਲੱਡ ਚਲਾ ਗਿਆ ਯਾਨੀ ਕਿ ਬਲੱਡ ਪ੍ਰੈਸ਼ਰ ਉੱਪਰਲਾ, ਬਲੱਡ ਵਾਪਸ ਆਇਆ ਅਤੇ ਬਲੱਡ ਨਹੀਂ ਘੱਟ, ਮਤਲਬ ਬਲੱਡ ਪ੍ਰੈਸ਼ਰ ਜਿਹੜਾ ਉਹ ਲੋ ਬਲੱਡ ਪ੍ਰੈਸ਼ਰ, ਮਤਲਬ ਹੇਠਲਾ ਬਲੱਡ BP। ਯਾਨੀ ਜੇ ਵਾਪਸ ਨਹੀਂ ਆ ਰਿਹਾ ਸਹੀ ਢੰਗ ਨਾਲ ਤਾਂ ਉਹ ਲੋ BP ਹੋ ਗਿਆ, ਜੇ ਪ੍ਰੈਸ਼ਰ ਨਾਲ ਜਾ ਨਹੀਂ ਰਿਹਾ ਤਾਂ ਉਹ ਹਾਈ BP ਹੋ ਗਿਆ। ਇਹੀ ਹੈ। ਆਪਾਂ ਇੱਦਾਂ ਕਹੀਏ ਕਿ ਜਿਹੜਾ ਪ੍ਰੈਸ਼ਰ ਗ੍ਰੇਡੀਅੰਟ ਹੈ, ਯਾਨੀ ਕਿ ਉੱਪਰਲੇ ਅਤੇ ਥੱਲੜੇ ਦੇ ਵਿਚਾਲੇ ਫਰਕ ਹੈ, ਜੇ ਉਹ ਘਟ ਜਾਏਗਾ ਤਾਂ ਸਰਕੂਲੇਸ਼ਨ BP ਦੀ ਘਟ ਜਾਏਗੀ। ਸੋ BP ਦੀ ਸਰਕੂਲੇਸ਼ਨ, ਖੂਨ ਦੀ ਸਰਕੂਲੇਸ਼ਨ, ਖੂਨ ਦਾ ਦੌਰਾ ਵਧਾਉਣ ਲਈ ਸਰੀਰ ਨੂੰ ਉੱਪਰਲਾ BP ਵਧਾਉਣਾ ਪੈਂਦਾ। ਯਾਨੀ ਸਿਸਟੋਲਿਕ ਤੇ ਡਾਇਸਟੋਲਿਕ। ਹਾਂ, ਉੱਪਰਲਾ ਵਧਾ ਦਿੰਦਾ, ਥੱਲੜਾ ਆਮ ਤੌਰ 'ਤੇ ਨਹੀਂ ਵੱਧਦਾ ਸ਼ੁਰੂ 'ਚ। ਥੱਲੜਾ ਨਹੀਂ ਵੱਧਦਾ, ਉੱਪਰਲਾ ਵੱਧਦਾ ਇਕੱਲਾ। ਉੱਪਰਲਾ ਵਧਾ ਕੇ ਸਰੀਰ ਕੀ ਕਰਨਾ ਚਾਹ ਰਿਹਾ ਹੈ ਕਿ ਉਹਦੀ ਜਿਹੜਾ ਦੌਰਾ ਹੈ ਉਹਨੂੰ ਤੇਜ਼ ਕਰਨਾ ਚਾਹ ਰਿਹਾ। ਕੋਈ ਦੌਰਾ ਤੇਜ਼ ਹੋ ਨਹੀਂ ਰਿਹਾ ਉਹਨੇ, ਜਿੰਨਾ ਜਿਵੇਂ 40 ਦਾ ਗ੍ਰੇਡੀਅੰਟ ਬਣਿਆ ਨਾ, 120 ਅਤੇ 80 ਦੇ ਵਿਚਾਲੇ 40 ਦਾ ਫਰਕ ਹੈ। ਉਸ 40 ਦੇ ਫਰਕ ਦੇ ਸਿਰ 'ਤੇ ਹੀ ਖੂਨ ਸਰਕੂਲੇਟ ਕਰਦਾ। ਉਹ ਜੇ ਕੋਈ ਇਹੋ ਜਿਹਾ ਸਿਸਟਮ ਹੋ ਜਾਵੇ ਕਿ ਉਹ ਜਿਹੜਾ 40 ਦੇ ਫਰਕ ਨਾਲ ਖੂਨ ਦਾ ਦੌਰਾ ਪ੍ਰੋਪਰ ਨਹੀਂ ਬਣ ਰਿਹਾ, ਤਾਂ ਸਰੀਰ ਉਹਨੂੰ ਕੁਦਰਤ ਨੂੰ BP ਨੂੰ ਵਧਾ ਦਿੰਦੀ ਉੱਪਰਲੇ ਨੂੰ।
ਤਾਂ ਕਿ ਉਹ ਜਿਹੜਾ 40 50 60 70 80 ਹੋ ਜਾਵੇ, ਤਾਂ ਕਿ ਉਹ ਜ਼ਿਆਦਾ ਪ੍ਰੈਸ਼ਰ ਨਾਲ ਫਿਰ ਉਹ ਕਦੋਂ ਆਉਂਦਾ ਹੈ, ਉਹ ਸਮਝਣ ਵਾਲੀ ਗੱਲ ਹੈ। ਨੁਕਤਾ ਉੱਥੇ ਹੈ ਸਾਰਾ ਫਸਿਆ ਵਾ। ਉਹ ਨੁਕਤਾ ਇਹ ਹੈ ਕਿ ਤੁਹਾਡੀਆਂ ਖੂਨ ਦੀਆਂ ਨਾੜਾਂ ਜਿਹੜੀਆਂ ਨੇ ਉਹ ਕਿੰਨੀਆਂ ਲਚਕਦਾਰ ਨੇ, ਲਚਕ ਕਿੰਨੀ ਹੈ। ਜਦੋਂ ਲਚਕਦਾਰ ਨੇ ਤਾਂ ਜਦੋਂ ਖੂਨ ਦਾ ਪੰਪ ਕਰੇਗਾ ਬਲੱਡ, ਤਾਂ ਉਹ ਖੁੱਲ ਜਾਣਗੀਆਂ ਤੇ ਅੱਗੋਂ ਖੂਨ ਰਿਸੀਵ ਕਰ ਲੈਣਗੀਆਂ। ਇੱਕ ਮਾਤਰਾ, ਪਰਟੀਕੂਲਰ ਮਾਤਰਾ ਹੈ ਨਾ ਖੂਨ ਦੀ, ਉਹਨੇ ਇੱਕ ਖਾੜ ਦੀ ਬੀਟ ਨਾਲ ਉਹਨੇ ਖੂਨ ਦੀ ਮਾਤਰਾ ਨੇ ਅੱਗੇ ਪੂਰਾ ਅੱਗੇ ਜਾਣਾ, ਫਿਰ ਜਾਣਾ ਤਾਂ ਅੱਗੋਂ ਰਿਸੀਵ ਕਰਨ ਵਾਲੀ ਖੂਨ ਦੀ ਨਾੜੀ ਤਾਂ ਖੁੱਲੀ ਹੋਣੀ ਚਾਹੀਦੀ ਹੈ ਨਾ। ਜੇ ਉਹ ਖੂਨ ਦੀ ਨਾੜੀ ਭੀੜੀ ਹੋਏਗੀ, ਉਹਦੀ ਲਚਕ ਖਰਾਬ, ਕਿਉਂਕਿ ਖੂਨ ਦੀ ਨਾੜੀ ਨੇ ਜਦੋਂ ਖੂਨ ਵਾਪਸ ਆ ਰਿਹਾ ਉਹਨੇ ਉਹਦਾ ਜਿਹੜਾ ਡਾਇਮੀਟਰ ਹੈ ਉਹਨੇ ਘਟਣਾ, ਲੂਮਨ ਹੈ ਉਹਦੀ ਜਿਹੜੀ ਥਾਂ ਖਾਲੀਪਣ ਹੈ ਜਿਹੜਾ ਉਸ ਪਾਈਪ ਰੂਪੀ ਖੂਨ ਦੀ ਨਾੜੀ ਦਾ, ਉਹ ਉਦੋਂ ਤਾਂ ਉਹ ਵੱਡਾ ਹੋ ਜਾਂਦਾ ਜਦੋਂ ਭੇਜ ਰਿਹਾ, ਬਾਅਦ 'ਚ ਉਹ ਥੱਲੇ ਆ ਜਾਂਦਾ। ਅਸਲ 'ਚ ਇੱਥੇ ਇੱਕ ਹੋਰ ਨੁਕਤਾ ਉਸ ਤੋਂ ਪਹਿਲਾਂ ਕਲੀਅਰ ਕਰ ਲਈਏ ਕਿ ਜਿਹੜਾ ਹਾਰਟ ਹੈ, ਆਪਾਂ ਨੂੰ ਕਹਿੰਦੇ ਵੀ ਹਾਰਟ ਜਿਹੜਾ ਪੰਪ ਹੈ ਖੂਨ ਪਰਸਪਰ, ਲੇਕਿਨ ਹਾਰਟ ਕਿੱਡਾ ਕੁ ਹੁੰਦਾ, ਬੰਦੇ ਦੀ ਬੰਦ ਮੁੱਠੀ ਜਿਹੜਾ ਹਾਰਟ ਹੈ ਸਾਰਾ, ਤੇ ਕੁੱਡੀ ਵੱਡੀ ਹੈ, ਹਾਂ ਬੰਦ ਮੁੱਠੀ ਜਿੰਨਾ ਹਾਰਟ ਹੈ। ਕਿਸੇ ਬੰਦੇ ਦੇ ਜਿੰਨੇ ਹੱਥ ਨੇ ਉਹਦੀ ਮੁੱਠੀ ਜਿੰਨੀ ਬੰਦ ਹੁੰਦੀ ਹੈ, ਉੱਡਾ ਹਾਰਟ ਹੁੰਦਾ ਸਾਰਾ। ਹਾਂ, ਉਹਦਾ ਹੱਥ ਵੀ ਉਸ ਹਿਸਾਬ ਨਾਲ ਹੋਊਗਾ ਨਾ, ਸਾਈਜ਼ ਦੇ ਹਿਸਾਬ ਨਾਲ ਹੱਥ ਵੀ ਉੱਡਾ ਹੁੰਦਾ। ਉਹਦੀ ਆਪਣੀ ਮੁੱਠੀ ਦੇ ਬਰਾਬਰ ਹਾਰਟ ਹੁੰਦਾ। ਹੁਣ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਮੁੱਠੀ ਜਿੱਡਾ ਹਾਰਟ ਸਾਰੇ ਖੂਨ ਨੂੰ ਬਲੱਡ ਭੇਜ ਦੇਗਾ, ਤੇ ਉਹ ਜੰਮਣ ਤੋਂ ਲੈ ਕੇ ਮਰਨ ਤੱਕ 100 ਸਾਲ ਭੇਜਦਾ ਹੀ ਰਹੇਗਾ, ਕਦੇ ਬੰਦ ਹੋਏਗਾ ਨਹੀਂ। ਤਾਂ ਇਹ ਸੰਭਵ ਨਹੀਂ ਹੈ। ਤਾਂ ਇਹ ਇੱਕ ਜਿਹੜੀ ਆਮ ਤੌਰ 'ਤੇ ਗਲਤ ਧਾਰਨਾ ਬਣੀ ਹੋਈ ਹੈ ਕਿ ਖੂਨ ਦਾ ਸਰਕੂਲੇਸ਼ਨ ਜਿਹੜੀ ਹੈ ਉਹ ਦਿਲ ਦੇ ਸਿਰ 'ਤੇ ਹੁੰਦੀ ਹੈ, ਇਹ ਠੀਕ ਨਹੀਂ ਹੈ। ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ ਨਾੜਾਂ ਦਾ, ਉਹ ਨਾਲ ਕੰਮ ਕਰਦਾ। ਜਿਹੜੀ ਨਾੜ ਕਿੰਨੀ ਲੰਬੀ ਚੌੜੀ ਹੈ, ਉਹ ਕੋਈ ਲੱਖ ਕਿਲੋਮੀਟਰ ਹੈ। ਪੂਰੇ ਸਰੀਰ ਦੀ ਨਾੜ ਨੂੰ ਅਗਰ ਐਂਡ ਟੂ ਐਂਡ ਰੱਖਤਾ ਜਾਵੇ ਤਾਂ ਚੰਦਰਮਾ ਤੱਕ ਪਹੁੰਚ ਜਾਂਦੀ ਹੈ। ਤਾਂ ਉਹ ਇੱਕ ਬੰਦੇ ਦੀ, ਤਾਂ ਉਹ ਸਾਰੇ ਦਾ ਸਾਰਾ ਸਰਕੂਲੇਟਰੀ ਸਿਸਟਮ ਜਿਹੜਾ ਹੁੰਦਾ ਹੈ ਉਹ ਨਾਲ ਕੰਮ ਕਰਦਾ। ਉਹ ਊਰਜਾ ਦੇ ਸਿਰ 'ਤੇ ਕਰਦਾ ਕਿ ਉਹਦੇ 'ਚ ਲਹਿਰ ਜਾਂਦੀ ਹੈ, ਜਿਹੜੀ ਇੱਕ ਲਹਿਰ ਰੂਪੀ ਜਾਂਦੀ ਹੈ। ਕੋਈ ਸਾਰੇ ਦਾ ਸਾਰਾ ਸਿਸਟਮ ਜਿਵੇਂ ਹਾਰਟ ਕੰਟਰੈਕਟ 'ਤੇ ਰਿਲੈਕਸ ਕਰਦਾ ਹੈ, ਇੱਦਾਂ ਹੀ ਉਹ ਸਾਰਾ ਸਿਸਟਮ ਵੀ ਨਾਲ ਪੂਰਾ ਪਾਰਟੀਸਪੇਟ ਕਰਦਾ। ਸੋ ਜਿਹੜਾ ਖੂਨ ਦੀ ਸਰਕੂਲੇਸ਼ਨ ਦਾ ਮਾਮਲਾ ਹੈ ਉਹ ਇਕੱਲੇ ਹਾਰਟ ਦਾ ਨਹੀਂ ਹੈ, ਉਹ ਪੂਰੇ ਸਰਕੂਲੇਟਰੀ ਸਿਸਟਮ ਦਾ। ਯਾਨੀ ਕਿ ਖੂਨ, ਹਾਰਟ, ਲਿਜਾਣ ਵਾਲੀਆਂ ਨਾੜਾਂ ਜਿਹੜੀਆਂ ਪੂਰੇ ਸਰੀਰ ਤੱਕ ਖੂਨ ਲੈ ਕੇ ਜਾ ਰਹੀਆਂ ਨੇ, ਅਤੇ ਫਿਰ ਵਾਪਸ ਲੈ ਕੇ ਆਉਣ ਵਾਲੀਆਂ ਨਾੜਾਂ, ਇਹ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈ ਇਹ ਪੂਰਾ ਇੱਕ ਇਕਾਈ ਦੇ ਤੌਰ 'ਤੇ ਕੰਮ ਕਰਦਾ, ਤਾਂ ਜਾ ਕੇ ਉਹ ਇਕੱਲੇ ਸੈੱਲ ਤੱਕ ਖੂਨ ਪਹੁੰਚਦਾ। ਦੇਖੋ ਕਿੱਡਾ ਗ੍ਰੇਟ ਕੰਮ ਹੈ ਵੀ ਦਿਲ ਤੋਂ ਖੂਨ ਸ਼ੁਰੂ ਹੋਇਆ, ਉਹ ਸਾਰੇ ਸਰੀਰ ਦੇ ਇਕੱਲੇ ਸੈੱਲ ਤੱਕ ਪਹੁੰਚ ਕੇ ਫਿਰ ਉਹ ਵਾਪਸ ਵੀ ਉੱਥੇ ਉਸੇ ਰਸਤੇ ਮੁੜਨਾ ਉਹਨੇ, ਔਰ ਵਾਪਸ ਮੁੜ ਕੇ ਆ ਜਾਣਾ ਉਹਨੇ। ਲਗਭਗ ਕੋਈ 5-7 ਮਿੰਟ ਲੱਗਦੇ ਆ ਉਹੀ ਖੂਨ ਵਾਪਸ ਆਉਂਦਿਆਂ ਨੂੰ। 5-7 ਮਿੰਟ 'ਚ ਪੂਰਾ ਸਰਕੂਲੇਟ ਐਡੀ ਸਪੀਡ ਨਾਲ ਜਾਂਦਾ ਉਹ ਕਿ ਉਹ ਪੂਰਾ ਵਾਪਸ ਆ ਜਾਂਦਾ। ਲੱਖ ਕਿਲੋਮੀਟਰ ਜਿਹੜਾ 5-7 ਕਿਲੋਮੀਟਰ 'ਚ ਕਵਰ ਕਰ ਲੈਂਦਾ। ਹਾਂ, ਕਹਿ ਲਓ 1 ਲੱਖ ਕਿਲੋਮੀਟਰ ਉੱਦਾਂ ਐਂਡ ਟੂ ਐਂਡ ਰੱਖੀਏ ਤਾਂ ਬਣਦਾ, ਕਿਉਂਕਿ ਉਹ ਸਾਈਮਲਟੇਨਸਲੀ ਬਹੁਤ ਸਾਰੇ ਥਾਂ 'ਤੇ ਜਾ ਰਿਹਾ ਨਾ, ਇਸ ਕਰਕੇ ਲੱਖ ਕਿਲੋਮੀਟਰ ਉਹ ਨਹੀਂ ਜਾਂਦਾ। ਲੇਕਿਨ ਜੇ ਐਂਡ ਟੂ ਐਂਡ ਰੱਖੀਏ ਤਾਂ ਲੱਖ ਕਿਲੋਮੀਟਰ ਬਣ ਜਾਂਦਾ। ਅਤੇ ਕਮਾਲ ਦਾ ਢਾਂਚਾ ਹੈ ਕੁਦਰਤ ਨੇ ਜਿਹੜਾ ਕ੍ਰੀਏਟ ਕੀਤਾ ਹੋਇਆ। ਅਤੇ ਇਹ ਸਾਰੇ ਦਾ ਸਾਰਾ ਆਪਾਂ ਜਿਹੜੀ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਰਕੂਲੇਟਰੀ ਸਿਸਟਮ ਐਜ਼ ਏ ਹੋਲ ਪਾਰਟੀਸਪੇਟ ਕਰਦਾ। ਹੁਣ ਨੁਕਸ ਕਿੱਥੇ ਪੈਂਦਾ ਆ ਕੇ? ਇੱਕ ਤਾਂ ਹੋ ਗਿਆ ਕਿ ਦਿਲ 'ਚ ਕੋਈ ਨੁਕਸ ਪੈ ਜਾਵੇ। ਇੱਕ ਹੋ ਗਿਆ ਕਿ ਜਿਹੜਾ ਦੂਜਾ ਉਹਦਾ ਨਾਲ ਜਿਹੜਾ ਹਿੱਸਾ ਹੈ ਖੂਨ ਦੀਆਂ ਨਾੜਾਂ ਦਾ, ਉਹਦੇ 'ਚ ਕੋਈ ਨੁਕਸ ਪੈ ਜਾਵੇ। ਜਿਹੜੇ ਦਿਲ ਦੇ ਨੁਕਸ ਨੇ ਉਹ ਕੁਦਰਤ ਨੇ ਦਿਲ ਨੂੰ ਬਹੁਤ ਪ੍ਰੋਟੈਕਟ ਕੀਤਾ ਹੋਇਆ, ਜਲਦੀ ਪੈਣ ਨਹੀਂ ਦਿੰਦੀ। ਲੇਕਿਨ ਖੂਨ ਦੀਆਂ ਨਾੜਾਂ 'ਚ ਨੁਕਸ ਪਹਿਲਾਂ ਪੈਂਦੇ ਆ। ਉਹ ਖੂਨ ਦੀਆਂ ਨਾੜਾਂ ਜਦੋਂ ਨੁਕਸ ਪੈ ਜਾਂਦੇ ਤਾਂ ਫਿਰ ਦਿਲ 'ਤੇ ਅਸਰ ਹੁੰਦਾ। ਦਿਲ ਦੇ ਮਸਲ ਨੂੰ, ਦਿਲ ਦੇ ਢਾਂਚੇ ਨੂੰ ਇੱਦਾਂ ਬਣਾਇਆ ਹੋਇਆ ਕੁਦਰਤ ਨੇ ਕਿ ਉਹਦੇ 'ਚ ਜਲਦੀ ਨੁਕਸ ਪੈਣ ਨਹੀਂ ਦਿੰਦੀ, ਕਿਉਂਕਿ ਕੁਦਰਤ ਜਿਹੜੀ ਹੁੰਦੀ ਹੈ ਉਹ ਪ੍ਰੋ ਸਰਵਾਈਵਲ ਹੁੰਦੀ ਹੈ। ਕੁਦਰਤ ਜਦੋਂ ਜੀਵ ਨੂੰ ਪੈਦਾ ਕਰਦੀ ਹੈ ਤਾਂ ਉਹਦੇ ਕੁਛ ਜਿਹੜੇ ਵਾਈਟਲ ਅੰਗ ਨੇ ਉਹਨੂੰ ਇੱਦਾਂ ਬਣਾਉਂਦੀ ਆ ਉਹ ਕਿ ਇਹ ਜਿੰਨੀ ਉਮਰ ਲਈ ਉਹਨੂੰ ਬਣਾਇਆ ਗਿਆ ਉਸ ਤੋਂ ਪਹਿਲਾਂ ਫੇਲ ਨਾ ਹੋਣ। ਇਸ ਕਰਕੇ ਕੁਦਰਤ ਨੇ ਲੰਗ, ਫੇਫੜਿਆਂ ਨੂੰ, ਬ੍ਰੇਨ ਨੂੰ, ਹਾਰਟ ਨੂੰ
ਬੜਾ ਹੀ ਪਰਫੈਕਟ ਢੰਗ ਨਾਲ ਬਣਾਇਆ। ਲੇਕਿਨ ਜਿਹੜੀਆਂ ਨਾੜਾਂ ਨੇ, ਦੂਰ ਦੀਆਂ ਨਾੜਾਂ ਨੇ, ਉਹਨਾਂ ਦੇ ਉੱਪਰ ਪਹਿਲਾਂ ਅਸਰ ਪੈਂਦਾ, ਕਿਉਂਕਿ ਉਹਦੇ ਤੱਕ ਉਹ ਗੱਲ ਜਿਹੜੀ ਹੈ, ਉਹ ਪ੍ਰੋਟੈਕਸ਼ਨ ਹੈ ਜਾਂਦੀ ਥੋੜ੍ਹੀ ਬਹੁਤੀ ਡਿਲੂਟ ਹੋ ਜਾਂਦੀ ਹੈ। ਤਾਂ ਜਦੋਂ ਅਸੀਂ ਇੱਦਾਂ ਦੇ ਕੁਛ ਖਾਣੇ ਖਾਂਦੇ ਹਾਂ, ਜਾਂ ਹਵਾ ਦੇ ਅੰਦਰ ਜ਼ਹਿਰ ਲੈਂਦੇ ਹਾਂ, ਜਾਂ ਪਾਣੀ 'ਚ ਜ਼ਹਿਰ ਲੈਂਦੇ ਹਾਂ, ਜਾਂ ਸਾਡਾ ਖਾਣ ਪੀਣ ਹੋ ਜਾਏ, ਜਾਂ ਸਾਡਾ ਜਿਹੜਾ ਤਣਾਅ ਦਾ ਲੈਵਲ, ਸਟ੍ਰੈਸ ਲੈਵਲ ਉੱਦਾਂ ਦਾ, ਉਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਸਭ ਤੋਂ ਪਹਿਲਾ ਕੰਮ ਕੀ ਕਰਦੀਆਂ ਨੇ ਕਿ ਜਿਹੜੀ ਸਾਡੇ ਖੂਨ ਦੀਆਂ ਨਾੜਾਂ ਦੀ ਲਚਕ ਹੈ ਉਹ ਖਰਾਬ ਹੋ ਜਾਂਦੀ ਹੈ। ਅਤੇ ਲਚਕ ਖਰਾਬ ਹੋਏਗੀ ਤਾਂ ਉਹ ਪ੍ਰੈਸ਼ਰ ਵਧਾਉਣਾ ਹੀ ਪਏਗਾ ਸਰੀਰ ਨੂੰ, ਉਹਦੇ ਬਿਨਾਂ ਖੂਨ ਪਹੁੰਚੇਗਾ ਹੀ ਨਹੀਂ। ਤੁਸੀਂ ਉੱਦਾਂ ਹੀ ਇਮੈਜਿਨ ਕਰੋ ਕਿ ਇੱਕ ਆਪਣੇ ਘਰ ਦੇ ਗਾਰਡਨ 'ਚ ਆਪਾਂ ਪਾਣੀ ਦੇ ਰਹੇ ਹਾਂ ਪਾਈਪ ਨਾਲ। ਜੇ ਅਸੀਂ ਪਾਣੀ ਦੂਰ ਭੱਜਣਾ ਹੋਵੇ ਤਾਂ ਕੀ ਕਰਦੇ ਅੱਗੇ? ਉਹਨੂੰ ਪਾਈਪ ਦਾ ਡਾਇਆਮੀਟਰ, ਉਹਦੀ ਮੋਰੀ ਨੂੰ ਛੋਟੀ ਕਰ ਦਿੰਦੇ ਆ ਪਿੰਚ ਕਰਕੇ, ਉਹ ਦੂਰ ਸਾਰੀ ਧਾਰ ਵੱਜਦੀ ਹੈ। ਸੇਮ ਇਹਦੇ 'ਚ ਆਪਾਂ ਇਹ ਮੋਟੀ ਜਿਹੀ ਉਦਾਹਰਨ ਇੱਥੋਂ ਸਮਝ ਸਕਦੇ ਹਾਂ ਕਿ ਜਦੋਂ ਉਹਦਾ ਡਾਇਆਮੀਟਰ ਘਟ ਗਿਆ ਤਾਂ ਉਸ ਪਾਣੀ ਨੂੰ ਉੱਥੋਂ ਕੱਢਣ ਲਈ ਪ੍ਰੈਸ਼ਰ ਵੱਧ ਜਾਂਦਾ ਹੈ, ਤਾਂ ਹੀ ਉਹ ਨਿਕਲਦਾ ਉਹਨਾਂ, ਕਿਉਂਕਿ ਉਨੀ ਮਾਤਰਾ ਨਿਕਲਣੀ ਹੈ, ਕਿਉਂਕਿ ਜਿਹੜੀ ਖੂਨ ਨੇ, ਦਿਲ ਨੇ ਭੇਜਤੀ, ਉਹਦੀ ਦਿਲ ਦੀ ਕੋਸ਼ਿਸ਼ ਹੈ, ਕੁਦਰਤ ਦੀ ਕੋਸ਼ਿਸ਼ ਹੈ ਕਿ ਜਿੰਨਾ ਦਿਲ 'ਚੋਂ ਖੂਨ ਨਿਕਲ ਗਿਆ 200-250 ਮਿਲੀਲੀਟਰ ਇੱਕ ਟਾਈਮ 'ਚੋਂ ਨਿਕਲਦਾ, ਮੰਨ ਲਓ 5 ਲੀਟਰ ਖੂਨ ਹੈ, 72 ਵਾਰੀ ਦਿਲ ਨੇ ਧੜਕਣਾ ਹੈ, ਤਾਂ ਇੱਕ ਵਾਰੀ 'ਚ ਕਿੰਨਾ ਹੋਇਆ? ਮਤਲਬ ਮੰਨ ਲਓ, ਲਾ ਲਓ ਤੁਸੀਂ 72 ਵਾਰੀ ਧੜਕਿਆ, ਤਾਂ ਉਹਨੂੰ ਜੇ ਕੈਲਕੂਲੇਟ ਕਰਾਂਗੇ ਤਾਂ ਮੋਟਾ ਜਿਹਾ ਆ ਜਾਏਗਾ 200 ਮਿਲੀਲੀਟਰ 250 ਮਿਲੀਲੀਟਰ ਖੂਨ ਜਿਹੜਾ ਉਹ ਇੱਕ ਵਾਰੀ 'ਚ ਨਿਕਲ ਜਾਂਦਾ। ਤਾਂ ਉਹ ਸਾਰੇ ਦਾ ਸਾਰਾ ਅੱਗੋਂ ਪਾਸ ਹੋਏਗਾ ਤਾਂ ਹੀ ਉਹ ਖੂਨ ਵਾਪਸ ਲਏਗਾ ਦਿਲ ਕੋਲ ਤਾਂ ਉਨੀ ਕਿਸਮਤ ਹੈ। ਜੇ ਉਹ ਖੂਨ ਨਿਕਲੇਗਾ ਹੀ ਨਹੀਂ, ਅੱਗੋਂ ਹੀ ਅੜ ਗਿਆ ਤਾਂ ਫਿਰ ਪਿੱਛੋਂ ਆਏਗਾ ਵੀ ਨਹੀਂ, ਸਾਰਾ ਸਿਸਟਮ ਹੀ ਸਲੋ ਹੋ ਜਾਏਗਾ। ਫਿਰ ਤਾਂ ਤੇ ਸਲੋ ਹੋ ਜਾਏਗਾ ਤਾਂ ਬੰਦਾ ਜਿਹੜਾ ਖਤਰੇ 'ਚ ਪੈ ਗਿਆ, ਤੇ ਕੁਦਰਤ ਨਹੀਂ ਚਾਹੁੰਦੀ ਵੀ ਖਤਰੇ 'ਚ ਪਵੇ। ਸੋ ਬੀਪੀ ਵਧਣਾ ਬਿਮਾਰੀ ਨਹੀਂ ਹੈ, ਬੀਪੀ ਵਧਣਾ ਤੁਹਾਨੂੰ ਪ੍ਰੋਟੈਕਟ ਕਰਨ ਦਾ ਮੈਕੈਨਿਜ਼ਮ ਹੈ ਨੇਚਰ ਦਾ, ਕਿ ਤੁਸੀਂ ਕੋਈ ਗੜਬੜ ਕੀਤੀ, ਉਸ ਕਰਕੇ ਤੁਹਾਡੀਆਂ ਖੂਨ ਨਾੜਾਂ ਜਿਹੜੀਆਂ ਨੇ ਉਹ ਭੀੜੀਆਂ ਹੋ ਗਈਆਂ ਨੇ, ਜਾਂ ਲਚਕ ਘਟ ਗਈ ਉਹਨਾਂ ਦੀ। ਤਾਂ ਉਹ ਕੁਦਰਤ ਨੂੰ ਉਹ ਤੁਹਾਨੂੰ ਜਿਉਂਦਾ ਰੱਖਣ ਲਈ, ਤੁਹਾਡਾ ਸਾਰਾ ਕੰਮ ਚੱਲਦਾ ਰੱਖਣ ਲਈ ਉਹਨੂੰ ਪ੍ਰੈਸ਼ਰ ਵਧਾਉਣਾ ਪਿਆ। ਸੋ ਵਧਿਆ ਹੋਇਆ ਬਲੱਡ ਪ੍ਰੈਸ਼ਰ ਬਿਮਾਰੀ ਨਹੀਂ ਹੈ, ਵਧਿਆ ਹੋਇਆ ਜਿਹੜੇ ਖੂਨ ਨਾੜਾਂ ਦੀ ਲਚਕ ਖਤਮ ਹੋ ਰਹੀ ਹੈ, ਖੂਨ ਨਾੜਾਂ ਦੀ ਜਿਹੜਾ ਡਾਇਆਮੀਟਰ ਉਹਦੇ ਅੰਦਰਲਾ ਜਿਹੜਾ ਉਹ ਭੀੜਾ ਹੋ ਰਿਹਾ, ਉਹ ਬਿਮਾਰੀ ਹੈ। ਸੋ ਇਹ ਨੁਕਤਾ ਜਿਹੜਾ ਹੈ ਇਹ ਬਹੁਤ ਜ਼ਿਆਦਾ ਸਮਝਣਾ ਜ਼ਰੂਰੀ ਹੈ, ਕਿਉਂਕਿ ਜਦ ਇਹਨੂੰ ਨਹੀਂ ਸਮਝਾਂਗੇ ਆਪਾਂ ਤਾਂ ਜਿਹੜੀ ਬੀਪੀ ਘਟਾਉਣ ਵਾਲੀਆਂ ਦਵਾਈਆਂ ਖਾਣ ਦਾ ਵਰਤਾਰਾ ਹੈ ਕਿ ਬੀਪੀ ਦੀ ਰੀਡਿੰਗ ਘਟਾ ਦਿਓ, ਇਹਦਾ ਮਤਲਬ ਕੀ ਕਰ ਰਹੇ ਹੋ? ਤੁਸੀਂ ਕਰ ਕੀ ਰਹੇ ਹੋ? ਕਿ ਕੁਦਰਤ ਨੇ ਤਾਂ ਬੀਪੀ ਵਧਾਇਆ, ਕਿਸ ਕੰਮ ਲਈ ਵਧਾਇਆ? ਕਿ ਤੁਹਾਡੇ ਸਰੀਰ ਦੇ ਉਹ ਸਿਰੇ ਤੱਕ ਖੂਨ ਕੱਲੇ ਸੈੱਲ ਤੱਕ ਪਹੁੰਚ ਜਾਵੇ, ਕਿਉਂਕਿ ਤੁਹਾਡੀਆਂ ਨਾੜਾਂ ਜਿਹੜੀਆਂ ਸੀਗੀਆਂ ਉਹ ਭੀੜੀਆਂ ਹੋ ਗਈਆਂ ਨੇ, ਲਚਕ ਖਰਾਬ ਹੋ ਗਈ ਉਹਦੀ, ਉਹ ਰਿਸੀਵ ਹੀ ਨਹੀਂ ਕਰ ਰਹੀਆਂ। ਜੋ ਦਿਲ ਖੂਨ ਪੰਪ ਕਰਦਾ ਹੈ, ਅੱਗੋਂ ਉਹ ਨਾੜਾਂ ਭੀੜੀਆਂ ਹੋ ਕੇ ਉਹਨਾਂ ਰਿਸੀਵ ਨਹੀਂ ਕਰ ਰਹੀਆਂ, ਤੇ ਦਿਲ ਲਈ ਤਾਂ ਸਮੱਸਿਆ ਖੜੀ ਹੋ ਗਈ। ਉਹ ਖੂਨ ਵਿੱਚੇ ਰਹਿ ਜਾਏਗਾ, ਪਿੱਛੋਂ ਹੋਰ ਲੈਣਾ ਉਹਨੇ, ਜਿਹੜਾ ਪਿੱਛੇ ਵਾਪਸ ਆ ਰਿਹਾ ਖੂਨ ਹੈ ਉਹ ਨਹੀਂ ਘੱਟ ਲੈ ਸਕੇਗੀ। ਫਿਰ ਕੀ ਹੋਏਗਾ? ਇਹਦਾ ਮਤਲਬ ਤੁਸੀਂ ਤਾਂ ਤੁਰ ਵੀ ਨਹੀਂ ਸਕੋਗੇ। ਹੁਣ ਆਪਾਂ ਕਹਿੰਦੇ ਨਾ ਦਿਲ ਦੇ ਮਰੀਜ਼ ਨੂੰ ਕਹਿੰਦੇ ਆਪਾਂ, ਜਾਂ ਬੀਪੀ ਵਾਲੇ ਮਰੀਜ਼ ਨੂੰ ਕਹਿੰਦੇ ਆ ਕਿ ਇਹ ਮੈਨੂੰ ਜੀ ਸਾਹ ਚੜ੍ਹਨ ਲੱਗ ਗਿਆ। ਪਹਿਲਾਂ ਹਲਕਾ ਜਿਹਾ ਭੱਜਣ 'ਤੇ ਸਾਹ ਚੜ੍ਹਦਾ, ਫਿਰ ਤੁਰਨ 'ਤੇ ਵੀ ਸਾਹ ਚੜ੍ਹਨ ਲੱਗ ਜਾਂਦਾ, ਫਿਰ ਬੈਠੇ ਵੀ ਸਾਹ ਚੜ੍ਹਨ ਲੱਗ ਜਾਂਦਾ। ਇਹਦਾ ਮਤਲਬ ਕੀ ਹੈ ਕਿ ਜਿਹੜਾ ਖੂਨ ਦਾ ਦੌਰਾ ਸੀਗਾ ਉਹ ਨਾ ਤਾਂ ਖੂਨ ਭੇਜ ਪਾ ਰਿਹਾ, ਉਹ ਭੇਜ ਨਹੀਂ ਪਾ ਰਿਹਾ ਪ੍ਰੋਪਰਲੀ, ਤਾਂ ਰਿਸੀਵ ਵੀ ਨਹੀਂ ਕਰ ਪਾ ਰਿਹਾ। ਸੋ ਇਹਦਾ ਮਤਲਬ ਕੀ ਹੋਇਆ ਕਿ ਜੜ ਹੈ ਜਿਹੜੀ ਬਿਮਾਰੀਆਂ ਦੀ ਉਹ ਖੂਨ ਦੀਆਂ ਨਾੜਾਂ 'ਚ ਹੈ, ਨਾ ਕਿ ਬੀਪੀ 'ਚ ਹੈ। ਬੀਪੀ ਕੁਦਰਤ ਨੇ ਵਧਾਇਆ ਸੀ, ਉਸ ਖੂਨ ਦੀਆਂ ਨਾੜਾਂ ਨੂੰ ਦੀ ਜਿਹੜੀ ਬਿਮਾਰੀ ਹੋ ਗਈ, ਤੁਹਾਨੂੰ ਖੂਨ ਦੀਆਂ ਨਾੜਾਂ ਦੀ ਲਚਕ ਖਤਮ ਹੋਈ, ਜਾਂ ਖੂਨ ਦੀਆਂ ਨਾੜਾਂ ਦਾ ਡਾਇਆਮੀਟਰ ਘਟ ਗਿਆ, ਉਹਨੂੰ ਹੁੰਦਿਆਂ ਹੋਇਆ ਵੀ ਤੁਹਾਨੂੰ ਜਿਉਂਦੇ ਰੱਖਣ ਲਈ। ਯਾਨੀ ਕਿ ਬੀਪੀ ਦਾ ਵਧਣਾ ਕੁਦਰਤ ਦਾ ਪ੍ਰੋਟੈਕਟਿਵ ਮੈਕੈਨਿਜ਼ਮ ਹੈ, ਡਿਫੈਂਸ ਮੈਕੈਨਿਜ਼ਮ ਹੈ, ਬਿਮਾਰੀ ਨਹੀਂ ਹੈ ਉਹ। ਇਹ ਗੱਲ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਜੇ ਆਪਾਂ ਇਸ ਗੱਲ ਨੂੰ ਸਮਝ ਗਏ ਤਾਂ ਆਪਾਂ ਬੀਪੀ ਦੇ ਇਲਾਜ ਨੂੰ ਸਮਝ ਜਾਵਾਂਗੇ, ਨਹੀਂ ਤਾਂ ਫਿਰ ਅਸੀਂ ਖੂਨ ਬੀਪੀ ਦਾ ਰੀਡਿੰਗ ਘਟਾਉਣ ਵਾਲੀ ਗੋਲੀ ਖਾਈ ਜਾਓ, ਗੋਲੀ ਖਾ ਕੇ ਤੁਸੀਂ ਉਲਟਾ ਕਰ ਰਹੇ ਹੋ। ਕੁਦਰਤ ਦਾ ਬੀਪੀ ਵਧਾ ਕੇ ਤੁਹਾਡਾ ਕੰਮ ਚੱਲਦਾ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਬੀਪੀ ਘਟਾਈ ਜਾ ਰਹੇ ਹੋ। ਕਰ ਕੀ ਰਹੇ ਹੋ ਤੁਸੀਂ? ਤਾਂ ਉਹਦਾ ਨੈਟ ਰਿਜ਼ਲਟ ਕੀ ਆ ਗਿਆ? ਹੁਣ ਸਟੱਡੀਜ਼ ਆ ਗਈਆਂ ਕਿ ਬੀਪੀ ਦੀਆਂ ਗੋਲੀਆਂ ਖਾ ਕੇ ਜਿਹੜਾ ਤੁਸੀਂ ਬੀਪੀ ਘਟਾਉਂਦੇ ਹੋ, ਉਹਦੇ ਨਾਲ ਨਾ ਤਾਂ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ, ਨਾ ਤੁਹਾਡੇ ਅੰਗਾਂ ਦੇ ਉੱਪਰ ਅੱਛਾ ਅਸਰ ਹੁੰਦਾ, ਅਤੇ ਨਾ ਤੁਹਾਡੀ ਉਮਰ ਲੰਬੀ ਹੁੰਦੀ ਹੈ। ਸੋ ਬੀਪੀ ਦੀਆਂ ਗੋਲੀਆਂ ਨਾਲ ਬੀਪੀ ਘਟਾ ਕੇ ਇਲਾਜ ਕਰਨਾ ਜਿਹੜਾ ਉਹ ਨਿਖਿੱਧ ਇਲਾਜ ਹੈ। ਜਦੋਂ ਆਪਾਂ ਸ਼ੂਗਰ 'ਚ ਕਿਹਾ ਸੀਗਾ ਕਿ ਸ਼ੂਗਰ ਦੀਆਂ ਗੋਲੀਆਂ ਖਾ ਕੇ
ਸ਼ੂਗਰ ਦੀ ਰੀਡਿੰਗ ਨੂੰ ਲੋ ਰੱਖਣਾ ਬਹੁਤ ਹੀ ਨਿਖਿੱਧ ਇਲਾਜ ਹੈ, ਕਿਉਂਕਿ ਕੁਦਰਤ ਸ਼ੂਗਰ ਵਧਾ ਰਹੀ ਹੈ ਕਿਸੇ ਕੰਮ ਲਈ, ਕਿਸੇ ਮਕਸਦ ਲਈ। ਇਸ ਤਰ੍ਹਾਂ ਕੁਦਰਤ ਸ਼ੂਗਰ BP ਵਧਾ ਰਹੀ ਹੈ ਕਿਸੇ ਮਕਸਦ ਲਈ, ਹੁਣ ਤੁਸੀਂ ਉਹਨੂੰ ਅੱਗੇ ਘੱਟ ਕਰ ਰਹੇ ਹੋ, ਇਹਦਾ ਮਤਲਬ ਤੁਸੀਂ ਕੁਦਰਤ ਦਾ ਵਿਰੋਧ ਕਰ ਰਹੇ ਹੋ। ਅਤੇ ਵਿਰੋਧ ਕਰਕੇ ਕੀ ਕਰ ਰਹੇ ਹੋ ਆਪਣੇ ਆਪ ਲਈ? ਆਰਜੀ ਤੌਰ 'ਤੇ ਤਾਂ ਤੁਹਾਨੂੰ ਲੱਗਿਆ ਵੀ ਮੇਰਾ BP ਠੀਕ ਹੋ ਗਿਆ, ਲੇਕਿਨ ਲੰਬੇ ਸਮੇਂ 'ਚ ਕੀ ਕਰ ਰਹੇ ਹੋ ਤੁਸੀਂ ਉਲਟਾ ਆਪਣਾ ਨੁਕਸਾਨ ਆਪ ਕਰ ਰਹੇ ਹੋ। ਅਤੇ ਉਹਦੀਆਂ ਖੋਜਾਂ ਵੀ ਆ ਗਈਆਂ ਹੁਣ। ਇੱਕ ਤਾਂ ਆਪਾਂ ਉਹਦੇ ਇੱਕ ਲੌਜੀਕਲੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ BP ਨੂੰ ਘਟਾਉਣਾ, ਰੀਡਿੰਗ ਘਟਾਉਣੀ ਆਪਣੇ ਆਪ 'ਚ ਕੋਈ ਮਸਲਾ ਨਹੀਂ ਹੈ। ਰੀਡਿੰਗ ਬਹੁਤ ਵੱਧਦੀ ਹੈ ਤਾਂ ਠੀਕ ਹੈ, ਰਿਸਕ ਹੈਗਾ। ਰੀਡਿੰਗ ਬਹੁਤ ਵਧੇਗੀ ਤਾਂ ਉਹ ਜਿਹੜੀ ਖੂਨ ਦੀ ਨਾੜੀ ਪਹਿਲਾਂ ਲਚਕ ਘਟੀ ਸੀ, ਹੁਣ ਉਹ ਫਟ ਜਾਏਗੀ। ਮਤਲਬ ਇੱਕ ਚੀਜ਼ ਜਿਹੜੀ ਹੈ ਜਿਹਦੇ 'ਚ ਲਚਕ ਹੈ ਨਹੀਂ, ਉਹਨੂੰ ਤੁਸੀਂ ਧੱਕੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹੋ BP ਦੇ ਸਿਰ 'ਤੇ, ਤਾਂ ਉਹ ਫਟ ਸਕਦੀ ਕਦੋਂ। ਲੇਕਿਨ ਉਸ ਤੋਂ ਪਹਿਲਾਂ ਦੀ ਜਿਹੜੀ ਸਥਿਤੀ ਹੈ, ਉਹ ਸਥਿਤੀ ਦੇ ਵਿੱਚ BP ਦਾ ਵਧਣਾ ਤੁਹਾਨੂੰ ਬਚਾਉਣ ਵਾਸਤੇ ਹੈ, ਤੁਹਾਨੂੰ ਮਾਰਨ ਵਾਸਤੇ ਨਹੀਂ ਹੈ। ਸੋ ਇਸ ਗੱਲ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਹਾਰਟ ਜਿਹੜਾ ਉਹ 1 ਮਿੰਟ ਦੇ ਵਿੱਚ 72 ਵਾਰੀ ਜਿਹੜਾ ਪੰਪ ਕਰਦਾ, ਇੰਨੇ ਮਿਲੀਲੀਟਰ ਜਿਹੜਾ ਉਹ ਖੂਨ ਜਿਹੜਾ ਉਹ ਪੰਪ ਕਰਕੇ ਉੱਥੇ ਭੇਜ ਦਿੰਦਾ। ਹਾਰਟ ਜਦੋਂ ਧੜਕਣ ਘਟ ਜਾਂਦੀ ਹੈ, ਇਹਦਾ ਮਤਲਬ ਹੈ ਫਿਰ ਉਹ ਵੀ ਜਿਹੜਾ ਪੰਪ ਘੱਟ ਕਰ ਰਿਹਾ, ਖੂਨ ਘੱਟ ਭੇਜ ਰਿਹਾ, ਅਤੇ ਉਹ ਵੀ ਕਿਤੇ ਨਾ ਕਿਤੇ ਬੋਡੀ ਦੇ ਅੰਦਰ ਜਿਹੜਾ ਉਹ ਨੁਕਸਾਨਦਾਇਕ ਹੈ। ਨੰਬਰ 1। ਨੰਬਰ 2 ਦੇ ਉੱਤੇ ਪਲਸ ਰੇਟ ਸਮਝਾਓ। ਜਿਹੜਾ ਪਲਸ ਜਿਹੜੀ ਚੈੱਕ ਕਰਕੇ ਦੱਸਦੇ ਨੇ, ਉਹ ਪਲਸ ਕੀ ਚੀਜ਼ ਹੁੰਦੀ ਹੈ? ਆਮ ਪਬਲਿਕ ਨੂੰ ਮੈਨੂੰ ਨਹੀਂ ਲੱਗਦਾ ਵੀ ਪਤਾ ਹੋਣਾ ਪਲਸ ਦਾ ਧੜਕਣਾ ਕੀ ਹੁੰਦਾ। ਉਹ ਜਿਹੜੀ ਪਲਸ ਦਾ ਮਤਲਬ ਇਹ ਹੁੰਦਾ, ਪਲਸ ਦਾ ਮਤਲਬ ਇੱਕ ਜਿਹਨੂੰ ਕਹਿੰਦੇ, ਜਿਵੇਂ ਆਪਾਂ ਕਹਿੰਦੇ ਹਾਂ ਪਾਣੀ 'ਚ ਜਦੋਂ ਆਪਾਂ ਕੋਈ ਮਾਰ ਦਈਏ ਰੋੜਾ, ਤਾਂ ਉਹਦੇ 'ਚ ਇੱਕ ਲਹਿਰ ਪੈਦਾ ਹੁੰਦੀ ਹੈ ਨਾ। ਉਹ ਲਹਿਰ ਕੀ ਹੁੰਦੀ ਕਿ ਪਾਣੀ ਦੇ ਵਿੱਚ ਜੇ ਰੋੜਾ ਮਾਰਿਆ, ਉੱਥੇ ਪਾਣੀ ਥੋੜ੍ਹਾ ਉਛਲਿਆ, ਤਾਂ ਉਹ ਲਹਿਰ ਜਿਹੜੀ ਅੱਗੇ ਜਾਂਦੀ ਹੌਲੀ ਹੌਲੀ ਕਮਜ਼ੋਰ ਹੋ ਜਾਂਦੀ ਹੈ। ਤਾਂ ਇਹ ਪਲਸ ਉਹੀ ਚੀਜ਼ ਹੈ ਕਿ ਹਾਰਟ ਨੇ ਜਦੋਂ ਬੀਟ ਕੀਤਾ, ਉਹਨੇ ਖੂਨ ਇੱਕਦਮ ਸਿੱਟਿਆ ਤੁਹਾਡੇ ਖੂਨ ਦੀਆਂ ਨਾੜਾਂ 'ਚ, ਤਾਂ ਉਹਦੀ ਪਲਸ ਉਹ ਖੂਨ ਦੀ ਨਾੜ ਫੈਲੀ, ਸਭ ਤੋਂ ਵੱਡੀ ਨਾੜ ਜਿਹੜੀ ਐਓਰਟਾ ਫੈਲੀ, ਉਹ ਫਲਾਓ ਜਿਹੜਾ ਹੈ ਉਹਦਾ ਫਲਾਓ ਹੋਇਆ ਨਾ, ਮੂਵਮੈਂਟ ਹੋਈ ਆ, ਉਹ ਮਗਰੇ ਫਿਰ ਉਹ ਦੂਜੀ ਵੇਵ ਆਈ, ਅੱਗੇ ਆਈ ਖੁੱਲ੍ਹਣ ਵਾਲੀ, ਪਿੱਛੇ ਆਈ ਬੰਦ ਹੋਣ ਵਾਲੀ, ਇੱਕ ਵੇਵ ਬਣ ਜਾਏਗੀ। ਉਹ ਵੇਵ ਜਦੋਂ ਟਰੈਵਲ ਕਰਦੀ ਹੈ ਅੱਗੇ ਦੀ ਅੱਗੇ ਤਾਂ ਉਹਨੂੰ ਅਸੀਂ ਪਲਸ ਕਹਿ ਦਿੰਦੇ ਹਾਂ। ਜਦੋਂ ਆਪਾਂ ਉਂਗਲੀ ਰੱਖਦੇ ਹਾਂ ਕਿਸੇ ਨਾੜੀ ਦੇ ਉੱਪਰ, ਗੁੱਟ ਦੇ ਉੱਪਰ, ਉਹ ਨਾੜੀ ਬਹੁਤ ਉੱਪਰ ਹੈ, ਗੁੱਟ 'ਤੇ ਆਪਾਂ ਦੇਖਦੇ ਹਾਂ ਆਮ ਤੌਰ 'ਤੇ ਮੈਂ ਰੱਖ ਐਂ ਕਰਕੇ ਦੇਖਦੇ ਹਾਂ ਖੂਨ ਦੀ ਨਾੜੀ। ਇੱਥੇ ਕਿਉਂਕਿ ਇੱਥੇ ਉਹ ਨਾੜੀ ਬਹੁਤ ਉੱਪਰ ਹੈ, ਅਤੇ ਉਹ ਤੁਹਾਨੂੰ ਮਹਿਸੂਸ ਹੁੰਦੀ ਹੈ ਵੀ ਹੁਣ ਖੂਨ ਗਿਆ, ਹੁਣ ਵਾਪਸ ਖੂਨ ਗਿਆ ਵਾਪਸ ਆ, ਤਾਂ ਉਹਨੂੰ ਆਪਾਂ ਪਲਸ ਕਹਿ ਦਿੰਦੇ ਹਾਂ। ਪਲਸ ਦਾ ਮਤਲਬ ਲਹਿਰ, ਛੋਟੇ ਹੋਣ ਦੀ ਅਤੇ ਚੌੜੇ ਹੋਣ ਦੀ, ਪੀੜੇ ਹੋਣ ਦੀ ਅਤੇ ਚੌੜੇ ਹੋਣ ਦੀ, ਪੀੜੇ ਹੋਣ ਦੀ ਅਤੇ ਚੌੜੇ ਹੋਣ ਦੀ। ਅਤੇ ਉਹ ਲਹਿਰ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਪੂਰੇ ਦਾ ਪੂਰਾ ਸਰਕੂਲੇਟਰੀ ਸਿਸਟਮ ਪਾਰਟੀਸਪੇਟ ਕਰਦਾ ਹੈ ਖੂਨ ਨੂੰ ਅੱਗੇ ਲਿਜਾਣ 'ਚ। ਇਕੱਲਾ ਦਿਲ ਨਹੀਂ ਪਹੁੰਚਾ ਸਕਦਾ। ਦਿਲ ਇਕੱਲਾ ਚਾਹੇਗਾ ਪਾਈਆ ਅੱਧੇ ਕਿਲੋ ਦਾ ਦਿਲ ਜਿਹੜਾ ਹੈ, ਉਹ ਜੇ ਇਕੱਲਾ ਕਹੇ ਵੀ ਮੈਂ ਪੂਰੇ ਆਪਣੇ ਜ਼ੋਰ 'ਤੇ ਸਿਰ 'ਤੇ ਹੀ ਪੈਰ ਤੱਕ ਖੂਨ ਪਹੁੰਚਾ ਦਾਂ, ਨਹੀਂ ਪਹੁੰਚਾ ਸਕਦਾ। ਕਿਉਂਕਿ ਜਦੋਂ ਹਾਰਟ ਨੇ ਕੱਢਤਾ, ਉੱਥੇ ਹਾਰਟ ਦਾ ਕੰਮ ਖਤਮ ਹੈ। ਉਸ ਤੋਂ ਅਗਲਾ ਕੰਮ ਕੌਣ ਲੈ ਲੈਂਦਾ? ਖੂਨ ਦੀਆਂ ਨਾੜਾਂ। ਸੋ ਖੂਨ ਦੀਆਂ ਨਾੜਾਂ ਵੀ ਹਾਰਟ ਵਾਂਗੂ ਹੀ ਧੜਕਦੀਆਂ ਨੇ। ਜਿੱਦਾਂ ਹਾਰਟ ਧੜਕਿਆ, ਉੱਦਾਂ ਹੀ ਖੂਨ ਦੀ ਨਾੜੀ ਦੇ ਅੰਦਰ ਜਿਹੜੀ ਹਾਰਟ ਤਾਂ ਇੱਕ ਪਹਿਲਾਂ ਜ਼ੋਰ ਲਾਇਆ, ਉਹਨੇ ਪੰਪ ਕੀਤਾ, ਫਿਰ ਵਾਪਸ ਖੁੱਲ੍ਹ ਗਿਆ, ਵਾਪਸ ਖੂਨ ਲੈਣ ਲਈ ਫਿਰ ਜ਼ੋਰ ਲਾਇਆ। ਤਾਂ ਉੱਦਾਂ ਹੀ ਜਿੱਦਾਂ ਹਾਰਟ ਨੇ ਜ਼ੋਰ ਲਾਇਆ, ਉੱਦਾਂ ਹੀ ਉਹ ਅੱਗੇ ਖੂਨ ਦੀਆਂ ਨਾੜਾਂ ਵੀ ਇੱਦਾਂ ਜ਼ੋਰ ਲਾਉਂਦੀਆਂ ਜਾਂਦੀਆਂ, ਅਤੇ ਅੱਗੇ ਖੂਨ ਜਾਈ ਜਾਂਦਾ। ਮਤਲਬ ਉਹਨਾਂ ਦੇ ਅੰਦਰ ਵੀ ਇੱਕ ਆਪਣੇ ਕਿਸਮ ਦਾ ਦਿਲ ਹੁੰਦਾ ਹਰੇਕ ਨਾੜ ਦੇ ਵਿੱਚ। ਬਿਲਕੁਲ, ਕੁਦਰਤ ਨੇ ਉਹ ਸਾਰੀ ਸਮਰੱਥਾ ਪਾਈ ਹੈ ਉਹਦੇ ਅੰਦਰ ਕਿ ਪੂਰੇ ਦਾ ਪੂਰਾ ਸਿਸਟਮ ਇਕੱਠਾ ਪਾਰਟੀਸਪੇਟ ਕਰਦਾ। ਅਤੇ ਜਦੋਂ ਉਹ ਖੂਨ ਦੀਆਂ ਨਾੜਾਂ ਸਖਤ ਹੋ ਜਾਂਦੀਆਂ ਨੇ, ਤਾਂ ਉਹਦੀ ਕਪੈਸਿਟੀ ਘਟੀ ਜਾਂਦੀ ਹੈ। ਸੋ ਇਸ ਤੋਂ ਪਹਿਲਾਂ ਕਿ ਦਿਲ ਬਿਮਾਰ ਹੋਵੇ, ਉਸ ਤੋਂ ਪਹਿਲਾਂ ਖੂਨ ਦੀਆਂ ਨਾੜਾਂ ਬਿਮਾਰ ਹੁੰਦੀਆਂ ਨੇ, ਫਿਰ ਬੈਕ ਪ੍ਰੈਸ਼ਰ ਪੈ ਕੇ ਫਿਰ ਦਿਲ ਖਰਾਬ ਹੁੰਦਾ। ਜਾਂ ਖੂਨ ਦੀ ਆਪਣੀ ਵੀ ਤਾਂ ਬਲੱਡ ਸਪਲਾਈ ਹੈ ਨਾ ਹਾਰਟ ਦੀ, ਜਿਹੜੀ ਹਾਰਟ ਨੂੰ ਜਿਉਂਦਾ ਰੱਖ ਰਹੀ ਹੈ। ਹਾਰਟ ਦੂਜਿਆਂ ਨੂੰ ਤਾਂ ਜਿਉਂਦਾ ਰੱਖ ਹੀ ਰਿਹਾ, ਲੇਕਿਨ ਹਾਰਟ ਨੂੰ ਆਪਣਾ ਆਪ ਜਿਉਂਦਾ ਰਹਿਣ ਲਈ ਵੀ ਇੱਕ ਬਲੱਡ ਸਪਲਾਈ ਚਾਹੀਦੀ ਹੈ। ਉਹ ਵੀ ਉਸੇ ਮਾਰ 'ਚ ਆਏਗੀ ਜਿਹੜੀ ਜਦੋਂ ਬਾਕੀ ਸਰੀਰ ਦੀ ਆ ਰਹੀ ਹੈ। ਤਾਂ ਸਾਰੇ ਸਰੀਰ ਦੀਆਂ ਨਾੜਾਂ ਖਰਾਬ ਹੁੰਦੀਆਂ ਨੇ। ਜਦੋਂ ਆਪਾਂ ਕਹਿੰਦੇ ਹਾਰਟ ਅਟੈਕ ਹੋ ਗਿਆ, ਉਹ ਇਸ ਕਰਕੇ ਆਪਾਂ ਜ਼ਿਆਦਾ ਹਾਰਟ ਅਟੈਕ ਨੂੰ ਜੋ ਮਹੱਤਤਾ ਦਿੱਤੀ ਹੈ ਕਿ ਹਾਰਟ ਦੀ ਬਲੱਡ ਸਪਲਾਈ ਘਟਣ ਨਾਲ ਬੰਦਾ ਮਰ ਸਕਦਾ ਫੌਰੀ। ਪਿੰਜਣੀਆਂ ਦੀ ਬਲੱਡ ਸਪਲਾਈ ਘਟਣ ਨਾਲ ਬੰਦਾ ਮਰਦਾ ਨਹੀਂ ਹੈ, ਉਹ ਤਾਂ ਸਿਰਫ ਪਿੰਜਣੀਆਂ ਦੁਖਣਗੀਆਂ, ਜਾਂ ਥਕਾਵਟ ਜਲਦੀ ਹੋਏਗੀ, ਜਾਂ ਤੁਸੀਂ ਤੁਰ ਨਹੀਂ ਸਕੋਗੇ, ਉਹ ਬੰਦਾ ਮਾਈਂਡ ਨਹੀਂ ਕਰਦਾ। ਲੇਕਿਨ ਜਦੋਂ ਖੂਨ ਦੀ ਜਿਹੜੀ ਦਿਲ ਦੀ ਸਪਲਾਈ ਅਗਰ ਮੰਨ ਲਓ ਘਟ ਗਈ, ਤਾਂ ਖੂਨ ਦਾ ਹਾਰਟ ਦਾ ਅਟੈਕ ਹੋ ਸਕਦਾ।
ਤਾਂ ਇਸ ਕਰਕੇ ਹਾਰਟ ਅਟੈਕ ਜਿਹੜਾ ਹੈ, ਇਹਦਾ ਮਤਲਬ ਇਹ ਨਹੀਂ ਕਿ ਹਾਰਟ ਅਟੈਕ ਦਾ ਮਤਲਬ ਕਿ ਸਿਰਫ ਹਾਰਟ ਦੀਆਂ ਜਿਹੜੀਆਂ ਖੂਨ ਦੀਆਂ ਨਾੜਾਂ ਨੇ ਉਹੀ ਭੀੜੀਆਂ ਨੇ। ਇਹਦਾ ਮਤਲਬ ਸਾਰੇ ਸਰੀਰ ਦੀਆਂ ਨਾੜਾਂ ਭੀੜੀਆਂ ਹੁੰਦੀਆਂ ਨੇ, ਸਾਰੇ ਸਰੀਰ ਦੀਆਂ ਨਾੜਾਂ ਦੀ ਲਚਕ ਖਤਮ ਹੁੰਦੀ ਆ। ਹਾਰਟ ਵੀ ਵਿੱਚ ਹੀ ਆ ਉਹਦੇ, ਉਹਨੂੰ ਆਪਾਂ ਹਾਰਟ ਅਟੈਕ ਕਹਿ ਦਿੰਦੇ ਹਾਂ, ਉਹਦੇ ਬਾਰੇ ਜ਼ਿਆਦਾ ਚਿੰਤਾ ਕਰਦੇ ਹਾਂ। ਲੇਕਿਨ ਜਿਹੜਾ ਬਾਕੀ ਥਾਵਾਂ 'ਤੇ ਬ੍ਰੇਨ ਦਾ ਹੈਗਾ ਤਾਂ ਬੰਦੇ ਦੀ ਮੈਮਰੀ ਵੀਕ ਹੋ ਜਾਏਗੀ, ਬੰਦਾ ਭੁੱਲਣਾ ਸ਼ੁਰੂ ਹੋ ਜਾਏਗਾ, ਬੰਦੇ ਦੇ ਨੂੰ ਗੱਲ ਯਾਦ ਨਹੀਂ ਆਏਗੀ, ਜਾਂ ਡਿਪਰੈਸ਼ਨ ਹੋਣਾ ਸ਼ੁਰੂ ਹੋ ਜਾਏਗਾ, ਜਾਂ ਕਿੰਨੀਆਂ ਅਲਾਮਤਾਂ ਹੋਣਗੀਆਂ ਜਿਹੜੀਆਂ ਬ੍ਰੇਨ ਨਾਲ ਜੁੜੀਆਂ ਹੋਈਆਂ ਨੇ। ਉਹ ਹੇਅਰ ਫਾਲ ਦਾ ਚਲੋ ਖੈਰ ਚਮੜੀ ਨਾਲ ਜੁੜਿਆ ਹੋਇਆ। ਉਸ ਤੋਂ ਬਾਅਦ ਜਿਹੜਾ ਤੁਹਾਡਾ ਜੇ ਕਿਤੇ ਅੱਖਾਂ ਦੇ ਰੈਟਨਾ ਤੇ ਹੋ ਗਿਆ ਤਾਂ ਅੱਖਾਂ ਦੀ ਨਿਗਾਹ 'ਤੇ ਫਰਕ ਪਊਗਾ। ਜੇ ਮਸਲ ਦਾ ਬਾਹਾਂ ਲੱਤਾਂ ਦੇ ਮਸਲ ਦਾ ਖੂਨ ਸਪਲਾਈ ਘੱਟ ਜੂਗੀ ਤਾਂ ਉੱਥੇ ਉਹ ਦੁਖਣੀਆਂ ਸ਼ੁਰੂ ਹੋ ਜਾਣਗੀਆਂ, ਜਾਂ ਉਨੀ ਪਾਵਰ ਨਹੀਂ ਰਹੇਗੀ, ਜਾਂ ਉਹਨਾਂ ਸਟੈਮਿਨਾ ਨਹੀਂ ਰਹੇਗਾ। ਸੋ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਖੂਨ ਦੀਆਂ ਨਾੜਾਂ ਦਾ ਵਰਤਾਰਾ। ਇਸ ਕਰਕੇ ਬਲੱਡ ਪ੍ਰੈਸ਼ਰ ਜਿਹੜਾ ਉਹ ਸੈਕੰਡਰੀ ਹੈ ਖੂਨ ਦੀਆਂ ਨਾੜਾਂ ਦੀ ਬਿਮਾਰੀ ਦੇ। ਸੋ ਆਪਾਂ ਇਹ ਕਹੀਏ ਕਿ ਬਲੱਡ ਵੈਸਲ ਡਿਜ਼ੀਜ਼ ਹੈ। ਜਿਹੜੀ BP ਹੈ, ਹਾਈ ਬਲੱਡ ਪ੍ਰੈਸ਼ਰ ਹੈ, ਉਹ ਬਲੱਡ ਵੈਸਲ ਡਿਜ਼ੀਜ਼ ਹੈ। BP ਡਿਜ਼ੀਜ਼ ਨਹੀਂ ਹੈ। ਬਲੱਡ ਵੈਸਲ ਜਿਹੜੀਆਂ ਖਰਾਬ ਹੋ ਗਈਆਂ ਨੇ, ਖੂਨ ਦੀਆਂ ਨਾੜਾਂ ਖਰਾਬ ਹੋ ਗਈਆਂ ਨੇ, ਉਹਦੀ ਇੱਕ ਬਾਹਰੀ ਰੂਪ ਹੈ, ਮਿਣਨ ਵਾਲਾ ਮਾਪਦੰਡ ਹੈ BP। ਜਦੋਂ BP ਵੱਧ ਗਿਆ ਇਹਦਾ ਮਤਲਬ ਸਪਸ਼ਟ ਹੋ ਗਿਆ ਕਿ ਤੁਹਾਡੀਆਂ ਜਿਹੜੀਆਂ ਖੂਨ ਦੀਆਂ ਨਾੜਾਂ ਨੇ ਉਹ ਪੀੜੀਆਂ ਹੋ ਰਹੀਆਂ ਨੇ। ਜਿਹੜੀ ਧੜਕਣ ਦੀ ਮੈਂ ਗੱਲ ਕੀਤੀ ਹੈ ਵੀ ਧੜਕਣ ਜਦੋਂ ਘਟ ਜਾਂਦੀ ਹੈ ਜਾਂ ਵੱਧ ਜਾਂਦੀ ਹੈ, ਉਹਦੇ ਨਾਲ ਕੀ ਨੁਕਸਾਨ ਹੁੰਦੇ ਨੇ ਉਹ ਚੀਜ਼? ਨਹੀਂ, ਧੜਕਣ ਜਿਹੜੀ ਵੱਧਦੀ ਘਟਦੀ ਉਹਦੇ ਕਈ ਕਾਰਨ ਹੋ ਸਕਦੇ ਆ। ਜਿਵੇਂ ਥਾਇਰਾਇਡ ਦਾ ਵਧਣਾ ਘਟਣਾ ਵੀ ਕਾਰਨ ਹੋ ਸਕਦਾ ਹੈ। ਬੰਦਾ ਗੁਸੈਲ ਹੋਵੇ, ਉਹਦੀ ਧੜਕਣ ਵੀ ਵੱਧ ਜਾਂਦੀ ਹੈ। ਗੁੱਸੇ 'ਚ ਕੀ ਹੁੰਦਾ ਕਿ ਮੰਨ ਲਓ ਤੁਹਾਨੂੰ ਕੋਈ ਗੁੱਸਾ ਆ ਰਿਹਾ, ਗੁੱਸਾ ਆਉਣ ਦਾ ਮਤਲਬ ਕੀ ਹੈ ਕਿ ਤੁਸੀਂ ਕੋਈ ਐਕਸ਼ਨ ਕਰਨਾ ਚਾਹ ਰਹੇ ਹੋ ਅਤੇ ਉਹਦੇ ਲਈ ਉਹ ਜਿਹੜਾ ਖੂਨ ਜ਼ਿਆਦਾ ਚਾਹੀਦਾ। ਕੋਈ ਵੀ ਕੰਮ ਕਰਨਾ ਖੂਨ ਚਾਹੀਦਾ ਤਾਂ ਬੋਡੀ ਤਿਆਰ ਕਰਦੀ ਉਹਨੂੰ। ਜੇ ਤੁਹਾਡੀ ਮਤਲਬ ਤੁਹਾਡਾ ਸੁਭਾਅ ਇਹੋ ਜਿਹਾ ਵੀ ਤੁਸੀਂ ਲੜਾਕੇ ਹੋ, ਤੁਹਾਡੀ ਹਰ ਵੇਲੇ ਤੁਸੀਂ ਐਂ ਪਰਸੀਵ ਕਰਦੇ ਹੋ ਬੰਦੇ ਨੂੰ ਵੀ ਉਹ ਬੰਦਾ ਤੁਹਾਨੂੰ ਕੋਈ ਨੁਕਸਾਨ ਪਹੁੰਚਾਏਗਾ, ਤਾਂ ਤੁਸੀਂ ਉਹਦੇ ਅਕੋਰਡਿੰਗਲੀ ਤਿਆਰ ਕਰਦੇ ਹੋ ਆਪਣੇ ਆਪ ਨੂੰ। ਤਾਂ ਉਹ ਇੱਕ ਮੈਂਟਲ ਮਾਈਂਡ ਦੇ ਰਾਹੀਂ ਵੀ ਹਾਰਟ ਰੇਟ ਕੰਟਰੋਲ ਕਰਦੀ ਹੈ ਬੋਡੀ। ਉਹ ਹਾਰਟ ਰੇਟ 72 ਹੈ ਨੋਰਮਲੀ, ਆਪਾਂ ਐਵਰੇਜ ਆ ਲਾਈਏ 72 ਮਤਲਬ ਰੇਂਜ ਹੈ ਉਹਦੀ, 72 ਔਸਤ ਹੈ ਉਹਦੀ। ਤਾਂ ਉਹ ਜੇ ਵੱਧ ਰਹਿੰਦਾ ਤਾਂ ਇਹਦਾ ਮਤਲਬ ਹੈ ਜਾਂ ਤਾਂ ਬੰਦਾ ਗੁਸੈਲ ਟਾਈਪ ਹੈ, ਲੜਾਕਾ ਹੈ, ਉਹ ਸ਼ਾਂਤ ਸੁਭਾਅ ਦਾ ਨਹੀਂ ਹੈ। ਜੋ ਸ਼ਾਂਤ ਸੁਭਾਅ ਦਾ ਹੋਏਗਾ, ਗੁਸੈਲ ਨਹੀਂ ਹੈ, ਜਾਂ ਤੁਸੀਂ ਜਾਂ ਰਾਤ ਨੂੰ ਸੁੱਤੇ ਪਏ ਹੋ ਆਰਾਮ ਨਾਲ, ਤਾਂ ਡਰਪੋਕ ਬੰਦੇ ਦਾ ਵੀ ਹਾਰਟ ਅਟੈਕ ਵਧੇਗਾ। ਕਿਉਂਕਿ ਡਰਪੋਕ ਬੰਦਾ ਵੀ ਜਿਹੜਾ ਉਹ ਹਮੇਸ਼ਾ ਹੀ ਥ੍ਰੈਟ ਪਰਸੀਵ ਕਰਦਾ ਰਹਿੰਦਾ, ਉਹਨੂੰ ਲੱਗਦਾ ਕਿ ਮੈਨੂੰ ਉਹਦਾ ਕੁਛ ਨਾ ਕੁਛ ਨੁਕਸਾਨ ਹੋਏਗਾ। ਤਾਂ ਉਹ ਹਾਰਟ ਰੇਟ ਜਿਹੜਾ ਉਹਦਾ ਜਿਹੜਾ ਬਹੁਤ ਜਿਹੜੀ ਹੈ ਉਹ ਜਾਂ ਜੇ ਥਾਇਰਾਇਡ ਦੇ ਅੰਦਰ ਜਿਹੜਾ ਥਾਇਰਾਇਡ ਜੇ ਘਟ ਜਾਵੇ, ਥਾਇਰਾਇਡ ਦਾ ਹਾਰਟ ਰੇਟ ਘਟ ਜਾਂਦਾ, ਥਾਇਰਾਇਡ ਵੱਧ ਜਾਵੇ ਹਾਰਟ ਰੇਟ ਵੱਧ ਜਾਂਦਾ, ਕਿ ਉਹ ਥਾਇਰਾਇਡ ਵੀ ਉਸੇ ਕੰਮ ਲਈ ਹੈ, ਤੁਹਾਨੂੰ ਤਿਆਰ ਕਰਨ ਲਈ ਹੈ। ਤਾਂ ਉਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹਾਰਟ ਰੇਟ ਵਾਲਾ ਇੱਦਾਂ ਹੁੰਦਾ। ਸੋ ਹਾਰਟ ਰੇਟ ਇਹਨਾਂ ਮੈਟਰ ਨਹੀਂ ਕਰਦਾ, ਲੇਕਿਨ BP ਬਹੁਤ ਮੈਟਰ ਕਰਦਾ। ਹਾਰਟ ਰੇਟ ਜਿਹੜਾ ਉਹਦਾ ਵੱਧਦਾ ਘਟਦਾ ਰਹਿੰਦਾ। ਅੱਛਾ, ਦੂਜੀ ਗੱਲ ਜਿਹੜੀ ਇੱਥੇ ਬੜੀ ਸਪਸ਼ਟ ਜਿਹੜੀ ਰੂਪ ਚ ਜਾਣਨੀ ਚਾਹੀਦੀ ਹੈ ਕਿ BP ਤੇ ਹਾਰਟ ਰੇਟ ਦੋਨੋਂ ਹੀ ਇਹ ਕਦੇ ਵੀ ਕੌਂਸਟੈਂਟ ਨਹੀਂ ਹੁੰਦੇ, ਵੱਧਦੇ ਘਟਦੇ ਰਹਿੰਦੇ ਆ। ਸੋ BP ਵੀ ਕਈ ਬੰਦੇ ਹੁੰਦੇ ਆ ਮਤਲਬ ਬੌਲਿਆਂ ਵਾਂਗੂ BP ਸਾਰਾ ਦਿਨ ਦੇਖੀ ਜਾਣਗੇ ਘੰਟੇ ਬਾਅਦ। ਇੱਕ ਤਾਂ BP ਬਾਰੇ ਬਹੁਤ ਜ਼ਿਆਦਾ ਸਨਕਪੁਣਾ ਕਰਨ ਨਾਲ ਵੈਸੇ BP ਵੱਧ ਜਾਏਗਾ। ਫਿਰ BP ਜਿਹੜਾ ਬਾਹਰ ਜੇ ਕੁਝ ਓਪਰਾ ਬੰਦਾ ਦੇਖੇਗਾ ਤੁਹਾਨੂੰ ਤਾਂ ਫਿਰ ਵੱਧ ਜਾਏਗਾ। ਉਹ ਇੱਕ ਬੜੀ ਮੈਡੀਸਨ ਦੀ ਹਿਸਟਰੀ ਦੇ ਅੰਦਰ ਇੱਕ ਉਦਾਹਰਣ ਹੈ। ਜਦੋਂ BP ਦੀਆਂ ਦਵਾਈਆਂ ਬਣਨ ਲੱਗੀਆਂ ਇੰਡਸਟਰੀ ਦੇ ਅੰਦਰ, ਤਾਂ ਇੰਡਸਟਰੀ ਨੇ ਇੱਕ ਬਹੁਤ ਚਾਲ ਚੱਲੀ। ਉਹ ਦਵਾਈਆਂ ਵਿਕਦੀਆਂ ਸੀ, BP ਉਦੋਂ ਹੁੰਦਾ ਹੀ ਨਹੀਂ ਸੀ ਖਾਸ ਕੋਈ, BP ਬਹੁਤ ਘੱਟ ਸੀਗਾ। ਤਾਂ ਉਹਨਾਂ ਨੇ ਆਪਣੀ ਸੇਲ ਵਧਾਉਣ ਲਈ ਸੋਹਣੀਆਂ ਨਰਸਾਂ ਕੀਤੀਆਂ ਭਰਤੀ, ਉਹਨਾਂ ਨੂੰ ਜਾ ਕੇ ਫੈਕਟਰੀਆਂ ਦੇ ਬਾਹਰ ਮੁਫਤ BP ਦੇਖਣ 'ਤੇ ਲਾਤਾ, ਚੈੱਕ ਕਰਨ 'ਤੇ। ਉਹ ਜਿਹੜਾ ਮਜ਼ਦੂਰ ਆਦਮੀ ਹੈ, ਵਰਕਰ ਆਦਮੀ ਹੈ, ਜੇ ਕੋਈ ਬਹੁਤ ਅਮੀਰ ਘਰ ਦੀ ਜਾਂ ਚੰਗੀ ਕੱਪੜੇ ਪਹਿਨੇ ਫੈਸ਼ਨਦਾਰ ਇੱਕ ਨਰਸ ਜਾਂ ਡਾਕਟਰ ਉਹਨਾਂ ਦਾ BP ਦੇਖੇਗੀ ਤਾਂ BP ਬੰਦਾ ਵਧੇਗਾ। ਤਾਂ ਉਹ ਉਹਨਾਂ ਨੇ ਮਤਲਬ ਇਹ ਤਾਂ ਉਹ ਮੇਰਾ ਮਤਲਬ ਇਹ ਕਹਿਣ ਤੋਂ ਹੈ ਕਿ BP ਜਾ ਕੇ ਤੁਸੀਂ ਕਿਸੇ ਡਾਕਟਰ ਨੂੰ ਦਿਖਾਉਂਦੇ ਹੋ, ਜਦੋਂ ਤੁਹਾਨੂੰ ਕੋਈ ਟੱਚ ਕਰਦਾ ਹੈ, ਤੁਸੀਂ ਟੱਚ ਨੂੰ ਕਿਵੇਂ ਪਰਸੀਵ ਕਰਦੇ ਹੋ, ਉਸ ਗੱਲ 'ਤੇ ਵੀ ਨਿਰਭਰ ਕਰੇਗਾ। BP ਵੱਧ ਜਾਏਗਾ, ਤੁਹਾਡਾ ਹਾਰਟ ਰੇਟ ਵੀ ਵੱਧ ਜਾਏਗਾ। ਸੋ ਇਹ ਜਿਉਂਦੇ ਹੋਣ ਦੀ ਨਿਸ਼ਾਨੀ ਹੈ BP ਦਾ ਵਧਣਾ ਘਟਣਾ। ਜੇ ਤੁਸੀਂ ਗੁੱਸੇ 'ਚ ਹੋ, ਜੇ ਤੁਹਾਡੇ ਕੋਲ ਐਮਰਜੈਂਸੀ ਆ ਗਈ, ਜੇ ਤੁਹਾਨੂੰ ਕੋਈ ਇੱਕਦਮ ਤੁਹਾਨੂੰ ਐਂ ਲੱਗਦਾ ਤੁਹਾਨੂੰ ਭੱਜਣਾ ਪੈਣਾ, ਜਾਂ ਤੁਹਾਨੂੰ ਕਿਸੇ ਨਾਲ ਲੜਨਾ ਪੈਣਾ, ਤਾਂ BP ਵੱਧ ਜਾਏਗਾ ਪਹਿਲਾਂ ਹੀ, ਐਡਵਾਂਸ ਹੀ। ਉਸ ਤੋਂ ਪਹਿਲਾਂ ਹੀ ਵੱਧ ਜਾਏਗਾ। ਇਹ ਨਹੀਂ ਵੀ ਭੱਜਣ ਵੇਲੇ ਵਧੇਗਾ। ਮੰਨ ਲਓ ਤੁਹਾਨੂੰ ਆਪਾਂ ਨੂੰ ਕੋਈ ਦੂਰੋਂ ਸੱਪ ਦਿਖ ਗਿਆ, ਹੁਣ ਸੱਪ ਨੂੰ ਦੇਖ ਕੇ ਆਪਾਂ ਨੂੰ ਦੌੜਨਾ ਪੈਣਾ ਇੱਥੋਂ, ਤਾਂ ਉਹ ਦੌੜਨਾ ਤਾਂ ਬਾਅਦ ਦੀ ਗੱਲ ਹੈ। ਦੌੜਨ ਤੋਂ ਪਹਿਲਾਂ ਹੀ ਹਾਰਟ ਰੇਟ ਤੇ BP ਵਧਣਾ ਸ਼ੁਰੂ ਹੋ ਜਾਣਗੇ।
ਕਿਉਂਕਿ ਸਰੀਰ ਨੇ ਦੇ ਅੰਦਰੋਂ ਮੈਕੈਨਿਜ਼ਮ ਹੈ ਫਾਈਟ ਔਰ ਫਲਾਈਟ ਕਹਿੰਦੇ ਨੂੰ, ਫਾਈਟ ਔਰ ਫਲਾਈਟ, ਵੀ ਲੜੋ ਜਾਂ ਦੌੜ ਜਾਓ। ਜਦੋਂ ਤੁਹਾਨੂੰ ਕੋਈ ਥ੍ਰੈਟ ਹੁੰਦੀ ਹੈ, ਤੁਹਾਡੀ ਸਰਵਾਈਵਲ ਨੂੰ, ਤੁਹਾਨੂੰ ਕੋਈ ਨੁਕਸਾਨ ਹੋ ਸਕਦਾ ਹੈ, ਤਾਂ ਕੁਦਰਤ ਨੇ ਇੱਕ ਸਿਸਟਮ ਅੰਦਰ ਡਿਵੈਲਪ ਕੀਤਾ ਹੋਇਆ, ਉਹਨੂੰ ਕਹਿੰਦੇ ਫਾਈਟ ਐਂਡ ਫਲਾਈਟ ਫਿਨੋਮੀਨਾ, ਵੀ ਲੜੋ ਜਾਂ ਦੌੜ ਜਾਓ। ਤਾਂ ਲੜੋ ਜਾਂ ਦੌੜ ਜਾਓ, ਇਸ ਤੋਂ ਪਹਿਲਾਂ ਕਿ ਤੁਸੀਂ ਲੜਨਾ ਸ਼ੁਰੂ ਕਰੋ ਜਾਂ ਦੌੜਨਾ ਸ਼ੁਰੂ ਕਰੋ, ਉਸ ਤੋਂ ਪਹਿਲਾਂ ਹੀ ਕੁਦਰਤ ਤੁਹਾਨੂੰ ਤਿਆਰ ਕਰ ਦਿੰਦੀ ਹੈ ਐਡਵਾਂਸ ਹੀ, ਤਾਂ ਕਿ ਤੁਹਾਨੂੰ ਕੋਈ ਉਹਦੇ 'ਚ ਕੋਈ ਦਿੱਕਤ ਨਾ ਆਵੇ। ਤਾਂ ਉਹ ਇਸ ਕਰਕੇ ਜਿਹੜਾ BP ਦੀ ਅਪ ਡਾਊਨ ਹੋਣਾ ਜਿਹੜਾ, ਉਹ ਤੋਂ ਬਹੁਤ ਲੋਕ ਘਬਰਾ ਜਾਂਦੇ ਆ ਵੀ ਕਦੀ ਮੇਰਾ BP ਇੰਨਾ ਹੁੰਦਾ। ਆਮ ਤੌਰ ਸਾਡੇ ਕੋਲ ਮਰੀਜ਼ ਆਉਣਗੇ, ਕਹਿਣਗੇ ਕਦੇ ਮੇਰਾ BP ਵੱਧ ਜਾਂਦਾ ਜੀ, ਕਦੀ ਘਟ ਜਾਂਦਾ ਜੀ, ਕਦੀ ਵੱਧ ਜਾਂਦਾ ਜੀ, ਕਦੀ ਘਟ ਜਾਂਦਾ ਜੀ। ਤਾਂ ਉਹ ਇਹ ਪੋਸੀਬਲ ਨਹੀਂ ਹੈ, ਕਿਉਂਕਿ ਜਿਹਦਾ ਬੰਦਾ BP ਵੱਧਦਾ ਤਾਂ ਵੱਧਦਾ ਹੀ ਹੋਊਗਾ, ਘਟ ਕਿਵੇਂ ਸਕਦਾ। ਉਹ ਵੱਧ ਘੱਟ ਜਿਹਨੂੰ ਇੰਟਰਪ੍ਰੀਟੇਸ਼ਨ ਕਰਦੇ ਆ ਉਹ ਵੱਧਣਾ ਘਟਣਾ ਨਾਰਮਲ ਹੈ। BP ਵਧੇਗਾ ਵਧੇ ਘਟੇਗਾ ਜੀ। ਜੇ ਤੁਸੀਂ ਸਵੇਰੇ ਤੜਕੇ ਉੱਠਣ ਸਾਰ BP ਲਾਓਗੇ, ਜੇ ਤੁਹਾਡੀ ਪੀਸਫੁਲ ਸਲੀਪ ਹੈ, ਤਾਂ ਜੇ ਤੁਹਾਡੀ ਸਲੀਪ ਹੀ ਡਿਸਟਰਬਡ ਹੈ ਤਾਂ ਉੱਠਣ ਸਾਰ ਵੀ ਜ਼ਿਆਦਾ ਹੋਊਗਾ। ਜੇ ਤੁਹਾਡੀ ਪੀਸਫੁਲ ਸਲੀਪ ਹੈ ਤਾਂ ਤੁਸੀਂ ਉੱਠਣ ਸਾਰ BP ਕਰੋਗੇ, ਅਸਲ BP ਉਹ ਹੈ ਰੀਅਲ BP। ਉਹ ਜਿਹੜਾ BP ਤੁਹਾਡਾ ਦਿਨ 'ਚ ਹੁੰਦਾ ਹੈ, ਉਹ ਡਿਪੈਂਡ ਕਰੇਗਾ ਤੁਹਾਡੇ ਮੂਡ 'ਤੇ, ਤੁਹਾਡੀਆਂ ਸਰਾਊਂਡਿੰਗਸ 'ਤੇ, ਤੁਹਾਡੇ ਮੌਸਮ 'ਤੇ, ਬਹੁਤ ਸਾਰੀਆਂ ਗੱਲਾਂ ਦੇ ਉੱਪਰ ਨਿਰਭਰ ਕਰੇਗਾ। ਇਸ ਕਰਕੇ ਉਹਦੇ ਤੋਂ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਮੇਰਾ BP ਵੱਧ ਘਟ ਜਾਂਦਾ ਜੀ। ਅਰਲੀ ਮਾਰਨਿੰਗ ਦਾ BP ਦੇਖੋ, ਜੇ ਅਰਲੀ ਮਾਰਨਿੰਗ BP ਥੋੜ੍ਹਾ ਜ਼ਿਆਦਾ ਹੈ ਤਾਂ ਉਹਨੂੰ ਚਿੰਤਾ ਕਰੋ। ਦੂਜੀ ਗੱਲ, ਜ਼ਿਆਦਾ ਥੋੜ੍ਹੇ ਦੇ ਜਿਹੜਾ ਮਸਲਾ ਹੈ, ਉਹ ਜਦੋਂ ਮੈਂ MBBS ਕਰਕੇ ਨਿਕਲਿਆ ਸੀਗਾ, ਸਾਨੂੰ ਪੜ੍ਹਾਉਂਦੇ ਸੀ 160-100। ਅਸੀਂ ਕਹਿੰਦੇ ਸੀ ਉਮਰ ਜਮਾ 100, ਉਹਨਾਂ ਉੱਪਰਲਾ BP ਤੇ ਥੱਲੜਾ 90 ਤੋਂ ਉੱਪਰ, ਤਾਂ ਬੰਦੇ ਦਾ ਇਲਾਜ ਕਰੋ। ਜੇ ਮੰਨ ਲਓ 60 ਸਾਲ ਦਾ ਬੰਦਾ ਹੈ ਤਾਂ 160-90 हो गया। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादर वली, और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज, जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान
सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। 60 ਸਾਲ ਦੇ ਬੰਦੇ ਦਾ ਬੀਪੀ ਅਗਰ 160 ਤੋਂ 160 90 ਹੈ ਤਾਂ ਉਹਦਾ ਇਲਾਜ ਕਰਨਾ ਹੈ, ਨਹੀਂ ਤਾਂ ਨਹੀਂ ਇਲਾਜ ਕਰਨਾ। ਨਹੀਂ ਉਹਨੂੰ ਕਹਿਣਾ ਵੀ ਤੂੰ ਆਪਣਾ ਭਾਈ ਲਾਈਫ ਸਟਾਈਲ ਬਦਲ, ਕੋਈ ਸੈਰ ਕਰਿਆ ਕਰ, ਚੰਗਾ ਖਾਇਆ ਕਰ, ਇਹ ਉਹ। ਅੱਜ ਕੀ ਕੀਤਾ ਇਹਨਾਂ ਨੇ? 120 80 ਜਦੋਂ ਕ੍ਰਾਸ ਕਰਨ ਲੱਗਦਾ ਨਾਲ ਦੀ ਨਾਲ ਬੀਪੀ ਦੀ ਗੋਲੀ ਪਾ ਦਿੰਦੇ ਆ। ਮਤਲਬ ਇਹ ਵੀ ਇੱਕ ਚੇਂਜ ਕੀਤਾ, ਜਿਸ ਤਰ੍ਹਾਂ ਸ਼ੂਗਰ ਦੀ ਰੀਡਿੰਗ ਜਿਹੜੀ ਘਟਾਈ ਗਈ, ਇਸੇ ਤਰ੍ਹਾਂ ਇਹਦੀ ਵੀ ਹੈ। ਬਿਲਕੁਲ ਸ਼ੂਗਰ ਦੀ ਰੀਡਿੰਗ ਨਾਲ ਵੀ ਇਹੀ ਕੁਝ ਕੀਤਾ ਗਿਆ ਤੇ ਬੀਪੀ ਦੀ ਰੀਡਿੰਗ ਨਾਲ ਕੁਝ ਕੀਤਾ ਗਿਆ। ਉਹ ਇੱਕ ਜਿਹੜੀ ਕੀਤੀ ਹੈ ਸ਼ਰਾਰਤ, ਇਹ ਮੈਡੀਸਨ ਦੀ ਹਿਸਟਰੀ ਪਿਛਲੇ 50 ਸਾਲ 'ਚ 3-4 ਵਾਰੀ ਹੋ ਚੁੱਕੀ ਹੈ ਕਿ 5-10 ਬੀਪੀ ਵਧਾ ਦਿੰਦੇ ਆ, 5-10 ਸ਼ੂਗਰ ਵਧਾ ਦਿੰਦੇ ਆ। ਉਹਦੇ ਨਾਲ ਹੀ ਲੱਖਾਂ ਨਵੇਂ ਕਸਟਮਰ ਜਿਹੜੇ ਨੇ, ਲੱਖਾਂ ਨਵੇਂ ਗਾਹਕ ਪੈਦਾ ਹੋ ਜਾਂਦੇ ਆ। ਸੋ ਇਹ ਗਾਹਕਾਂ ਨੂੰ ਵਧਾਉਣ ਦਾ ਇੱਕ ਬਹੁਤ ਹੀ ਜਿਹੜਾ ਹੈ ਘਟੀਆ ਕਿਸਮ ਦਾ ਟੈਕਟਿਕਸ ਹੈ, ਜਿਹਦੇ ਪਿੱਛੇ ਕੋਈ ਸਾਇੰਸ ਨਹੀਂ ਹੈ। ਕਿੰਨਾ ਕਿਉਂ ਵਧਾਉਂਦੇ ਆ, ਕੋਈ ਦਲੀਲ ਨਹੀਂ ਹੈ। ਵੀ ਤੁਸੀਂ ਪਹਿਲਾਂ ਕਹਿੰਦੇ ਸੀ 160-100 ਨੂੰ ਕਰਨਾ ਚਾਹੀਦਾ ਇਲਾਜ, ਤੇ ਹੁਣ ਤੁਸੀਂ ਕਹਿ ਰਹੇ ਵੀ 120-80 ਦਾ ਇਲਾਜ ਕਰਨਾ ਚਾਹੀਦਾ। ਉਹਦਾ ਕੋਈ ਦਲੀਲ ਤਾਂ ਦੇ ਦਿਓ ਕੋਈ। ਵਧਾਉਂਦੇ ਕੌਣ ਨੇ? ਉਹ ਉੱਥੇ ਬੈਠੇ ਹੁੰਦੇ ਉਹੀ, ਉਹ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਕੁਛ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹ 'ਚ ਕਾਰਪੋਰੇਟ ਦੇ ਬੰਦੇ ਬੈਠੇ ਹੁੰਦੇ ਆ। ਉਹੀ ਬੰਦੇ ਜਿਹੜੇ ਕਾਰਪੋਰੇਟ ਦੇ ਵੀ ਐਡਵਾਈਜ਼ਰ ਨੇ ਜਾਂ ਉਹਨਾਂ ਦੇ ਕੋਈ ਨਾ ਕੋਈ ਪੇਰੋਲ 'ਤੇ ਨੇ, ਉਹੀ ਬੰਦੇ ਇੱਧਰ ਆ ਜਾਂਦੇ ਆ। ਜਿਹੜੀਆਂ ਰੈਗੂਲੇਟਰੀ ਬਾਡੀਜ਼ ਹੁੰਦੀਆਂ ਨੇ, ਉਹ ਬੈਠ ਕੇ ਆਪਣਾ ਫੈਸਲਾ ਕਰ ਦਿੰਦੇ ਆ ਵੀ ਇੰਨਾ ਵਧਾ ਦਿਓ ਜੀ ਹੁਣ ਬੀਪੀ, ਤੇ ਇੰਨੇ ਨੂੰ ਬੀਪੀ ਹਾਈ ਕਹਾਂਗੇ ਅਸੀਂ। ਪਹਿਲਾਂ 160-100 ਨੂੰ ਅਸੀਂ ਬੀਪੀ ਹਾਈ ਕਹਿੰਦੇ ਸੀਗੇ, ਹੁਣ ਬਾਅਦ 'ਚ ਆ ਗਏ ਵੀ 140-90 ਆ ਗਏ, ਫਿਰ 130-85 ਦੇ ਆ ਗਿਆ, ਹੁਣ 120-80 ਦੇ ਆ ਗਿਆ, ਕੱਲ੍ਹ ਨੂੰ 175-75 ਕਰ ਦੇਣਗੇ। ਤਾਂ ਉਹਦੇ ਨਾਲ ਲੱਖਾਂ ਕਰੋੜਾਂ ਗਾਹਕ ਵੱਜ ਜਾਂਦੇ ਆ, ਔਰ ਲੋਕਾਂ ਨੂੰ ਧੱਕੇ ਨਾਲ ਬੀਪੀ ਦੀਆਂ ਗੋਲੀਆਂ 'ਤੇ ਪਾਈ ਜਾਂਦੇ ਆ, ਜਿਹਦਾ ਕੋਈ ਲੌਜਿਕ ਨਹੀਂ ਹੈ। ਬਾਅਦ 'ਚ ਸਟੱਡੀਜ਼ ਇਹ ਆ ਗਈਆਂ ਕਿ ਤੁਸੀਂ ਗੋਲੀਆਂ ਨਾਲ ਇਲਾਜ ਕਰਨਾ ਕੋਈ ਫਾਇਦਾ ਹੀ ਨਹੀਂ ਉਹਦਾ। ਗੋਲੀਆਂ ਨਾਲ ਇਲਾਜ ਕਰੋਗੇ ਤਾਂ ਉਲਟਾ ਆਪਣੇ ਆਪ ਨੂੰ ਨੁਕਸਾਨ ਕਰੋਗੇ। ਤਾਂ ਇਹ ਸਾਰਾ ਦਾ ਸਾਰਾ ਵਰਤਾਰਾ ਜਿਹੜਾ ਇਹਨਾਂ ਸਾਰਿਆਂ ਨੂੰ ਇਸ ਗੱਲ 'ਤੇ ਚੇਤਨ ਰਹਿਣਾ ਚਾਹੀਦਾ ਹੈ ਕਿ ਜਿਹੜਾ ਇਹੋ ਜਿਹੀਆਂ ਸ਼ਰਾਰਤਾਂ ਨੇ ਉਹਦੇ 'ਚ ਨਾ ਜਾਈਏ ਆਪਾਂ। ਅਤੇ ਆਪਣਾ ਜਿਹੜਾ ਜੜ੍ਹ ਹੈ ਬੀਪੀ ਦੀ, ਜਿਹੜੀ ਖੂਨ ਦੀਆਂ ਨਾੜਾਂ ਜਿਹੜੀਆਂ ਨੇ ਖਰਾਬ ਹੁੰਦੀਆਂ ਨੇ, ਖੂਨ ਦੀਆਂ ਨਾੜਾਂ ਜਿਹੜੀਆਂ ਨੇ ਕਿਉਂ ਖਰਾਬ ਹੁੰਦੀਆਂ ਨੇ, ਅਸਲ ਮੁੱਦਾ ਇਹ ਹੈ। ਅਤੇ ਮੇਰੇ ਖਿਆਲ 'ਚ ਉਸ ਮੁੱਦੇ ਨੂੰ ਟੱਚ ਕਰਨਾ ਚਾਹੀਦਾ। ਮੈਂ ਇਹੀ ਸਵਾਲ ਕਰਨ ਲੱਗਾ ਸੀ, ਕਿਉਂ ਖਰਾਬ ਹੁੰਦੀਆਂ ਨੇ? ਇਹਦੇ 'ਚ ਪਿੱਛੇ ਜਿਵੇਂ ਕਿ ਆਪਾਂ 1-2 ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਕਿਸੇ ਹੋਰ ਵੀਡੀਓ ਦੇ ਵਿੱਚ, ਕਿ ਖੂਨ ਦੀਆਂ ਨਾੜਾਂ ਬਲੌਕ ਹੋਣ ਦੇ 2-3 ਕਾਰਨ ਹੁੰਦੇ ਨੇ। ਇੱਕ ਤਾਂ ਉਹਦੀ ਕੈਲਸੀਫਿਕੇਸ਼ਨ ਹੋ ਜਾਣਾ ਬਾਹਰਲੀ ਸਾਈਡ ਤੋਂ, ਇੱਕ ਅੰਦਰ ਉਹਦੇ ਲਿਊਮਨ ਜਿਹੜਾ ਉਹਦਾ ਘਟ ਜਾਣਾ, ਅਤੇ ਇੱਕ ਜਿਹੜਾ ਉਹਦੇ ਅੰਦਰ ਕਲੌਟ ਜਿਹੜਾ ਉਹੀ ਆ ਜਾਣਾ। ਉਹਦੇ ਕਈ ਕਾਰਨ ਹੋ ਸਕਦੇ ਨੇ, ਹੋਰ ਵੀ ਕਈ ਕਾਰਨ ਹੋ ਸਕਦੇ ਨੇ। ਹੁਣ ਥੋੜ੍ਹਾ ਜਿਹਾ ਇਹ ਖੁਲਾਸਾ ਕਰੋ ਵੀ ਉਹ ਅੰਦਰ ਬਲੋਕੇਜ ਤੇ ਬਾਹਰੋਂ ਸਖਤੀ ਜਿਹੜੀ ਲਚਕ ਹੈ ਉਹ ਕਿਉਂ ਖਤਮ ਹੋ ਜਾਂਦੀ? ਖੂਨ ਦੀਆਂ ਨਾੜਾਂ ਜਿਹੜੀਆਂ ਉਹਦੇ ਅੰਦਰ ਲਚਕ ਹੁੰਦੀ ਹੈ, ਯਾਨੀ ਕਿ ਜਦੋਂ ਖੂਨ ਆ ਰਿਹਾ ਹਾਰਟ ਵੱਲੋਂ ਤਾਂ ਉਹ ਫੈਲ ਜਾਂਦੀਆਂ ਨੇ, ਫਿਰ ਉਹ ਵਾਪਸ ਆ ਜਾਂਦੀਆਂ ਨੇ, ਫਿਰ ਫੈਲ ਜਾਂਦੀਆਂ ਨੇ, ਫਿਰ ਵਾਪਸ ਆ ਜਾਂਦੀਆਂ ਨੇ। ਇੱਕ ਤਾਂ ਇਹ ਹੋ ਗਿਆ। ਇੱਕ ਉਹਦੇ ਅੰਦਰ ਇੱਕ ਲਾਈਨਿੰਗ ਹੁੰਦੀ ਹੈ, ਖੂਨ ਦੀ ਨਾੜ ਦੇ ਅੰਦਰ ਇੱਕ ਲਾਈਨਿੰਗ ਹੁੰਦੀ ਹੈ, ਉਹਨੂੰ ਕਹਿੰਦੇ ਐਂਡੋਥੀਲੀਅਮ। ਐਂਡੋਥੀਲੀਅਮ 'ਚ ਨਾਈਟਰਸ ਆਕਸਾਈਡ ਨਾਂ ਦੀ ਚੀਜ਼ ਪੈਦਾ ਹੁੰਦੀ ਹੈ, NO ਨਾਈਟਰਸ ਆਕਸਾਈਡ। ਨਾਈਟਰਸ ਆਕਸਾਈਡ ਕੀ ਚੀਜ਼ ਹੈ? ਨਾਈਟਰਸ ਆਕਸਾਈਡ ਸੈਲਫ ਕਲੀਨਿੰਗ ਸਿਸਟਮ ਹੈ ਨੇਚਰ ਦਾ, ਕਿ ਉਹ ਨਾਈਟਰਸ ਆਕਸਾਈਡ ਉਸ ਬਲੱਡ ਵੈਸਲ ਨੂੰ ਆਪਣੇ ਆਪ ਹੀ ਕਲੀਨ ਕਰ ਲੈਂਦਾ। ਉਹ ਇੱਕ ਇਹੋ ਜਿਹੀ ਸੈਲਫ ਜਨਰੇਟਿੰਗ, ਉੱਥੇ ਹੀ ਪੈਦਾ ਹੋਣਾ ਉਹਨੇ, ਉੱਥੇ ਆਪਣਾ ਕੰਮ ਕਰਨਾ। ਨਾਈਟ੍ਰਿਕ ਆਕਸਾਈਡ ਨੇ ਨਾੜ ਦੇ ਵਿੱਚ ਹੀ ਪੈਦਾ ਹੁੰਦਾ, ਤੇ ਉਹਦੇ ਨਾੜ ਦੀ ਐਂਡੋਥੀਲੀਅਮ ਵੀ ਪੈਦਾ ਕਰਦੀ ਹੈ ਉਹਨੂੰ, ਤੇ ਨਾੜ ਦੀ ਐਂਡੋਥੀਲੀਅਮ ਆਪਣੇ ਆਪ ਨੂੰ ਸਾਫ਼ ਕਰ ਲੈਂਦੀ ਹੈ। ਉਹਦੇ ਨਾਲ ਜੋ ਗੰਦਮੰਦ ਲੱਗਿਆ ਹੁੰਦਾ ਉਹਨੂੰ ਬਰਸ਼ ਕਰ ਦਿੰਦੀ ਹੈ, ਬਰਸ਼ਿੰਗ ਕਰਕੇ ਕੱਢ ਦਿੰਦੀ ਹੈ। ਸੋ ਇੱਕ ਤਾਂ ਇਹ ਹੈ ਕਿ NO ਜਿਹੜਾ ਹੈ ਨਾਈਟਰਸ ਆਕਸਾਈਡ ਹੈ, ਇਹ ਕਿੱਦਾਂ ਪੈਦਾ ਹੁੰਦੀ ਹੈ, ਤਾਂ ਕਿਉਂ ਪੈਦਾ ਹੁੰਦਾ, ਤੇ ਕਿੰਨਾ ਪੈਦਾ ਹੁੰਦਾ, ਕਿਹੜੀਆਂ ਹਾਲਤਾਂ 'ਚ ਪੈਦਾ ਹੁੰਦਾ। ਦੂਜੀ ਗੱਲ ਇਹ ਹੈ ਕਿ ਜਿਹੜੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ ਕਿ ਤੁਹਾਡੀ ਬਾਡੀ ਦੀ ਜਿਹੜੀ ਡਿਮਾਂਡ ਕਿੰਨੀ ਹੈ। ਜਿਹੜਾ ਬੰਦਾ ਸਾਰਾ ਦਿਨ ਬੈਠਾ ਰਹਿੰਦਾ ਹੈ, ਉਹ ਬਾਡੀ 'ਚ ਡਿਮਾਂਡ ਹੀ ਜਨਰੇਟ ਨਹੀਂ ਕਰ ਰਿਹਾ ਕਿ ਉਹਨੂੰ ਖੂਨ ਜ਼ਿਆਦਾ ਚਾਹੀਦਾ, ਤਾਂ ਉਹ ਹੌਲੀ ਹੌਲੀ ਖੂਨ ਦੀਆਂ ਨਾੜਾਂ ਫੈਲਦੀਆਂ ਹੀ ਨਹੀਂ ਹੈ। ਮਤਲਬ ਜਿਹੜਾ ਬੰਦਾ ਦੌੜਦਾ ਹੈ, ਸਾਰਾ ਦਿਨ ਕੰਮ ਕਰਦਾ ਹੈ, ਸਖਤ ਕੰਮ ਕਰਦਾ ਹੈ, ਉਹਦੇ ਮਸਲ ਖੂਨ ਮੰਗਦੇ ਆ, ਤਾਂ ਉਹਦੇ ਅੰਦਰ ਇੱਕ ਤਾਂ ਉਹਦੀਆਂ ਨਾੜਾਂ ਜਿਹੜੀਆਂ ਨੇ ਉਹਦੀ ਲਚਕ ਵੈਸੇ ਕਾਇਮ ਰਹੇਗੀ, ਕਿਉਂਕਿ ਉਹਨੂੰ ਜ਼ਿਆਦਾ ਫੈਲਣਾ ਪੈਂਦਾ। ਜਿਹੜੀ ਚੀਜ਼ ਜ਼ਿਆਦਾ ਫੈਲਦੀ ਰਹੇਗੀ ਉਹਦੀ ਉਨੀ ਲਚਕ ਬਣੀ ਰਹੇਗੀ। ਸੋ ਜਿਹੜਾ ਅਸੀਂ ਇਹ ਨਵਾਂ ਕਲਚਰ ਪਾ ਲਿਆ ਵਿਹਲੜਪੁਣੇ ਦਾ, ਇਹਦੇ ਨਾਲ ਸੈਡੈਂਟਰੀ ਲਾਈਫ ਦਾ, ਉਹਨੇ ਕੀ ਕੀਤਾ ਕਿ ਉਹ ਜਿਹੜੀਆਂ ਤੁਹਾਡੀਆਂ ਖੂਨ ਦੀਆਂ ਨਾੜਾਂ ਦੇ ਅੰਦਰ ਡਿਮਾਂਡ ਜਨਰੇਟ ਹੋਣੀ ਸੀ, ਉਹ ਡਿਮਾਂਡ ਜਨਰੇਟ ਹੀ ਨਹੀਂ ਹੁੰਦੀ ਕਿ ਖੂਨ ਦੀ ਨਾੜ ਪੂਰੀ ਫੈਲੇ। ਉਹ ਪੂਰੀ ਫੈਲਣ ਦੀ ਬਜਾਏ ਜੇ ਮੰਨ ਲਓ ਉਹ 100% ਫੈਲ ਸਕਦੀ ਹੈ, ਤਾਂ ਤੁਸੀਂ ਆਪਣੀ ਲਾਈਫ ਸਟਾਈਲ ਇੱਦਾਂ ਐਡਜਸਟ ਕਰ ਲਈ ਕਿ ਉਹ 50% ਹੀ ਫੈਲਣ ਦੀ ਲੋੜ ਹੈ ਉਹਨੂੰ, ਉਸ ਤੋਂ ਬਾਅਦ ਫੈਲਣ ਦੀ ਲੋੜ ਹੀ ਨਹੀਂ ਪੈਂਦੀ, ਕੋਈ ਡਿਮਾਂਡ ਹੀ ਜਨਰੇਟ ਨਹੀਂ ਕੀਤੀ ਤੁਸੀਂ। ਤਾਂ ਡਿਮਾਂਡ ਜਨਰੇਟ ਕਰਨਾ ਬੇहद ਜ਼ਰੂਰੀ ਹੈ ਕਿ ਤੁਹਾਡੀ ਖੂਨ ਦੀ ਸਰਕੂਲੇਸ਼ਨ
ਜਿਹੜੀ ਹੈ ਦਿਨ 'ਚ ਘੰਟਾ ਅਸੀਂ ਹੁਣ ਕਹਿੰਦੇ ਹਾਂ ਕਿ ਇੱਕ ਘੰਟਾ ਉਹ ਐਕਸਰਸਾਈਜ਼ ਕਰੋ ਕਿ ਤੁਹਾਨੂੰ ਸਾਹ ਚੜ੍ਹੇ, ਆਮ ਨਾਲੋਂ ਜ਼ਿਆਦਾ ਸਖਤ ਉਹ ਘੰਟਾ ਲਾਓ, ਪਸੀਨਾ ਆਵੇ, ਸਾਹ ਚੜ੍ਹੇ, ਐਰੋਬਿਕ ਐਕਸਰਸਾਈਜ਼ ਕਹਿੰਦੇ ਉਹਨੂੰ, ਘੱਟੋ ਘੱਟ 1 ਘੰਟਾ। ਪੁਰਾਣਾ ਮਨੁੱਖ ਕਿੰਨਾ ਕਰਦਾ ਸੀ? ਪੁਰਾਣਾ ਮਨੁੱਖ ਤਾਂ ਬਹੁਤ ਜ਼ਿਆਦਾ ਕਰਦਾ ਸੀਗਾ, ਉਹ ਤਾਂ ਘੰਟਿਆਂ ਬੱਧੀ ਕਰਦਾ ਸੀ ਉਹ ਤਾਂ। ਜਿੱਥੇ ਜਾਣਾ ਹੁੰਦਾ ਸੀ ਤੁਰ ਕੇ ਹੀ ਜਾਂਦਾ ਸੀ। ਹੁਣ ਵੀ ਜਿਹੜੇ ਮਜ਼ਦੂਰ ਲੋਕ ਸਖਤ ਕੰਮ ਕਰਦੇ ਆ, ਉਹਨਾਂ ਦਾ ਤੁਸੀਂ ਦੇਖੋ ਉਹਨਾਂ ਨੂੰ ਇਹ ਹਾਰਟ ਅਟੈਕ ਦੀਆਂ ਬਿਮਾਰੀਆਂ, ਬੀਪੀ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਅੱਜ ਵੀ। ਹਾਲਾਂਕਿ ਬਾਕੀ ਫੈਕਟਰ ਜਿਹੜੇ ਨੇ ਉਹਨਾਂ ਵਾਸਤੇ ਵੀ ਉਹੀ ਨੇ, ਜਿਹੜੀ ਆਪਾਂ ਅੱਗੇ ਗੱਲ ਕਰਾਂਗੇ, ਜਿਹੜੀ ਉਹ ਬਾਕੀ ਫੈਕਟਰ ਉਹ ਵੀ ਨੇ, ਲੇਕਿਨ ਉਹਨਾਂ ਦਾ ਸਿਰਫ ਇੱਕ ਸਿੰਗਲ ਫੈਕਟਰ ਮਿਸਿੰਗ ਹੈ ਕਿ ਉਹਨਾਂ ਦੀ ਲਾਈਫ ਸੈਡੈਂਟਰੀ ਨਹੀਂ ਹੈ। ਉਹ ਡਿਮਾਂਡ ਜਨਰੇਟ ਕਰਦੀ ਉਹਨਾਂ ਦੀ ਬਾਡੀ, ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦਾ ਦਿਨਚਰਿਆ ਇੱਦਾਂ ਦੀ ਹੈ ਕਿ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਹੈ, ਵੱਧ ਖੂਨ ਦੀ, ਅਤੇ ਵੱਧ ਖੂਨ ਦੀ ਲੋੜ ਪੈਂਦੀ ਹੈ ਤਾਂ ਕੁਦਰਤ ਉਹ ਨਾੜਾਂ ਨੂੰ ਫਿਰ ਉੱਦਾਂ ਹੀ ਖੋਲ੍ਹ ਦਿੰਦੀ ਹੈ। ਸੋ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ 'ਚ ਜਿਹਦੇ 'ਚ ਕੋਈ ਸੋਚਣ ਦੀ ਲੋੜ ਨਹੀਂ, ਕੋਈ ਕਿਸੇ ਦੀ ਮਦਦ ਦੀ ਲੋੜ ਨਹੀਂ, ਕਿ ਆਪਣੀ ਬਾਡੀ ਦੇ ਅੰਦਰ ਡਿਮਾਂਡ ਜਨਰੇਟ ਕਰਨੀ ਖਾਦੇ ਨਾਲ, ਜਾਂ ਤਾਂ ਸਖਤ ਮੁਸ਼ੱਕਤ ਵਾਲਾ ਕੰਮ ਕਰਕੇ, ਜਾਂ ਐਕਸਰਸਾਈਜ਼ ਕਰਕੇ, ਜਾਂ ਕੋਈ ਗੇਮ ਖੇਡ ਕੇ, ਜਾਂ ਨੱਚ ਕੇ, ਜਾਂ ਕੁਛ ਵੀ ਕਰਕੇ, ਕਿ ਬਾਡੀ 'ਚ ਦਿਨ 'ਚ ਘੰਟਾ 2 ਘੰਟੇ ਉਹ ਡਿਮਾਂਡ ਜਨਰੇਟ ਕਰੋ ਜੀ, ਆਮ ਨਾਲੋਂ ਦੁੱਗਣੀ ਤਿੱਗਣੀ ਹੋਵੇ, ਤਾਂ ਕਿ ਤੁਹਾਡੀ ਖੂਨ ਦਾ ਜਿਹੜਾ ਸਾਰਾ ਸਰਕੂਲੇਸ਼ਨ ਸਿਸਟਮ ਹੈ ਉਹ ਪੂਰੇ ਦਾ ਪੂਰਾ। ਦੂਜੀ ਗੱਲ ਇਹ ਆ ਕਿ ਉਹ ਫੈਕਟਰ ਜਿਹੜੇ ਕਿ ਇੱਕ ਬਹੁਤ ਸਾਰੇ ਅੱਜ ਆ ਗਿਆ ਕਿ ਖੂਨ ਦੀਆਂ ਨਾੜਾਂ ਦੇ ਅੰਦਰ ਸਭ ਤੋਂ ਪਹਿਲਾਂ ਕੀ ਹੁੰਦਾ? ਇਨਫਲੇਮੇਸ਼ਨ ਹੁੰਦੀ ਹੈ। ਇਨਫਲੇਮੇਸ਼ਨ ਦਾ ਮਤਲਬ ਕੀ? ਸੋਜਿਸ਼ ਹੁੰਦੀ ਹੈ। ਸੋਜਿਸ਼ ਦਾ ਮਤਲਬ ਕੀ? ਕਿ ਹਲਕੀ ਇੰਜਰੀ ਹੁੰਦੀ ਹੈ। ਕੋਈ ਚੀਜ਼ ਤੁਹਾਡੀਆਂ ਨਾੜਾਂ ਨੂੰ, ਮੰਨ ਲਓ ਸਾਡੀ ਚਮੜੀ ਹੈ, ਅਸੀਂ ਕੋਈ ਸਖਤ ਚੀਜ਼ ਤੇ ਝੀਟ ਮਾਰਦੀ ਹੈ ਤਾਂ ਕੀ ਹੋਏਗਾ? ਉਹਦੇ ਅੰਦਰ ਇੱਕ ਰਗੜ ਲੱਗੇਗੀ, ਉਹਦੇ ਅੰਦਰ ਨਾੜ ਲਾਈਨਾਂ ਜਿਹੀਆਂ ਪੈ ਜਾਣਗੀਆਂ, ਅਤੇ ਮੁੜ ਕੇ ਉਹ ਲਾਲ ਰੱਤੀ ਹੋ ਜਾਏਗੀ, ਸੂਈ ਹੋ ਜਾਏਗੀ, ਅਤੇ ਮੁੜ ਕੇ ਉੱਤੇ ਨਿਸ਼ਾਨ ਪੈ ਜਾਏਗਾ। ਉਹਨੂੰ ਕਹਿੰਦੇ ਇਨਫਲੇਮੇਸ਼ਨ, ਸੋਜਿਸ਼। ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਇੰਜਰ ਕਰੋਗੇ, ਉਹਦੇ ਅੰਦਰ ਕੋਈ ਉਹਨੂੰ ਚੋਟ ਪਹੁੰਚਾਓਗੇ, ਉਹਦੀ ਖੂਨ ਦੀਆਂ ਨਾੜਾਂ ਦੀ ਅੰਡਰਲੀ ਐਂਡੋਥੈਲੀਅਮ ਹੁੰਦੀ ਹੈ, ਬਹੁਤ ਸੋਲ ਹੁੰਦੀ ਹੈ, ਬਹੁਤ ਹੀ ਸੋਲ ਹੁੰਦੀ ਹੈ। ਲੇਕਿਨ ਕੁਦਰਤ ਨੇ ਐਸੀ ਐਂਡੋਥੈਲੀਅਮ ਬਣਾਈ ਹੈ ਉਹ ਕਿ ਉਹ ਆਪਣੀ ਰਿਪੇਅਰ ਆਪ ਹੀ ਕਰ ਲੈਂਦੀ ਹੈ, ਲਗਾਤਾਰ ਉਹ ਨਵੀਂ ਬਣਦੀ ਰਹਿੰਦੀ, ਅਤੇ ਪੁਰਾਣੀ ਸ਼ੈੱਡ ਆਫ ਹੁੰਦੀ ਰਹਿੰਦੀ ਹੈ, ਪੁਰਾਣੀ ਨਿਕਲਦੀ ਰਹਿੰਦੀ ਹੈ ਅਤੇ ਨਵੀਂ ਬਣਦੀ ਰਹਿੰਦੀ ਹੈ, ਕਿਉਂਕਿ ਨਵੀਂ ਐਂਡੋਥੈਲੀਅਮ ਹੀ ਨਾਈਟਰਸ ਆਕਸਾਈਡ ਬਣਾ ਸਕਦੀ ਹੈ। ਉਹ ਐਂਡੋਥੈਲੀਅਮ ਰੋਜ਼ ਬਦਲਦੀ ਹੈ, ਡੇਲੀ ਬਦਲ ਜਾਂਦੀ ਹੈ ਉਹ। ਤਾਂ ਉਹ ਕਮਾਲ ਦਾ ਜਿਹੜਾ ਸਿਸਟਮ ਹੈ, ਉਹ ਇੰਨੀ ਸੋਲ ਹੈ ਕਿ ਉਹਦੇ ਅੰਦਰ ਕੋਈ ਵੀ ਅਗਰ ਕੋਈ ਵੀ ਇਹੋ ਜਿਹੀ ਚੀਜ਼ ਲੰਘੇਗੀ ਜਿਹੜੀ ਉਹਨੂੰ ਇੰਜਰੀ ਕਰ ਸਕਦੀ ਹੈ, ਉਹ ਕਿਹੜੀ ਹੋਊਗੀ ਚੀਜ਼? 2-3 ਚੀਜ਼ਾਂ ਹੋ ਸਕਦੀਆਂ ਨੇ। ਨੰਬਰ 1 ਤਾਂ ਇਹੋ ਜਿਹੇ ਕੈਮੀਕਲ ਹੋ ਸਕਦੇ ਨੇ ਜਿਹੜੇ ਕਿ ਕ੍ਰਿਸਟਲ ਫਾਰਮ 'ਚ ਫਿਰ ਰਹੇ ਆ, ਕ੍ਰਿਸਟਲ ਫਾਰਮ 'ਚ ਨੇ, ਜਿਹੜੇ ਸੋਲੂਬਲ ਫਾਰਮ 'ਚ ਨਹੀਂ ਹੈ, ਉਹ ਖੂਨ 'ਚ ਘੁਲਦੇ ਨਹੀਂ ਹੈ, ਉਹ ਨਿੱਕੇ ਕਣ ਜਾਂ ਰਵੇ ਬਣਾਏ ਹੋਏ ਆ, ਜਿਵੇਂ ਯੂਰਿਕ ਐਸਿਡ ਹੈ, ਜਾਂ ਕੋਈ ਵੀ ਕੋਈ ਮਿਨਰਲ ਹੈ ਉਹਦੇ ਅੰਦਰ, ਮੰਨ ਲਓ ਕੈਲਸ਼ੀਅਮ ਬਹੁਤ ਜ਼ਿਆਦਾ ਹੈ, ਉਹ ਕੀ ਕਰੇਗਾ ਕਿ ਉਹਨੂੰ ਇੰਜਰ ਕਰੇਗਾ। ਦੂਜਾ ਕੋਈ ਟੌਕਸਿਨ ਹੈ, ਕੈਮੀਕਲ, ਖਤਰਨਾਕ ਕਿਸਮ ਦਾ ਕੈਮੀਕਲ। ਹੁਣ ਕੈਮੀਕਲ ਹਵਾ ਵਿੱਚ ਵੀ ਬਹੁਤ ਗੰਦੇ ਹੈ, ਉਹ ਵੀ ਖੂਨ 'ਚ ਹੀ ਜਾਂਦੇ ਨੇ ਅਲਟੀਮੇਟਲੀ, ਕਿਉਂਕਿ ਖੂਨ ਕੋ ਇਕੱਲਾ ਜਿਹੜੀ ਹਵਾ ਫੇਫੜਿਆਂ ਤੱਕ ਸੀਮਿਤ ਥੋੜ੍ਹਾ ਹੈ, ਫੇਫੜਿਆਂ 'ਚੋਂ ਬਹੁਤ ਸਾਰੀ ਜਿਹੜੀ ਹਵਾ ਦਾ ਹਿੱਸਾ ਖੂਨ 'ਚ ਜਾਂਦਾ ਅਤੇ ਉਹ ਖੂਨ 'ਚ ਸਰਕੂਲੇਟ ਕਰਦਾ। ਫ੍ਰੀ ਰੈਡੀਕਲ ਵੀ ਕਹਿ ਸਕਦੇ ਆਪਾਂ। ਫ੍ਰੀ ਰੈਡੀਕਲ ਤੋਂ ਇਲਾਵਾ ਵੀ ਕੈਮੀਕਲ ਜਿਹੜੇ ਹੁੰਦੇ ਆ ਉਹ ਵੀ ਨੁਕਸਾਨ ਕਰਦੇ ਆ। ਤਾਂ ਕਿਤੇ ਨਾ ਕਿਤੇ ਉਹ ਜਿਹੜਾ ਵਰਤਾਰਾ ਹੈ ਕੈਮੀਕਲ ਦਾ, ਉਹ ਵੀ ਨੁਕਸਾਨ ਕਰੇਗਾ। ਤੀਜੀ ਗੱਲ ਆ ਗਈ ਰੇਡੀਏਸ਼ਨ, ਰੇਡੀਓ ਐਕਟਿਵ ਸਬਸਟੈਂਸਿਸ। ਬਹੁਤ ਸਾਰੇ ਰੇਡੀਓ ਐਕਟਿਵ ਸਬਸਟੈਂਸਿਸ ਸਾਡੀ ਲਾਈਫ 'ਚ, ਸਾਡੇ ਪਾਣੀ 'ਚ ਹੈਗੇ ਆ, ਸਾਡੀ ਹਵਾ 'ਚ ਹੈਗੇ ਆ, ਤਾਂ ਸਾਡੇ ਫੂਡ 'ਚ ਵੀ ਹੈਗੇ ਆ। ਤਾਂ ਰੇਡੀਓ ਐਕਟਿਵ ਸਬਸਟੈਂਸਿਸ ਵੀ ਉਹ ਲਗਾਤਾਰ ਉਹਨੂੰ ਇੰਜਰ ਕਰਦੇ ਆ। ਸੋ ਮਲਟੀਪਲ ਕਿਸਮ ਦੇ ਸਾਡੇ ਅੰਦਰ ਹਾਰਮਫੁਲ ਸਬਸਟੈਂਸਿਸ ਅਸੀਂ ਐਕਸਪੋਜ਼ ਕਰਦੇ ਹਾਂ ਆਪਣੇ ਆਪ ਨੂੰ। ਜਾਂ ਇੰਡਸਟਰੀਅਲ ਫੂਡਸ ਨੇ, ਇੰਡਸਟਰੀਅਲ ਫੂਡ ਦੇ ਅੰਦਰ ਬਹੁਤ ਸਾਰੇ ਕੈਮੀਕਲ ਪਾਏ ਹੋਏ ਆ, ਖੇਤੀ ਵਾਲੇ ਕੈਮੀਕਲਸ ਨੇ। ਤਾਂ ਕਿੰਨੇ ਕੈਮੀਕਲ ਦਾ ਸਾਡੇ ਅੰਦਰ ਪੂਰੀ ਬੰਬਾਰਡਮੈਂਟ ਹੋ ਰਹੀ ਹੈ, ਹਰ ਵੇਲੇ ਬੰਬਾਰਡਮੈਂਟ ਹੋ ਰਹੀ ਹੈ, ਹਵਾ ਤੋਂ ਵੀ, ਪਾਣੀ ਤੋਂ ਵੀ, ਮਿੱਟੀ ਤੋਂ ਵੀ, ਭੋਜਨ ਤੋਂ ਵੀ। ਚਾਰ ਚਫੇਰੇ ਇੱਕ ਜਿਹੜੀ ਤਣਾਅ ਵੀ, ਜਿਹੜੇ ਸਟ੍ਰੈਸ ਹਾਰਮੋਨਸ ਹੁੰਦੇ ਆ, ਇਹ ਵੀ ਬਹੁਤ ਖਤਰਨਾਕ ਕੈਮੀਕਲ ਹੁੰਦੇ ਆ ਜਿਹੜੇ ਤੁਹਾਨੂੰ ਤੇ ਸਾਰੇ ਰਲ ਕੇ ਕੀ ਕਰਦੇ ਆ, ਉਸ ਐਂਡੋਥੈਲੀਅਮ ਨੂੰ ਇੰਜਰ ਕਰਦੇ ਆ। ਜਦੋਂ ਤੁਸੀਂ ਐਂਡੋਥੈਲੀਅਮ ਨੂੰ ਇੰਜਰ ਕਰਤਾ ਤਾਂ ਰਿਪੇਅਰ ਹੋਣ ਦੀ ਸਪੀਡ ਘੱਟ ਹੈ ਅਤੇ ਇੰਜਰ ਹੋਣ ਦੀ ਸਪੀਡ ਜ਼ਿਆਦਾ ਹੈ। ਹੁਣ ਬਸ ਨੇਚਰ ਨੇ ਕੀ ਦਿੱਤਾ ਸੀ, ਇੰਜਰ ਪਹਿਲਾਂ ਵੀ ਹੁੰਦੇ ਸੀ, ਇਹ ਨਹੀਂ ਵੀ ਕੋਈ, ਕਿਉਂਕਿ ਜਿਉਂਦੀ ਚੀਜ਼ ਜਿਹੜੀ ਹੈ ਉਹਨੇ ਕਿਤੇ ਨਾ ਕਿਤੇ ਉਹਨੂੰ ਕੁਛ ਨਾ ਕੁਛ ਹੁੰਦੇ ਰਹਿਣਾ, ਤਾਂ ਹੀ ਕੁਦਰਤ ਨੇ ਉਹਨੂੰ ਨਵੀਨੀਕਰਨ ਦਾ ਦਿੱਤਾ ਹੋਇਆ, ਰੀਜਨਰੇਸ਼ਨ ਦਾ, ਕਿ ਰੀਜੂਵੀਨੇਸ਼ਨ ਜਿਹੜੀ ਹੈ ਉਹ ਹੋ ਸਕੇ। ਲੇਕਿਨ ਜੇ ਸਪੀਡ ਆਫ ਰੀਜਨਰੇਸ਼ਨ ਜਿਹੜੀ ਹੈ ਉਹ ਘੱਟ ਹੈ ਅਤੇ ਸਪੀਡ ਆਫ ਇੰਜਰੀ ਜ਼ਿਆਦਾ ਹੈ, ਤਾਂ ਉਹ ਫਿਰ ਬੈਲੈਂਸ ਵਿਗੜ ਗਿਆ ਨਾ, ਤਾਂ ਉਹ ਲਗਾਤਾਰ ਜਿਹੜੀ ਉਹ ਇੰਜਰੀ ਹੋਏਗੀ ਉਦੋਂ ਨੂੰ, ਤਾਂ ਉਹ ਵੀਕ ਹੋ ਜਾਏਗਾ ਉੱਥੋਂ, ਉਹ ਐਂਡੋਥੈਲੀਅਮ ਬਣੇਗੀ ਨਹੀਂ ਹੈ, ਵੀਕ ਹੋ ਜਾਏਗਾ, ਤਾਂ ਚਾਂਸਸ ਕੀ ਬਣ ਜਾਏਗਾ ਕਿ ਉੱਥੋਂ ਫਟ ਨਾ ਜਾਵੇ ਕਿਤੇ ਉਹ।
ਜਦੋਂ ਫਟਣ ਦਾ ਚਾਂਸ ਹੋਏਗਾ ਤਾਂ ਕੁਦਰਤ ਕੀ ਕਰੇਗੀ, ਉੱਥੇ ਉਹਨੂੰ ਪਲੱਗ ਕਰਨ ਦੀ ਕੋਸ਼ਿਸ਼ ਕਰੇਗੀ। ਜਿੱਦਾਂ ਆਪਾਂ ਕਿਸਾਨ ਖੇਤ 'ਚ ਪਾਣੀ ਲਾ ਰਿਹਾ, ਉਹਨੂੰ ਲੱਗਦਾ ਵੀ ਇੱਥੋਂ ਖਾਲਾ ਜਿਹੜਾ ਟੁੱਟ ਸਕਦਾ, ਤਾਂ ਉਹ ਕੀ ਕਰੇਗਾ, ਚੱਕ ਕੇ ਮਿੱਟੀ ਉੱਥੇ ਪਾ ਦੇਗਾ ਤਾਂ ਕਿ ਉਹ ਖਾਲਾ ਟੁੱਟੇ ਨਾ। ਤੇ ਇੱਥੇ ਜਿਹੜੇ ਜਦੋਂ ਇਹੋ ਜਿਹਾ ਚਾਂਸ ਬਣਦਾ ਕਿ ਉਹ ਖੂਨ ਦੀ ਨਾੜੀ ਤੋਂ ਫਟ ਸਕਦੀ ਹੈ, ਤਾਂ ਫਟਣ ਦਾ ਮਤਲਬ ਮੌਤ, ਫਟਣ ਦਾ ਮਤਲਬ ਮੌਤ। ਤਾਂ ਕੁਦਰਤ ਕਦੀ ਵੀ ਉਸ ਦਾ ਅਡਾਪਟ ਨਹੀਂ ਕਰਨ ਹੋਣ ਦਿੰਦੀ ਜਿੱਥੋਂ ਕਿ ਉਹ ਪ੍ਰਾਣੀ ਮਰ ਸਕਦਾ ਹੋਵੇ ਪ੍ਰੀਮੈਚੁਰਲੀ। ਕੁਦਰਤ ਕੀ ਕਰਦੀ ਆ, ਉਹਨੂੰ ਪਲੱਗ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਲੱਗ ਕਦੇ ਨਾ ਕਰੇਗੀ, ਉਹ ਜੋ ਕੁਝ ਉਹਦੇ ਕੋਲ ਅਵੇਲੇਬਲ ਉਹੀ ਕਰੇਗੀ ਨਾ। ਉਹਦੇ ਕੋਲ ਪਲੇਟਲੈਟਸ ਨੇ, ਉਹਦੇ ਕੋਲ ਕੈਲਸ਼ੀਅਮ ਹੈ, ਉਹਦੇ ਕੋਲ ਕੋਲੈਸਟਰੋਲ ਹੈ, ਉਹਦੇ ਕੋਲ ਜੋ ਹੈਗੀ ਉਹਨੂੰ ਉੱਥੇ ਪਲੱਗ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਨੂੰ ਅਸੀਂ ਕਹਿੰਦੇ ਪਲੱਗ ਬਣ ਗਿਆ, ਯਾਨੀ ਕਿ ਆਰਜੀ ਤੌਰ 'ਤੇ ਤੁਸੀਂ ਉੱਥੇ ਲਾਤਾ, ਲੇਕਿਨ ਉਹ ਮਜ਼ਬੂਤ ਨਹੀਂ ਹੈ, ਬਹੁਤਾ ਮਜ਼ਬੂਤ ਨਹੀਂ ਹੈ। ਉਹ ਕੀ ਕਰੇਗਾ, ਕੱਲ ਨੂੰ ਕੋਈ ਵੀ ਮਾੜਾ ਮੋਟਾ ਵੀ ਉੱਥੋਂ ਹਿਲਜੁਲ ਹੋਈ ਤਾਂ ਉਹ ਹਿੱਲੇਗਾ, ਉੱਥੋਂ ਹਿੱਲ ਕੇ ਜਾ ਕੇ ਕਿਤੇ ਨਾ ਕਿਤੇ ਫਸ ਜਾਏਗਾ। ਬਣ ਗਿਆ ਨਾ ਕਿ ਜੋ ਗੰਦਮੰਦ ਜਿਆਦਾ ਮਟੀਰੀਅਲ ਦਾ ਛੱਲੀ ਜੀ ਬਣ ਗਈ, ਨਿੱਕੀ ਜੀ ਗਟੋਲੀ ਬਣ ਗਈ। ਉਹ ਗਟੋਲੀ ਜੀ ਉੱਥੋਂ ਹਿੱਲ ਗਈ ਕਿਤੇ ਫਲੋ ਨਾਲ, ਖੂਨ ਦੇ ਫਲੋ ਨਾਲ, ਉੱਥੋਂ ਜਾ ਕੇ ਕਿਤੇ ਫਸੇਗੀ। ਜੇ ਕਿਤੇ ਦਿਮਾਗ ਦੀ ਨਾੜੀ 'ਚ ਫਸ ਗਈ ਤਾਂ ਉਹ ਅਧਰੰਗ ਹੋ ਗਿਆ, ਜੇ ਦਿਲ ਦੀ ਨਾੜੀ 'ਚ ਫਸ ਗਈ ਤਾਂ ਹਾਰਟ ਅਟੈਕ ਹੋ ਗਿਆ। ਤਾਂ ਇਹ ਕਿਤੇ ਨਾ ਕਿਤੇ ਉਹ ਵਰਤਾਰਾ ਜਿਹੜਾ ਹੁੰਦਾ ਹੈ, ਉਹ ਅਸਲ ਕਾਰਨ ਹੈ। ਖੂਨ ਦੀਆਂ ਨਾੜਾਂ ਜਦੋਂ ਅੰਦਰੋਂ ਇਹ ਸਾਰਾ ਕੁਛ ਜਦੋਂ ਹੁੰਦਾ ਰਹਿੰਦਾ, ਤਾਂ ਖੂਨ ਦੀਆਂ ਨਾੜਾਂ ਦੀ ਜਦੋਂ ਜੰਮੀ ਜਾਏਗਾ ਤਾਂ ਉਹ ਜਿਹੜੀ ਹੈ ਜਿਹਦੀ ਸੈਲਫ ਰਿਪੇਅਰ ਦਾ ਸਿਸਟਮ ਸੀਗਾ ਐਂਡੋਥੀਲੀਅਮ ਨੇ ਕਰਨਾ ਸੀ ਨਾਈਟਰਸ ਆਕਸਾਈਡ ਨਾਲ, ਜਿਹੜੀ ਕਿ ਯੰਗ ਐਂਡੋਥੀਲੀਅਮ ਹੀ ਕਰ ਸਕਦੀ ਹੈ, ਜਿਹੜੀ ਕਿ ਨਵੀਂ ਬਣੀ ਹੋਈ ਹੈ। ਜਦੋਂ ਉੱਥੇ ਜਦੋਂ ਪਲੇਕ ਲੱਗ ਗਿਆ, ਉੱਥੇ ਤਾਂ ਐਂਡੋਥੀਲੀਅਮ ਵੈਸੇ ਹੀ ਖਤਮ ਹੋ ਗਈ, ਐਂਡੋਥੀਲੀਅਮ ਵੈਸੇ ਹੀ ਉੱਪਰ ਬਣ ਸਕਦੀ। ਸੋ ਉਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਬਲੱਡ ਵੈਸਲ 'ਚ ਜ਼ਿਆਦਾ ਸਾਰਾ ਕੁਝ ਜੋ ਹੋ ਰਿਹਾ, ਉਹਦੇ ਕਰਕੇ ਖੂਨ ਦੀਆਂ ਨਾੜਾਂ ਦੀ ਲਚਕ ਖਤਮ ਹੁੰਦੀ ਹੈ ਅਤੇ ਖੂਨ ਦੀਆਂ ਨਾੜਾਂ ਦਾ ਜਿਹੜਾ ਅੰਦਰਲਾ ਲੂਮਨ ਹੈ, ਅੰਦਰ ਦੀ ਉਹ ਭੀੜੀ ਹੋ ਜਾਂਦੀ ਹੈ। ਸੋ ਉਹ ਅਸਲ ਕਾਰਨ ਬਣਦਾ ਬਲੱਡ ਵੈਸਲ ਦਾ, ਅਤੇ ਉਹੀ ਅਸਲ ਕਾਰਨ ਬਣਦਾ ਜਿਹੜੀਆਂ ਤੁਹਾਡੀਆਂ ਬ੍ਰੇਨ ਦਾ ਅਧਰੰਗ ਹੋਣ ਦਾ, ਜਾਂ ਹਾਰਟ ਅਟੈਕ ਹੋਣ ਦਾ ਜਾਂ ਇਰੈਕਟਾਈਲ ਡਿਸਫੰਕਸ਼ਨ ਤੱਕ ਈਵਨ। ਜਿਹੜਾ ਸੈਕਸੁਅਲ ਵੀਕਨੈਸ ਹੁੰਦੀ ਹੈ, ਉਹਦੇ ਵਿੱਚ ਵੀ ਤਾਂ ਇਹੀ ਹੁੰਦਾ ਨਾ ਕਿ ਜਦੋਂ ਤੁਸੀਂ ਸੈਕਸ ਕਰਦੇ ਹੋ ਤਾਂ ਤੁਹਾਡਾ ਜਿਹੜਾ ਮੇਲ ਆਰਗਨ ਉਹਨੂੰ ਬਹੁਤ ਜ਼ਿਆਦਾ ਬਲੱਡ ਸਪਲਾਈ ਚਾਹੀਦੀ ਹੈ, ਤਾਂ ਉਹਦੇ 'ਚ ਇਰੈਕਸ਼ਨ ਹੁੰਦੀ ਹੈ। ਜੇ ਥੋੜ੍ਹੇ ਪੈਨਿਸ ਦੀਆਂ ਜਿਹੜੀਆਂ ਨਾੜਾਂ ਨੇ ਉਹਦੇ 'ਚ ਲਚਕ ਹੀ ਨਹੀਂ, ਤੁਸੀਂ ਕਿਵੇਂ ਇਰੈਕਸ਼ਨ ਹੋਊਗੀ? ਇਰੈਕਸ਼ਨ ਹੋਣ ਲਈ ਇੱਕ ਲਚਕਦਾਰ ਖੂਨ ਦੀਆਂ ਨਾੜਾਂ ਦਾ, ਪੈਨਿਸ ਦੀਆਂ ਬਹੁਤ ਜ਼ਿਆਦਾ ਨਾੜਾਂ ਹੁੰਦੀਆਂ ਨੇ, ਸਾਰਾ ਪੈਨਿਸ ਦੀ ਜਿਹੜੀ ਇਰੈਕਸ਼ਨ ਹੁੰਦੀ ਹੈ ਉਹ ਸਾਰੀ ਖੂਨ ਦੀਆਂ ਨਾੜਾਂ ਦੇ ਸਿਰ 'ਤੇ ਹੈ। ਅਤੇ ਜੇ ਖੂਨ ਦੀਆਂ ਨਾੜਾਂ ਹੀ ਤੁਹਾਡੀਆਂ ਉਹ ਜਿਹੜੀਆਂ ਨੇ ਉਹ ਸਖਤ ਹੋ ਗਈਆਂ, ਉਹਦੇ ਅੰਦਰ ਖੂਨ ਆ ਹੀ ਨਹੀਂ ਰਿਹਾ ਪ੍ਰੋਪਰਲੀ, ਤਾਂ ਨਹੀਂ ਇਰੈਕਸ਼ਨ ਹੋਏਗੀ। ਸੋ ਉਹਨੂੰ ਅਸੀਂ ਸੈਕਸ ਦੀ ਵੀਕਨੈਸ ਕਹਿ ਦਿੰਦੇ ਹਾਂ। ਸੋ ਇਹ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਬਿਮਾਰੀਆਂ ਦੇ ਅੰਡਰਲਾਈਨ ਫੈਕਟਰ ਕੀ ਹੈ? ਖੂਨ ਦੀਆਂ ਨਾੜਾਂ ਦੀ ਲਚਕ ਖਰਾਬ ਹੋਣਾ ਅਤੇ ਖੂਨ ਦੀਆਂ ਨਾੜਾਂ ਦਾ ਪੀੜੇ ਹੋਣਾ। ਸੋ ਡਾਕਟਰ ਸਾਹਿਬ, ਇਹ ਤਾਂ ਹੋ ਗਈ ਕਿ ਅੰਦਰ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਨਾੜਾਂ ਬਲੌਕ ਹੋ ਜਾਂਦੀਆਂ ਨੇ। ਕੀ ਨਾੜਾਂ ਬਲੌਕ ਹੋਣ ਦੇ ਕੁਝ ਹੋਰ ਕਾਰਨ ਵੀ ਨੇ? ਹਾਂ, ਨਹੀਂ, ਕਾਰਨ ਬਹੁਤ ਸਾਰੇ ਨੇ। ਜਿੱਦਾਂ ਆਪਾਂ ਤਣਾਅ ਦੀ ਗੱਲ ਕਰ ਰਹੇ ਸੀ, ਤਣਾਅ ਜਿਹੜਾ ਹੁੰਦਾ ਹੈ, ਕਿਸੇ ਵੀ ਕਿਸਮ ਦਾ ਤਣਾਅ, ਅੱਜ ਦਾ ਤੁਸੀਂ ਲਾਈਫ ਸਟਾਈਲ ਦੇਖ ਲਓ ਕੀ ਹੈ। ਪੁਰਾਣਾ ਲਾਈਫ ਸਟਾਈਲ ਅਤੇ ਅੱਜ ਦੇ ਲਾਈਫ ਸਟਾਈਲ ਕਿੰਨਾ ਫਰਕ ਹੈ। ਪੁਰਾਣੇ ਲਾਈਫ ਸਟਾਈਲ ਦੇ ਅੰਦਰ ਜਿਹੜਾ ਇਨਸਾਨ ਹੁੰਦਾ ਸੀਗਾ, ਉਹ ਕੰਮ ਵੀ ਕਰਦਾ ਸੀਗਾ, ਬਹੁਤ ਮੁਸ਼ੱਕਤ ਕਰਦਾ ਸੀਗਾ, ਲੇਕਿਨ ਮਾਨਸਿਕ ਤੌਰ 'ਤੇ ਉਹ ਤਣਾਅ 'ਚ ਨਹੀਂ ਸੀ ਆਉਂਦਾ। ਉਹਦੇ ਸਹਿਜ ਸੁਭਾਅ 'ਚ ਕੰਮ ਕਰਦਾ ਸੀ, ਸਹਿਜ ਸੀ ਉਹਦੇ ਅੰਦਰ, ਜਿਹਨੂੰ ਪੰਜਾਬੀਆਂ ਦਾ ਸਹਿਜ ਅਵਸਥਾ ਸੀਗੀ। ਅੱਜ ਅਸੀਂ ਇਹੋ ਜਿਹਾ ਸਾਨੂੰ ਇੱਕ ਬਾਜ਼ਾਰਵਾਦ ਦੇ ਰਾਹ ਪਾਤਾ ਗਿਆ ਹੈ ਕਿ ਅਸੀਂ ਬਹੁਤ ਚੀਜ਼ਾਂ ਲੈਣਾ ਚਾਹੁੰਦੇ ਹਾਂ, ਬਹੁਤ ਚੀਜ਼ਾਂ, ਮਤਲਬ ਹਾਲਾਂਕਿ ਜੀਵਨ ਜਿਹੜਾ ਹੁੰਦਾ ਹੈ ਬੜਾ ਸਿੰਪਲ ਹੈ। ਇੱਕ ਜਿਹੜਾ ਨੀਡ ਬੇਸਡ ਜੀਵਨ ਹੁੰਦਾ ਹੈ ਅਤੇ ਇੱਕ ਗਰੀਡ ਬੇਸਡ ਜੀਵਨ ਹੁੰਦਾ। ਗਾਂਧੀ ਜੀ ਕਹਿੰਦੇ ਸੀਗੇ ਵੀ ਨੀਡ ਬੇਸਡ ਕੁਦਰਤ ਜਿਹੜੀ ਹੈ, ਜਿਹੜੀ ਸਭ ਦੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ, ਸਭ ਦੀਆਂ ਨੀਡਸ ਪੂਰੀਆਂ ਕਰ ਸਕਦੀ, ਗਰੀਡ ਨਹੀਂ ਪੂਰਾ ਕਰ ਸਕਦੀ। ਹੁਣ ਅੱਜ ਦੇਖੋ ਗਰੀਡ ਕਿੰਨਾ ਵੱਧ ਗਿਆ ਕਿ ਜਿਹੜੇ ਅਮੀਰ ਬੰਦੇ ਨੇ ਉਹ ਜ਼ਿਆਦਾ ਗਰੀਡੀ ਨੇ, ਸਗੋਂ ਉਹ ਹੋਰ ਅਮੀਰ ਹੋਣਾ ਚਾਹੁੰਦੇ, ਫਿਰ ਹੋਰ ਅਮੀਰ। ਸੋ ਇਹਦੇ ਨਾਲ ਕੀ ਹੁੰਦਾ ਕਿ ਇੱਕ ਐਸੀ ਮਾਨਸਿਕ ਅਵਸਥਾ ਖੜੀ ਹੋ ਜਾਂਦੀ ਹੈ ਜੇ ਤੁਸੀਂ ਕਦੇ ਵੀ ਸ਼ਾਂਤ ਨਹੀਂ ਹੁੰਦੇ, ਕਦੇ ਵੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਧੰਨਵਾਦ ਦੀ ਸਥਿਤੀ ਜਿਹੜੀ ਹੈ, ਇੱਕ ਥੈਂਕਫੁਲਨੈਸ। ਪੁਰਾਤਨ ਇਨਸਾਨ ਕੀ ਹੁੰਦਾ ਸੀਗਾ? ਸਵੇਰੇ ਸਹਿਜ ਸੁਭਾਅ 'ਚ ਉੱਠਦਾ ਸੀਗਾ, ਪਰਮਾਤਮਾ ਨੂੰ ਯਾਦ ਕਰਦਾ ਸੀਗਾ, ਯਾਦ ਕਰਕੇ ਆਪਣਾ ਦਿਨਚਰਿਆ ਕਰਦਾ ਸੀਗਾ, ਅਤੇ ਦਿਨਚਰਿਆ ਤੋਂ ਬਾਅਦ ਰਾਤ ਨੂੰ ਆ ਕੇ ਫਿਰ ਧੰਨਵਾਦ ਕਰਕੇ ਮੱਥਾ ਟੇਕ ਕੇ ਪਰਮਾਤਮਾ ਨੂੰ ਸੋ ਜਾਂਦਾ ਸੀਗਾ, ਅਤੇ ਫਿਰ ਸਵੇਰੇ ਉੱਠ ਖੜ੍ਹਦਾ ਸੀਗਾ। ਉਹਦੀ ਦਿਨਚਰਿਆ ਇੱਦਾਂ ਦੀ ਸੀਗੀ, ਉਹਦੇ ਨੀਡ ਬੇਸ ਸੀਗੀ ਉਹ, ਕਿ ਮੇਰੀਆਂ ਲੋੜਾਂ ਖਾਣ ਪੀਣ ਦੀਆਂ, ਘਰ ਦੀਆਂ, ਹੋਰ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਰਹੀਆਂ ਨੇ ਤਾਂ ਠੀਕ ਹੈ, ਮੈਂ ਬਹੁਤ ਸੈਟਿਸਫਾਈਡ ਹਾਂ, ਮੈਨੂੰ ਕੀ ਚਾਹੀਦਾ।
ਪਰਮਾਤਮਾ ਦਾ ਸ਼ੁਕਰ ਹੈ। ਤਾਂ ਹੀ ਅਰਦਾਸ ਵੀ ਇਹੋ ਜਿਹੀ ਕੀਤੀ ਜਾਂਦੀ ਸੀਗੀ, ਦਾਤਾ ਇਤਨਾ ਦੀਜੀਏ ਜਾਂ ਮੈਂ ਕੁਟੁੰਬ ਸਮਾਏ, ਮੈਂ ਵੀ ਭੂਖਾ ਨਾ ਰਹੂੰ, ਮੇਰਾ ਸਾਧੂ ਵੀ ਭੂਖਾ ਨਾ ਜਾਏ। ਬਿਲਕੁਲ ਬਿਲਕੁਲ। ਤਾਂ ਉਸ ਵੇਲੇ ਸੀ ਹੁੰਦਾ ਸੀਗਾ ਕਿ ਆਪਣੀਆਂ ਲੋੜਾਂ ਵੀ ਪੂਰੀਆਂ ਹੋਣ ਤੇ ਆਪਣੇ ਆਲੇ ਦੁਆਲੇ ਜਿਹੜੇ ਜੋ ਇਨਸਾਨ ਵਿਚਰਦੇ ਆ, ਕੁਦਰਤ ਹੈ, ਮਨੁੱਖ ਹੈ, ਜੀਵ ਜੰਤੂ, ਸਭ ਦਾ ਖਿਆਲ ਰੱਖਿਆ ਜਾਂਦਾ ਸੀਗਾ। ਤਾਂ ਮਨੁੱਖ ਜਿਹੜਾ ਸੀਗਾ, ਇੱਕ ਤਾਂ ਉਹ ਮੈਨਸ 'ਚ ਨਹੀਂ ਸੀ ਜਿਉਂਦਾ, ਵੀਨਸ 'ਚ ਸੀਗਾ ਅਸੀਂ। ਦੂਜੀ ਗੱਲ ਨੀਡ ਬੇਸ 'ਤੇ ਜਿਉਂਦਾ ਸੀ ਉਹ, ਕਿ ਲੋੜਾਂ ਪੂਰੀਆਂ ਹੋ ਗਈਆਂ ਤਾਂ ਧੰਨਵਾਦ, ਸ਼ੁਕਰਾਨਾ, ਅਰਦਾਸ ਜਿਹੜੀ ਹੈ ਸ਼ੁਕਰਾਨੇ ਦੀ ਅਰਦਾਸ ਕਰਦਾ ਸੀ। ਸ਼ੁਕਰ ਹੈ ਤੇਰਾ ਪ੍ਰਮਾਤਮਾ, ਸ਼ੁਕਰ ਹੈ ਤੇਰਾ, ਧੰਨ ਹੈ ਤੂੰ, ਧੰਨ ਹੈ ਤੂੰ। ਉਹਦਾ ਵੀ ਧੰਨਵਾਦ, ਆਲੇ ਦੁਆਲੇ ਦਾ ਵੀ ਧੰਨਵਾਦ, ਜੀਵ ਜੰਤੂਆਂ ਦਾ ਵੀ ਧੰਨਵਾਦ। ਅਤੇ ਪੁਰਾਣੇ ਜ਼ਮਾਨੇ ਤੁਹਾਨੂੰ ਯਾਦ ਹੋਣਾ ਵੀ ਜਿਹੜੀ ਸਾਡੀ ਈਵਨ ਜਿਹੜੀ ਘਰ 'ਚ ਰੋਟੀ ਬਣਾਉਂਦੇ ਸੀਗੇ, ਖੇਤੀ ਤੋਂ ਲੈ ਕੇ ਰੋਟੀ ਤੱਕ, ਖੇਤੀ 'ਚ ਕਿਸਾਨ ਇਹ ਮਾਈਂਡ ਨਹੀਂ ਸੀ ਕਰਦਾ ਕਿ ਪੰਛੀ ਉਹਦੀ ਖੇਤੀ ਨੂੰ ਚੁਣ ਰਹੇ ਆ, ਉਹ ਕਹਿੰਦਾ ਸੀ ਇਹਨਾਂ ਦੇ ਹਿੱਸੇ ਦਾ। ਮੈਨੂੰ ਅੱਜ ਵੀ ਯਾਦ ਹੈ, ਮੇਰਾ ਇੱਕ ਦੋਸਤ ਉੱਥੇ ਸੀ ਧੂਰੀ ਮੈਂ ਸੀਗਾ SMO, ਅਤੇ ਹੁਣ ਵੀ ਜੀ ਉਹ ਕਦਰਾਂ ਕੀਮਤਾਂ ਹੈਗੀਆਂ ਨੇ। ਅਤੇ ਉਹਦੇ ਬਾਹਰ ਪਿਆ ਸੀਗਾ ਅਨਾਜ ਪਿਆ ਸੀਗਾ, ਅਤੇ ਬਹੁਤ ਸਾਰੇ ਪੰਛੀਆਂ ਦੇ ਝੁੰਡ ਨੂੰ ਜਿਹੜੇ ਅਨਾਜ ਨੂੰ ਚੁਗੀ ਜਾਂਦੇ ਸੀ। ਅਤੇ ਮੈਂ ਉਹਨੂੰ ਕਿਹਾ ਤੇਰਾ ਬਹੁਤ ਨੁਕਸਾਨ ਹੋ ਰਿਹਾ। ਕਹਿੰਦਾ ਡਾਕਟਰ ਸਾਹਿਬ ਕਾਹਦਾ ਨੁਕਸਾਨ ਹੈ, ਉਹਨਾਂ ਦਾ ਹਿੱਸਾ ਲੈ, ਉਹਨਾਂ ਦਾ ਹਿੱਸਾ ਉਹ ਲੈ ਰਹੇ ਆ, ਨੁਕਸਾਨ ਨਸੂਨ ਦੀ ਸਮਝੀ ਸੋਚੀ ਦਾ ਹੁੰਦਾ। ਤਾਂ ਸੋ ਉਹ ਜਿਹੜਾ ਹਿੱਸਾ ਹੈ ਉਹ ਮਤਲਬ ਖੇਤੀ 'ਚ ਵੀ ਅਸੀਂ ਕਹਿੰਦੇ ਸੀ ਵੀ ਚਿੜੀ ਜਨੌਰ ਦਾ ਹਿੱਸਾ ਹੈ, ਚਿੜੀ ਜਨੌਰ ਦਾ ਹਿੱਸਾ। ਅਤੇ ਜਦੋਂ ਘਰ 'ਚ ਖੇਤੀ ਆ ਜਾਂਦੀ ਹੁੰਦੀ ਸੀ, ਘਰ ਫਸਲ ਆ ਜਾਂਦੀ ਸੀ, ਉਦੋਂ ਵੀ ਬੁੱਕ ਕਰਕੇ ਬੱਚਿਆਂ ਦੀ ਗੋਦੀ ਝੋਲੀ ਪਾ ਦਿੰਦੇ ਹੁੰਦੇ ਸੀਗੇ, ਉਹਨੂੰ ਰੇੜੀ ਕਹਿੰਦੇ ਹੁੰਦੇ ਸੀ ਅਸੀਂ। ਅਤੇ ਜਦੋਂ ਗੱਡੇ 'ਚ ਜਦੋਂ ਕਣਕ ਦਾ ਭਰਿਆ ਗੱਡਾ ਆਉਣਾ ਅਤੇ ਘਰ ਉਤਰਨਾ, ਤਾਂ ਗਲੀ ਦੇ ਜਵਾਕਾਂ ਨੇ ਇਕੱਠੇ ਹੋ ਜਾਣਾ, ਆਪਣੇ ਝੱਗੇ ਦੀ ਝੋਲੀ ਅੱਗੇ ਕਰਕੇ ਨਾ, ਅਤੇ ਅਸੀਂ ਇਕੱਠੇ ਤੇ ਬੁੱਕ ਪਾ ਲੈਣੀ, ਅਤੇ ਜਾ ਕੇ ਦੁਕਾਨ 'ਤੇ ਦੇ ਕੇ ਉਹਦੀਆਂ ਗੋਲੀਆਂ ਟਾਫੀਆਂ ਲੈ ਲੈਣੀਆਂ। ਤਾਂ ਉਹ ਕੁਦਰਤ ਦਾ ਜਿਹੜਾ ਇਹ ਸਹਿਜ ਸੁਭਾਅ ਦਾ ਇਹਦੇ 'ਚ ਕੀ ਹੁੰਦਾ ਸੀਗਾ ਕਿ ਤਣਾਅ ਨਹੀਂ ਸੀਗਾ। ਅੱਜ ਕੀ ਹੈ ਕਿ ਹਰ ਵਿਅਕਤੀ ਨੂੰ ਬਹੁਤ ਜ਼ਿਆਦਾ ਤਣਾਅ ਹੈ, ਉਹ ਹੋਰ ਕਦੀ ਥੈਂਕਫੁਲਨੈਸ ਜਾਂਦਾ ਹੀ ਨਹੀਂ ਹੈ। ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਤਣਾਅ ਪੈਦਾ ਹੋਣ ਨਾਲ ਜਿਹੜਾ ਤਣਾਅ ਹੈ, ਜਿਹੜੇ ਤਣਾਅ ਦੇ ਹਾਰਮੋਨਸ ਨੇ, ਉਹ ਕਦੀ ਵੀ ਖੁਸ਼ ਨਹੀਂ ਹੁੰਦਾ, ਉਹ ਹਮੇਸ਼ਾ ਹੀ ਹੋਰ ਦੀ ਸਥਿਤੀ 'ਚ ਔਰ ਤਣਾਅ ਦੀ ਸਥਿਤੀ 'ਚ ਰਹਿੰਦਾ ਕਿ ਮੈਂ ਕਿੱਥੋਂ ਇੱਧਰੋਂ ਵੀ ਠੁੰਗਾ ਮਾਰ ਲਾਂ, ਉੱਧਰੋਂ ਵੀ ਠੁੰਗਾ ਮਾਰ ਲਾਂ। ਉਹ ਜਿਹੜਾ ਵਰਤਾਰਾ ਹੈ ਉਹ ਤਣਾਅ ਪੈਦਾ ਕਰਦਾ ਤਾਂ ਤਣਾਅ ਵਾਲੇ ਜਿਹੜੇ ਨੇ ਹਾਰਮੋਨ ਪੈਦਾ ਕਰਦਾ। ਤਣਾਅ ਵਾਲੇ ਹਾਰਮੋਨ ਜਿਹੜੇ ਨੇ ਉਹ ਆਕਸੀਡੈਂਟਸ ਪੈਦਾ ਕਰਦੇ ਆ, ਉਹ ਫ੍ਰੀ ਰੈਡੀਕਲਸ ਪੈਦਾ ਕਰਦੇ ਆ, ਜਿਹੜੇ ਕਿ ਇੰਜਰ ਕਰਦੇ ਆ। ਸੋ ਤਣਾਅ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਉਹ ਕਰਦਾ ਹੈ। ਉਹ ਜਿਹੜੇ ਬਾਕੀ ਸਮਾਜ ਦੇ ਅੰਦਰ ਇੱਕ ਇਹੋ ਜਿਹਾ ਵਰਤਾਰਾ ਸੀਗਾ ਕਿ ਤੁਸੀਂ ਇਕੱਠੇ ਬੈਠਣਾ ਹੈ, ਸੱਥਾਂ 'ਚ ਬੈਠਣਾ ਹੈ, ਜੇ 4 ਬੰਦਿਆਂ ਨੇ ਬੈਠ ਕੇ ਗੱਪਸ਼ਪ ਮਾਰਨੀ ਹੈ। ਅੱਜ ਵੀ ਤੁਸੀਂ ਦੇਖੋਗੇ ਅਸੀਂ ਹਟ ਗਏ ਹਾਂ, ਲੇਕਿਨ ਤੁਸੀਂ ਯੂਪੀ ਬਿਹਾਰ ਦੇ ਜਿੱਥੇ ਬੰਦੇ ਰਹਿੰਦੇ ਆ, ਉਹ ਤੁਸੀਂ ਅੱਜ ਵੀ ਦੇਖੋਗੇ ਸਾਰੇ ਦਿਨ ਮਸ਼ੱਕਤ ਕਰਨਗੇ, ਸ਼ਾਮ ਨੂੰ ਢੋਲਕੇ ਖੜਕਾਉਣਗੇ, ਉਹ ਨੱਚਣਗੇ। ਜਿੱਥੇ ਹਾਲਾਂਕਿ ਚੁੱਲ੍ਹੇ ਉਹਨਾਂ ਦੇ ਅਲੱਗ-ਅਲੱਗ ਹੋਣਗੇ, ਲੇਕਿਨ ਜਦੋਂ ਢੋਲਕੀ ਖੜਕਾਉਣੀ ਇਕੱਠੇ ਬਹਿ ਕੇ ਖੜਕਾਉਣਗੇ ਉਹ। ਤਾਂ ਉਹ ਕਿਤੇ ਨਾ ਕਿਤੇ ਸੀ ਆ ਕਿ ਬੰਦੇ ਨੂੰ ਖੁਸ਼ ਰਹਿਣਾ ਵੀ ਬਹੁਤ ਜ਼ਰੂਰੀ ਆ। ਤਾਂ ਅੱਜ ਜਿਹੜਾ ਉਹ ਸਾਰੀਆਂ ਵਰਤਾਰਾ ਭੁੱਲ ਗਿਆ, ਅਸੀਂ ਖੁੱਲ੍ਹ ਕੇ ਹੱਸਣੋਂ ਹਟ ਗਏ, ਨਾ ਅਸੀਂ ਖੁਸ਼ ਹੁੰਦੇ ਹਾਂ, ਨਾ ਅਸੀਂ ਦੂਸਰੇ ਬੰਦੇ ਨੂੰ ਦੇਖ ਕੇ ਖੁਸ਼ ਹੁੰਦੇ ਹਾਂ। ਦੂਜੇ ਬੰਦੇ ਪ੍ਰਤੀ ਈਰਖਾ, ਜੈਲਸੀ, ਬਦਲੇ ਦੀ ਭਾਵਨਾ, ਇੱਕ ਦੂਜੇ ਨੂੰ ਪਿੱਛੇ ਠਿੱਪੀ ਲਾਉਣ ਦੀ ਭਾਵਨਾ, ਇਹ ਸਾਰਾ ਕੁਛ ਕਿਤੇ ਨਾ ਕਿਤੇ ਉਹ ਸਾਰੇ 'ਚ। ਤਾਂ ਇਹ ਸਾਰਾ ਜਿਹੜਾ ਮੈਂ ਸਮਝਦਾ ਕਿ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਜੀਵਨ ਦਾ, ਉਹ ਚਾਹੇ ਅਸੀਂ ਖੇਤੀ ਕਰਦੇ ਹਾਂ ਉੱਥੋਂ ਲੈ ਕੇ, ਅਤੇ ਜੋ ਅਸੀਂ ਫੂਡ ਦੇ ਵਿੱਚ ਇੰਡਸਟਰੀਲਾਈਜੇਸ਼ਨ ਕੀਤੀ, ਬਾਹਰੋਂ ਖਾਣ ਦਾ ਵਰਤਾਰਾ ਆਇਆ ਜਿਹੜਾ ਹੈ ਹੋਟਲਾਂ ਤੋਂ, ਰੈਸਟੋਰੈਂਟਾਂ ਤੋਂ, ਅਸੀਂ ਰਸੋਈ 'ਚ ਵੀ ਨਹੀਂ ਬਣਾਉਣਾ ਚਾਹੁੰਦੇ। ਅਤੇ ਘਰਾਂ ਦੇ ਵਿੱਚ ਮੈਨੂੰ ਯਾਦ ਹੈ ਕਿ ਅਸੀਂ ਹਰ ਘਰ ਦੇ ਵਿੱਚ ਛੋਟੀ ਕਿਆਰੀ ਹੁੰਦੀ ਸੀਗੀ। ਪਿੰਡ ਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ, ਛੱਪੜ ਤੋਂ ਪਾਣੀ ਲਿਆ ਕੇ ਮੈਂ ਬਾਲਟੀ ਨਾਲ, ਉੱਥੇ ਪਾਣੀ ਹੁੰਦਾ ਨਹੀਂ ਸੀਗਾ ਪੀਣ ਵਾਲਾ ਪਾਣੀ, ਤਾਂ ਮਹਿਰੇ ਪਾ ਜਾਂਦੇ ਸੀਗੇ ਖੂਹ ਤੋਂ ਭਰ ਕੇ। ਅਤੇ ਜਿਹੜੇ ਕਿਆਰੀ 'ਚ ਪਾਉਣ ਵਾਲਾ ਪਾਣੀ ਸੀਗਾ, ਹੁਣ ਉਹ ਛੱਪੜ ਹੁੰਦਾ ਸੀ, ਛੱਪੜ ਤੋਂ ਜਦ ਮੈਂ ਦੋ ਬਾਲਟੀਆਂ, ਦੋਨੋਂ ਪਾਸੇ ਬਾਲਟੀਆਂ ਚੱਕਣੀਆਂ 25-25 ਲੀਟਰ ਦੀਆਂ, ਅਤੇ ਉਹਨੂੰ ਬੈਲੈਂਸ ਕਰਕੇ ਛੱਪੜ ਤੋਂ ਭਰ ਕੇ ਲਿਆਉਣੀਆਂ ਅਤੇ ਆਪਣੀ ਕਿਆਰੀ 'ਚ ਪਾਉਣੀਆਂ। ਤਾਂ ਉਹ ਕਿਤੇ ਨਾ ਕਿਤੇ ਕਿਆਰੀ ਹੁੰਦੀ ਸੀ, ਹਰ ਘਰ 'ਚ ਕਿਆਰੀ ਹੁੰਦੀ ਸੀ ਵੀ ਜਿਹੜਾ ਕੋਈ ਘਰ ਬੀਜਿਆ ਹੋਇਆ ਬੀਜ ਲਓ। ਅੱਜ ਹੁਣ ਅਸੀਂ ਜਿਹੜਾ ਮਤਲਬ ਉਹ ਬਣਾ ਲਿਆ ਕਿ ਵੀ ਹਰ ਚੀਜ਼, ਹੁਣ ਜਿਹੜਾ ਕਿਸਾਨ ਵੀ ਇਹੋ ਜਿਹੇ ਹੋ ਗਏ ਆ ਵੀ ਉਹਨਾਂ ਨੇ ਵੀ ਸੌਖਾ ਕੰਮ ਲੱਭ ਲਿਆ। ਤੁਸੀਂ ਬੰਦਾ 10 ਕਿੱਲਿਆਂ ਦਾ ਮਾਲਕ ਹੈ, ਸਬਜ਼ੀ ਬਾਜ਼ਾਰੋਂ ਲੈਣ ਜਾ ਰਿਹਾ, ਫਲ ਬਾਜ਼ਾਰੋਂ ਲੈਣ ਜਾ ਰਿਹਾ, ਉਹਨੂੰ ਕੋਈ ਮਤਲਬ ਅਸੀਂ ਉਸ ਗੱਲ ਨੂੰ ਨਾਰਮਲ ਮੰਨ ਲਿਆ। ਅਤੇ ਇਹ ਕਿਤੇ ਨਾ ਕਿਤੇ ਇਹੋ ਜਿਹੀਆਂ ਕੁਛ ਆਦਤਾਂ ਅਸੀਂ ਪਾ ਲਈਆਂ ਨੇ ਜਿਹਦੇ ਨਾਲ ਅਸੀਂ ਤਣਾਅ ਵੀ ਪੈਦਾ ਕੀਤਾ, ਜਿਹਦੇ ਨਾਲ ਅਸੀਂ ਭੋਜਨ ਜਿਹੜਾ ਆਪਣਾ ਖਰਾਬ ਕਰ ਲਿਆ। ਉਹ ਨੈਚੁਰਲ ਭੋਜਨ ਦੀ ਬਜਾਏ ਅਸੀਂ ਜਿਹੜਾ ਕੈਮੀਕਲ ਖੇਤੀ 'ਚ ਆ ਗਏ ਹਾਂ, ਇੰਡਸਟਰੀਅਲ ਫੂਡਸ 'ਚ ਆ ਗਏ ਹਾਂ। ਸੋ ਬਹੁਤ ਸਾਰਾ ਚੀਜ਼ਾਂ 'ਚ ਅਸੀਂ ਨੁਕਸਾਨ ਕਰ ਲਿਆ ਆਪਣਾ, ਜਿਹਦੇ ਨਾਲ ਕੀ ਹੋ ਰਿਹਾ ਕਿ ਉਹਦੀਆਂ ਜੋ ਵੀ ਅਸੀਂ ਗੰਦਮੰਦ ਖਾਂਦੇ ਹਾਂ, ਜ਼ਹਿਰੀਲਾ ਖਾਂਦੇ ਹਾਂ, ਤਾਂ ਉਹ ਜਾ ਕੇ ਕਿਤੇ ਨਾ ਕਿਤੇ ਸਾਡੇ ਖੂਨ ਦੀਆਂ ਨਾੜਾਂ ਦੇ ਅੰਦਰ ਉਹ ਇੰਜਰੀ ਕਰਦਾ, ਇਨਫਲੇਮੇਸ਼ਨ ਕਰਦਾ, ਔਰ ਉਹ ਇਨਫਲੇਮੇਸ਼ਨ ਕਿਤੇ ਨਾ ਕਿਤੇ ਫਿਰ ਉਹ ਅੱਡ ਰੂਪਾਂ ਦੇ ਅੰਦਰ ਜਿਹੜੀ ਬਦਲਦੀ ਹੈ। ਤਾਂ ਇੱਕ ਰੂਪ ਜਿਹੜਾ
ਉਹ ਥੋੜ੍ਹੀ ਸਾਡੀ ਖੂਨ ਨਾੜਾਂ ਦੀ ਬਿਮਾਰੀ ਹੈ ਅਤੇ ਉਹਦਾ BP ਹੈ, ਜਿਹੜਾ ਕਿ ਇਹ ਨੈਟ ਰਿਜ਼ਲਟ ਨਿਕਲਦਾ ਕਿ ਸਾਡਾ BP ਵਧਣਾ ਸ਼ੁਰੂ ਹੋ ਜਾਂਦਾ, ਔਰ BP ਦੀ ਵਧਣ ਦੀਆਂ ਫਿਰ ਅੱਗੇ ਬਹੁਤ ਸਾਰੀਆਂ ਜਿਹੜੀਆਂ ਕੰਪਲੀਕੇਸ਼ਨਸ ਨੇ, ਅਤੇ ਉਹ ਮੈਂ ਸਮਝਦਾ ਕਿ ਆਪਾਂ ਕਿਸੇ ਅਗਲੇ ਐਪੀਸੋਡ 'ਚ ਕਰ ਲੈਣੀ ਚਾਹੀਦੀਆਂ। ਬਿਲਕੁਲ ਅਗਲੇ ਐਪੀਸੋਡ 'ਚ ਕਰਾਂਗੇ, ਪਰ ਇੱਕ ਚੀਜ਼ ਜਿਹੜੀ ਹੈ ਉਹ ਜਾਂਦੇ ਜਾਂਦੇ ਮੈਂ ਤੁਹਾਡੇ ਕੋਲ ਜ਼ਰੂਰ ਪੁੱਛਣੀ ਚਾਹਾਂਗਾ, ਖੂਨ ਦਾ ਪਤਲਾ ਹੋਣਾ ਅਤੇ ਖੂਨ ਦਾ ਗਾੜਾ ਹੋਣਾ, ਇਹ ਦੋ ਇੱਕ ਅਜਿਹੀਆਂ ਚੀਜ਼ਾਂ ਨੇ ਜਿਹਨੇ ਇੱਕ ਆਪਾਂ ਜਿਵੇਂ ਆਪਾਂ ਠੇਠ ਪੰਜਾਬੀ 'ਚ ਕਹਿ ਦਈਏ ਤਾਂ ਉਹ ਗੱਦੀ ਗੇੜ 'ਚ ਪਾ ਰੱਖਿਆ। ਖੂਨ ਪਤਲਾ ਕਿਉਂ ਹੁੰਦਾ ਅਤੇ ਗਾੜਾ ਕਿਉਂ ਹੁੰਦਾ, ਅਤੇ ਇੱਥੋਂ ਹੀ ਸਾਰਾ ਜਿਹੜਾ ਵਰਤਾਰਾ ਸ਼ੁਰੂ ਹੁੰਦਾ, ਕੀ ਕਹਿਣਾ ਚਾਹੁੰਦੇ? ਖੂਨ ਪਤਲਾ ਹੋਣਾ ਦਾ ਮਤਲਬ ਹੈ ਕਿ ਖੂਨ ਉਹ ਪਤਲੇ ਖੂਨ ਦਾ ਮਤਲਬ, ਪਤਲਾ ਖੂਨ ਤਾਂ ਕਈ ਵਾਰੀ ਖਤਰਨਾਕ ਵੀ ਹੋ ਸਕਦਾ ਹੈ। ਮੰਨ ਲਓ ਤੁਹਾਡਾ ਹੀਮੋਗਲੋਬਿਨ ਘਟ ਗਿਆ ਤਾਂ ਉਹ ਵੀ ਪਤਲਾ ਖੂਨ ਹੋਏਗਾ, ਪਾਣੀ ਵਰਗਾ ਹੋ ਜਾਂਦਾ ਖੂਨ। ਜੇ 4-5 ਗ੍ਰਾਮ ਹੀਮੋਗਲੋਬਿਨ ਰਹਿ ਜਾਂਦਾ, ਤੁਸੀਂ ਬੰਦੇ ਦੀ ਉਂਗਲ 'ਤੇ ਸੂਈ ਮਾਰਦੇ ਹੋ, ਖੂਨ ਨਿਕਲਦਾ ਤਾਂ ਐਂ ਲੱਗਦਾ ਵੀ ਖੂਨ ਦੀ ਵਜ੍ਹਾ ਪਾਣੀ ਨਿਕਲ ਰਿਹਾ, ਤਾਂ ਉੱਦਾਂ ਦਾ ਪਤਲਾ ਵੀ ਨਹੀਂ ਚਾਹੀਦਾ। ਪਤਲੇ ਦਾ ਮਤਲਬ ਹੈ ਕਿ ਖੂਨ ਉਹ ਸਟਿਕ ਨਾ ਕਰੇ, ਚਿਪਕੇ ਨਾ। ਜੋ ਚਿਪਕੂ ਖੂਨ ਹੋਏਗਾ ਤਾਂ ਫਿਰ ਉਹ ਜਿਹੜਾ ਹੈ ਉਹ ਜਿਹੜੇ ਅੰਦਰਲੀ ਉਹਦੀ ਲਾਈਨਿੰਗ ਹੈ, ਕਿ ਖੂਨ ਦੀ ਨਾੜੀ ਦੀ ਅੰਦਰਲੀ ਲਾਈਨਿੰਗ ਜਿਹੜੀ ਹੈ ਉਹ ਨੀਟ ਐਂਡ ਕਲੀਨ ਰਹਿਣੀ ਚਾਹੀਦੀ ਹੈ। ਨਾਈਟ੍ਰਸ ਆਕਸਾਈਡ ਕਰਦਾ ਉਹਨੂੰ ਨੀਟ ਐਂਡ ਕਲੀਨ, ਲੇਕਿਨ ਨਾਈਟ੍ਰਸ ਆਕਸਾਈਡ ਦੀ ਇੱਕ ਸਮਰੱਥਾ ਹੈ ਨਾ, ਜੇ ਆਪਾਂ ਇਹੋ ਜਿਹੀਆਂ ਚੀਜ਼ਾਂ ਖਾਈ ਜਾਵਾਂਗੇ ਜਿਹੜਾ ਕਿ ਖੂਨ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਪਾ ਰਹੇ ਹਾਂ ਅਸੀਂ ਜਿਹੜੀਆਂ ਕਿ ਬਹੁਤ ਜ਼ਿਆਦਾ ਸਰੀਰ ਨੂੰ ਲੋੜੀਂਦੀਆਂ ਨਹੀਂ ਹੈ। ਬਹੁਤ ਜ਼ਿਆਦਾ ਕੈਲਸ਼ੀਅਮ ਵਾਲਾ ਫੂਡ ਖਾ ਰਹੇ ਹਾਂ ਅਸੀਂ, ਬਹੁਤ ਜ਼ਿਆਦਾ ਫੈਟੀ ਫੂਡ ਖਾ ਰਹੇ ਹਾਂ ਅਸੀਂ, ਬਹੁਤ ਜ਼ਿਆਦਾ ਹਾਈ ਪ੍ਰੋਟੀਨਸ ਖਾ ਰਹੇ ਹਾਂ ਅਸੀਂ। ਇਹ ਕੋਈ ਵੀ ਚੀਜ਼ ਜਿਹੜੀ ਐਕਸੈਸਿਵ ਹੈ ਉਹ ਖੂਨ ਦੇ ਅੰਦਰ ਜਾ ਕੇ ਅਲਟੀਮੇਟਲੀ ਉਹਨੂੰ ਖੂਨ ਨੂੰ ਗਾੜਾ ਕਰਦੀ ਹੈ। ਖੂਨ ਨੂੰ ਗਾੜਾ ਕਰੇਗੀ ਤਾਂ ਖੂਨ ਚਿਪਕੇਗਾ ਤਾਂ ਉਸ ਲਾਈਨਿੰਗ ਨੂੰ ਖਰਾਬ ਕਰੇਗਾ। ਸੋ ਖੂਨ ਗਾੜਾ ਕਰਨ ਵਾਲਾ ਜਿਹੜਾ ਵਰਤਾਰਾ ਹੈ ਉਹ ਕਿਤੇ ਨਾ ਕਿਤੇ ਖਾਣ ਪੀਣ ਨਾਲ ਜੁੜਿਆ ਹੋਇਆ ਅਤੇ ਜਿਹੜਾ ਐਕਸਰਸਾਈਜ਼ ਨਾ ਕਰਨ ਨਾਲ ਜੁੜਿਆ ਹੋਇਆ। ਤੋ ਜੇ ਅਸੀਂ ਖਾਣ ਪੀਣ ਸਾਡਾ ਠੀਕ ਹੈ, ਜੇ ਸਾਡਾ ਐਕਸਰਸਾਈਜ਼ ਦਾ ਰੂਟੀਨ ਠੀਕ ਹੈ, ਤਾਂ ਮੈਂ ਸਮਝਦਾ ਕਿ ਖੂਨ ਗਾੜਾ ਅਤੇ ਪਤਲੇ ਦਾ ਇੱਕ ਬੈਲੈਂਸ ਜਿਹੜਾ ਉਹ ਬਣਿਆ ਰਹਿੰਦਾ। ਨਾ ਤਾਂ ਖੂਨ ਬਹੁਤ ਪਤਲਾ ਹੋਣਾ ਚਾਹੀਦਾ ਅਤੇ ਨਾ ਬਹੁਤ ਗਾੜਾ ਹੋਣਾ ਚਾਹੀਦਾ। ਅਤੇ ਖੂਨ ਦੇ ਅੰਦਰ ਕਿਹੋ ਜਿਹਾ ਬੈਲੈਂਸ ਹੋਣਾ ਚਾਹੀਦਾ ਕਿ ਉਹ ਇੰਨਾ ਗਾੜਾ ਨਾ ਹੋਵੇ ਕਿ ਉਹ ਸਟਿਕ ਨਾਲ ਚਿਪਕੇ ਉਹਦੀ ਕੋਈ ਵੀ ਚੀਜ਼ ਖੂਨ ਦੀ ਸਿਰਫ ਨਾੜੀ 'ਚੋਂ ਲੰਘ ਜਾਵੇ, ਉਹਦਾ ਸਿਰਫ ਉਹ ਲੰਘ ਆਇਆ, ਉਹ ਖੂਨ ਦਾ ਉੱਥੇ ਕੋਈ ਕੰਮ ਨਹੀਂ ਹੈ। ਅਤੇ ਜੇ ਖੂਨ ਦੀ ਕੋਈ ਚੀਜ਼ ਰਾਹ 'ਚ ਚਿਪਕੀ ਜਾ ਰਹੀ ਹੈ ਤਾਂ ਇਹਦਾ ਮਤਲਬ ਉਹ ਐਕਸੈਸਿਵ ਹੈ। ਜਿਵੇਂ ਕੁਦਰਤ ਐਕਸੈਸਿਵ ਫੈਟ ਨੂੰ ਚਮੜੀ ਥੱਲੇ ਜਮਾ ਦਿੰਦੀ ਹੈ, ਇੱਦਾਂ ਐਕਸੈਸਿਵ ਫੈਟ ਨੂੰ ਰਾਣਾ 'ਚ ਵੀ ਜਮਾਏਗੀ, ਉਹ ਕੋਲੈਸਟਰੋਲ ਨੂੰ। ਕਾਈ ਜੰਮ ਜਾਂਦੀ ਕੰਧ ਦੇ ਉੱਤੇ, ਇਸ ਤਰ੍ਹਾਂ। ਹਾਂ ਬਿਲਕੁਲ। ਕੋਈ ਚੀਜ਼ ਜਿਹੜੀ ਐਕਸੈਸ ਹੋਏਗੀ ਕਿਤੇ ਵੀ ਤਾਂ ਕਿਤੇ ਜੰਮੇਗੀ। ਤਾਂ ਉਹ ਜਿਹੜੀ ਜ਼ਿਆਦਤੀਆਂ ਨੇ, ਉਹ ਜ਼ਿਆਦਤੀਆਂ ਕਿਉਂ ਹੁੰਦੀਆਂ ਨੇ ਕਿ ਅਸੀਂ ਇੱਕ ਤਾਂ ਜਾਂ ਤਾਂ ਡਿਮਾਂਡ ਨਹੀਂ ਜਨਰੇਟ ਕੀਤੀ ਉਹਦੀ, ਉਹ ਵਰਤਣ ਦੀ, ਜਦੋਂ ਵਰਤਣ ਦੀ ਡਿਮਾਂਡ ਜਨਰੇਟ ਕਰ ਲੈਂਦੇ। ਹੁਣ ਡਿਸਪੈਰਿਟੀ ਕੀ ਆਈ ਕਿ ਸਾਡਾ ਜਿਹੜਾ ਲਾਈਫ ਸਟਾਈਲ ਤਾਂ ਹੋ ਗਿਆ ਬਿਲਕੁਲ ਹੀ ਮਿਹਨਤ ਤੋਂ ਵਿਰਵਾ, ਡਿਮਾਂਡ ਹੈ ਹੀ ਨਹੀਂ ਉਹਦੇ ਅੰਦਰ। ਅਤੇ ਜਿਹੜਾ ਸਾਡਾ ਖਾਣਾ ਪੀਣਾ ਹੈ ਉਹ ਪੁਰਾਣਾ ਹੀ ਹੈ ਸਾਰਾ। ਜਾਂ ਤਾਂ ਅਸੀਂ ਖਾਣਾ ਪੀਣਾ ਬਦਲ ਲੈਂਦੇ, ਖਾਣਾ ਪੀਣਾ ਇਹੋ ਜਿਹਾ ਹੁੰਦਾ ਜਿਵੇਂ ਹੁਣ ਅਸੀਂ ਕਹਿ ਰਹੇ ਹਾਂ ਰੌ ਖਾਣਾ ਖਾਓ, ਜਾਂ ਦੁੱਧ ਨਾ ਜ਼ਿਆਦਾ ਪੀਓ, ਜਾਂ ਅਨਾਜ ਜ਼ਿਆਦਾ ਨਾ ਖਾਓ। ਤਾਂ ਉਹ ਹੁਣ ਖਾਣੇ ਤਾਂ ਪੁਰਾਣੇ ਨੇ, ਲਾਈਫ ਸਟਾਈਲ ਨਵਾਂ ਹੈ। ਤਾਂ ਉਹ ਜਿਹੜਾ ਡਿਸਪੈਰਿਟੀ ਆ ਗਈ ਉਹਦੇ ਨਾਲ ਖੂਨ ਗਾੜਾ ਹੋਣ ਲੱਗ ਗਿਆ। ਮੈਂ ਸਮਝਦਾ ਕਿ ਉਹ ਜਿਹੜੀ ਡਿਸਪੈਰਿਟੀ ਹੈ ਉਹਨੂੰ ਦੋਨੋਂ ਤਰੀਕੇ ਠੀਕ ਕਰਨਾ ਚਾਹੀਦਾ। ਇੱਕ ਤਾਂ ਆਪਣਾ ਖਾਣ ਪਾਣ ਠੀਕ ਹੋਣਾ ਚਾਹੀਦਾ, ਅਤੇ ਇੱਕ ਜਿਹੜਾ ਹੈ ਆਪਣੇ ਅੰਦਰ ਜਿਹੜੀ ਡਿਮਾਂਡ ਜਨਰੇਟ ਕਰਨੀ ਹੈ ਉਹਨੂੰ ਵਰਤਣ ਦੀ, ਉਹਨਾਂ ਚੀਜ਼ਾਂ ਨੂੰ ਉਹ ਵੀ ਕਰਨੀ ਚਾਹੀਦੀ ਹੈ। ਐਕਸੈਸਿਵ ਪ੍ਰੋਟੀਨਸ ਨੇ, ਚਾਹੇ ਐਕਸੈਸਿਵ ਫੈਟਸ ਨੇ, ਚਾਹੇ ਐਕਸੈਸਿਵ ਕੈਲਸ਼ੀਅਮ ਹੈ, ਇਹ ਕਿਤੇ ਨਾ ਕਿਤੇ ਖੂਨ ਨੂੰ ਗਾੜਾ ਕਰਦੇ ਆ। ਅਤੇ ਉਹ ਗਾੜਾ ਕਰਨ ਦੀ ਜਿਹੜੀ ਵ੍ਰਿੱਤੀ ਹੈ ਉਹ ਇਹ ਦੋ ਗੱਲਾਂ ਨਾਲ ਜੁੜੀ ਹੋਈ ਹੈ ਕਿ ਇੱਕ ਸਾਡੀ ਖੁਰਾਕ ਨਹੀਂ ਠੀਕ, ਅਤੇ ਇੱਕ ਸਾਡੀ ਡਿਮਾਂਡ ਜਨਰੇਟ ਨਹੀਂ ਹੋ ਰਹੀ, ਅਸੀਂ ਐਕਸਰਸਾਈਜ਼ ਨਹੀਂ ਕਰਦੇ। ਡਾਕਟਰ ਸਾਹਿਬ, ਇਹ ਤਾਂ ਸਾਰਾ ਤੁਸੀਂ ਬੜੇ ਵਿਸਥਾਰ ਦੇ ਨਾਲ ਸਮਝਾਤਾ ਵੀ ਕਿਹੜੀ ਚੀਜ਼ਾਂ ਕਰਕੇ ਸਾਡੀਆਂ ਖੂਨ ਦੀਆਂ ਨਾੜਾਂ ਦੇ ਅੰਦਰ ਬਲੋਕੇਜ ਆ ਜਾਂਦੀ ਹੈ। ਹੁਣ ਸਮਾਂ ਇਜਾਜ਼ਤ ਅੱਗੇ ਨਹੀਂ ਦੇ ਰਿਹਾ, ਅਤੇ ਮੈਨੂੰ ਲੱਗਦਾ ਕਿ ਇਹ ਅਗਲਾ ਐਪੀਸੋਡ ਨੰਬਰ 15 ਉਹਦੇ ਵਿੱਚ ਆਪਾਂ ਇਹ ਜਾਣਾਂਗੇ ਕਿ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਨਾਈਟ੍ਰਿਕ ਆਕਸਾਈਡ ਬਣਾਉਂਦੇ ਨੇ। ਕਿਉਂਕਿ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਕਿ ਨਾਈਟ੍ਰਿਕ ਆਕਸਾਈਡ ਇੱਕ ਐਸੀ ਚੀਜ਼ ਹੈ ਜਿਹੜੀ ਕਿ ਅੰਦਰੋਂ ਸਾਫ਼ ਕਰਦੀ। ਜੇ ਆਪਾਂ ਉਹ ਹੋਰ ਦੇਸੀ ਭਾਸ਼ਾ 'ਚ ਗੱਲ ਕਰੀਏ ਤਾਂ ਕੰਧਾਂ 'ਤੇ ਜੰਮੀ ਹੋਈ ਕਾਈ ਨੂੰ ਬੁਰਸ਼ ਮਾਰ ਕੇ ਸਾਫ਼ ਕਰਨ ਵਾਲਾ ਕੰਮ ਜਿਹੜਾ ਉਹ ਨਾਈਟ੍ਰਿਕ ਆਕਸਾਈਡ ਕਰਦੀ ਹੈ, ਅੰਦਰ ਦੀਆਂ ਨਾੜਾਂ ਨੂੰ ਸਾਫ਼ ਕਰਨ ਦਾ ਉਹ ਕੰਮ ਕਰਦੀ ਹੈ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਨਾਈਟ੍ਰਿਕ ਆਕਸਾਈਡ ਬਣਾਉਂਦੀਆਂ ਨੇ, ਜਾਂ ਫਿਰ ਨਾਈਟ੍ਰਿਕ ਆਕਸਾਈਡ ਤੋਂ ਇਲਾਵਾ ਕਿਹੜੀਆਂ ਚੀਜ਼ਾਂ ਨੇ ਜਿਹਦੇ ਨਾਲ ਆਪਾਂ ਖੂਨ ਦੀਆਂ ਨਾੜਾਂ ਨੂੰ ਅੰਦਰੋਂ ਸਾਫ਼ ਕਰ ਸਕਦੇ ਹਾਂ, ਕੈਲਸੀਫਿਕੇਸ਼ਨ ਯਾਨੀ ਉਹਦੀ ਸਖਤੀ ਘਟਾ ਸਕਦੇ ਹਾਂ, ਜਾਂ ਫਿਰ ਇਹਦੇ ਨਾਲ ਜੁੜੇ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਬਲੱਡ ਵੈਸਲ ਡਿਜ਼ੀਜ਼ ਤੋਂ ਆਪਾਂ ਜਿਹੜੀਆਂ ਉਹ ਅੱਗੇ ਬਾਪ ਡਿਜ਼ੀਜ਼ ਆਪਾਂ ਇਹਨੂੰ ਕਹਿ ਸਕਦੇ ਹਾਂ, ਉਸ ਤੋਂ ਆਪਾਂ ਬਚ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਇਸ ਐਪੀਸੋਡ ਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਜਿਹੜਾ ਬਲੱਡ ਵੈਸਲ ਡਿਜ਼ੀਜ਼ ਦੇ ਬਾਰੇ ਸਮਝਾਇਆ, ਅਤੇ ਉਮੀਦ ਕਰਦੇ ਹਾਂ ਕਿ ਅਗਲੀ ਵਾਰ ਕੁਝ ਐਸਾ ਤੁਸੀਂ ਦੱਸੋਗੇ
ਜਿਹੜਾ ਇਲਾਜ ਪਬਲਿਕ ਜਿਹੜੀ ਉਹ ਘਰ ਬੈਠੇ ਜਿਹੜੀ ਉਹ ਕਰੇਗੀ ਤੇ ਤੁਹਾਡੇ ਤੋਂ ਇਹ ਉਮੀਦ ਕੀਤੀ ਜਾ ਸਕਦੀ। ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ। ਤੁਸੀਂ ਦੇਖਿਆ ਵੀ ਮੈਨੂੰ ਨਹੀਂ ਲੱਗਦਾ ਇਹ ਉਹ ਚੀਜ਼ ਹੈ ਜਿਹੜੀ ਕਿ ਡਾਕਟਰ ਸਾਹਿਬ ਨੇ ਕਈ ਸਾਲ ਲਾ ਕੇ ਡਾਕਟਰੀ ਦੀ ਪੜ੍ਹਾਈ ਕਰਕੇ ਤੇ ਫਿਰ ਉਹਦੇ ਵਿੱਚੋਂ ਹਾਸਲ ਕੀਤੀ। MBBS MD ਜਿਹੜੀ ਕਰੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਮਤਲਬ 80-90 ਲੱਖ ਰੁਪਏ ਲੱਗ ਜਾਂਦਾ ਜਦੋਂ ਇਹਨਾਂ ਚੀਜ਼ਾਂ ਨੂੰ ਪੜ੍ਹਾਈ ਜਾਂਦੀ ਹੈ। ਉਹਦੇ ਕਿੰਨੇ ਸਾਲ ਲੱਗਦੇ ਨੇ, ਕਿੰਨੇ ਜਿਹੜੇ ਉਹਨਾਂ ਦਾ ਐਕਸਪੀਰੀਅੰਸ ਜਦੋਂ ਇਹਨਾਂ ਦਾ ਹੁਣ ਤੱਕ ਦਾ 72 ਸਾਲ 50 ਸਾਲ ਦਾ ਇਹਨਾਂ ਦਾ ਜਿਹੜਾ ਡਾਕਟਰੀ ਦਾ ਤਜਰਬਾ ਹੈਗਾ, 72 ਸਾਲ ਦੀ ਇਹਨਾਂ ਦੀ ਉਮਰ ਹੋ ਗਈ। ਤੇ ਇਸ ਦੌਰਾਨ ਜੋ ਕੁਝ ਵੀ ਇਹਨਾਂ ਨੇ ਸਿੱਖਿਆ ਹੈਗਾ ਉਹ ਸਾਡੇ ਸਾਹਮਣੇ ਇਹਨਾਂ ਨੇ ਖੋਲ੍ਹ ਕੇ ਰੱਖ ਦਿੱਤਾ। ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਕਿਸੇ ਨੂੰ ਹੋਰ ਬਲੱਡ ਵੈਸਲ ਡਿਜ਼ੀਜ਼ ਦਾ ਬਾਰੇ ਸਮਝਣ ਦੀ ਜਾਂ ਕਿਸੇ ਨੂੰ ਹੋਰ ਪੁੱਛਣ ਦੀ ਜਿਹੜਾ ਉਹ ਜ਼ਿਆਦਾ ਲੋੜ ਹੋਏਗੀ। ਅਗਲੇ ਐਪੀਸੋਡ ਦਾ ਇੰਤਜ਼ਾਰ ਕਰੋ। ਬਹੁਤ ਕੰਮ ਦੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਹਦੇ ਵਿੱਚ ਖੂਨ ਦੀਆਂ ਨਾੜਾਂ ਦੇ ਅੰਦਰ ਜਿਹੜੀ ਹੈ ਜਮੀ ਹੋਈ ਜਿਹੜੀ ਆ ਉਹ ਕੋਈ ਵੀ ਚੀਜ਼ ਹੋਏਗੀ, ਪਲਾਕ ਹੋਏਗਾ, ਅੰਦਰ ਜਿਹੜਾ ਕਲੌਟ ਬਣੇ ਹੋਣਗੇ, ਅੰਦਰ ਜਿਹੜੀ ਉਹ ਥਿਕਨੈਸ ਆਈ ਹੋਏਗੀ, ਬਾਹਰੋਂ ਕੈਲਸੀਫਿਕੇਸ਼ਨ ਹੋਈ ਵੀ ਹੋਏਗੀ, ਉਸ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਤੇ ਕਿਹੜੇ ਤਰੀਕੇ ਨੇ ਜਿਹੜੇ ਕਿ ਉਹ ਚੀਜ਼ਾਂ ਜਿਹੜੀਆਂ ਉਹ ਦੁਬਾਰਾ ਨਾ ਬਣਨ। ਆਪਾਂ ਇਸ ਚੀਜ਼ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਉਮੀਦ ਹੈ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ। ਜੇ ਗੱਲਬਾਤ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਗੱਲ ਘਰ ਘਰ ਤੱਕ ਪਹੁੰਚੇ ਤੇ ਜਿਹੜੇ ਲੋਕ ਬਲੱਡ ਵੈਸਲ ਡਿਜ਼ੀਜ਼ ਦੇ ਨਾਲ ਪੀੜਿਤ ਨੇ ਉਹਨਾਂ ਨੂੰ ਇਹ ਸਮਝ ਆਵੇ ਵੀ ਅਸੀਂ ਕਿਹੜੀਆਂ ਖਰਾਬੀਆਂ ਕਰ ਰਹੇ ਸੀ ਜਿਹਦੇ ਕਰਕੇ ਸਾਡੇ ਨਾਲ ਇਹ ਵਰਤਾਰਾ ਹੋਇਆ, ਤਾਂ ਕਿ ਉਹ ਉਹਨਾਂ ਲੋਕਾਂ ਨੂੰ ਸਮਝਾਉਣ ਜਿਹੜੇ ਉਹਨਾਂ ਵਰਗੀਆਂ ਹੀ ਖਰਾਬੀਆਂ ਕਰ ਰਹੇ ਨੇ ਪਰ ਅਜੇ ਉਹ ਬਚੇ ਹੋਏ ਨੇ, ਤੇ ਉਹਨਾਂ ਨੂੰ ਰੋਕਣ ਕਿ ਤੁਹਾਡਾ ਵੀ ਸਾਡੇ ਵਰਗਾ ਹੀ ਹਾਲ ਹੋ ਸਕਦਾ ਜੇਕਰ ਤੁਸੀਂ ਅਜਿਹਾ ਕਰਨਾ ਨਾ ਬੰਦ ਕੀਤਾ। ਤੇ ਅਗਲੇ ਐਪੀਸੋਡ 'ਚ ਆਪਾਂ ਇਹ ਦੱਸਾਂਗੇ ਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੋ ਚੁੱਕੀ ਹੈ ਉਹ ਕਿੱਦਾਂ ਬਚ ਸਕਣ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।